ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਵਾਲ ਜਵਾਬ ਦਾ 18ਵਾਂ ਭਾਗ ਵਿਚਾਰ ਕਰ ਰਹੇ ਹਾਂ। ਇਸ ਦੇ ਵਿੱਚ ਸਵਾਲਾਂ ਦੇ ਜਵਾਬ ਤਰਤੀਬ ਦੇ ਨਾਲ ਅੱਗੇ ਦਿੱਤੇ ਜਾਣਗੇ। ਤੁਸੀਂ ਸਰੋਤਿਆਂ ਨੇ, ਪਾਠਕਾਂ ਨੇ ਬਹੁਤ ਇਸ ਵਿਸ਼ੇ ਨੂੰ ਪਸੰਦ ਕੀਤਾ ਕਿਉਂਕਿ ਸਵਾਲ ਜਵਾਬ ਵਾਲਾ ਕੋਈ ਕਾਲਮ ਗੁਰਦੁਆਰਿਆਂ 'ਚ, ਕਮੇਟੀਆਂ 'ਚ ਕਿਸੇ ਵੀ ਥਾਂ 'ਤੇ ਨਹੀਂ ਵੇਖਿਆ ਸੁਣਿਆ। ਅਤੇ ਇਸ ਕਰਕੇ ਹਰ ਜਗਿਆਸੂ ਦੇ ਮਨ ਦੇ ਵਿੱਚ ਕੁਝ ਸਵਾਲ ਤਾਂ ਹੁੰਦੇ ਨੇ, ਪਰ ਉਹਨੂੰ ਸ਼ਰਧਾ ਦੇ ਨਾਮ 'ਤੇ ਚੁੱਪ ਕਰਾ ਦਿੱਤਾ ਜਾਂਦਾ ਕਿ ਕਿੰਤੂ ਪਰੰਤੂ ਨਹੀਂ ਕਰਨਾ, ਤਰਕ ਨਹੀਂ ਕਰਨਾ, ਵਿਸ਼ਵਾਸ ਰੱਖੋ, ਸ਼ਰਧਾ ਰੱਖੋ। ਗੁਰੂ ਸਾਹਿਬ ਤਾਂ ਸ਼ਰਧਾ ਵਾਸਤੇ ਹੀ ਸਾਨੂੰ ਧਰਮ ਦੇ ਲੜ ਲਾਉਂਦੇ ਨੇ। ਇਹ ਕਹਾਣੀਆਂ ਪਾ ਪਾ ਕੇ ਬਾਰ-ਬਾਰ ਸਾਨੂੰ ਨਾ ਸਮਝ ਬਣਾਇਆ ਗਿਆ ਅਤੇ ਦੂਜੇ ਦਾ ਪਿਛਲੱਗ ਬਣਾਇਆ ਗਿਆ। ਅਤੇ ਜਿਹੜਾ ਪਿਛਲੱਗ ਜਿਹਦੇ ਅਸੀਂ ਬਣੇ ਹੋਏ ਹਾਂ ਉਹ ਅਕਲਮੰਦ ਹੈ ਕਿ ਬੇਅਕਲ ਹੈ, ਇਹਦੀ ਵੀ ਪਰਖ ਕਰਨ ਦੀ ਸਾਨੂੰ ਜਾਂਚ ਨਾ ਰਹੀ। ਅੱਜ ਹਾਸੋਹੀਣੀਆਂ, ਕਈ ਵਾਰੀ ਸ਼ਰਮਨਾਕ, ਕੁਰਾਹੇ ਪਾਉਣ ਵਾਲੀਆਂ, ਗੁਰੂ ਸਾਹਿਬ ਦਾ ਅਪਮਾਨ ਕਰਨ ਵਾਲੀਆਂ ਕਹਾਣੀਆਂ ਸਟੇਜਾਂ 'ਤੇ ਸੁਣਾਈਆਂ ਜਾਂਦੀਆਂ ਨੇ, ਪਰ ਬੁਲਾਰੇ ਨੂੰ ਸਵਾਲ ਕਰਨ ਦਾ ਕਿਸੇ ਕੋਲੇ ਅਧਿਕਾਰ ਨਹੀਂ ਹੈ। ਪ੍ਰਬੰਧਕ ਅਤੇ ਬੁਲਾਰੇ ਉਸ ਇਕੱਲੇ ਵਿਅਕਤੀ ਦੇ ਜੇ ਕੋਈ ਸਵਾਲ ਕਰਦਾ ਉਹਦੇ ਗਲ ਪੈਂਦੇ ਨੇ, ਉਹਦਾ ਅਪਮਾਨ ਕਰਦੇ ਨੇ ਅਤੇ ਉਹਨੂੰ ਕਹਿ ਦਿੰਦੇ ਨੇ ਤੂੰ ਗੁਰਦੁਆਰੇ ਬੇਸ਼ੱਕ ਨਾ ਆਇਆ ਕਰ, ਤੇਰੀ ਸ਼ਰਧਾ ਨਹੀਂ ਹੈ। ਮੈਂ ਬਹੁਤ ਸਾਰਾ ਇਸ ਪੱਖ ਤੋਂ ਜ਼ਿੰਦਗੀ ਦਾ ਤਜਰਬਾ ਹਾਸਲ ਕੀਤਾ। ਤੁਹਾਡੇ ਨਾਲ ਕੌੜੇ ਮਿੱਠੇ ਕਈ ਤਰ੍ਹਾਂ ਦੇ ਤਜਰਬੇ ਸਵਾਲ ਜਵਾਬ ਦੇ ਰਾਹੀਂ ਸਾਂਝੇ ਕਰ ਰਿਹਾ ਅਤੇ ਹੋਰ ਵੀ ਕਈ ਸਾਰੇ ਵਿਸ਼ੇ ਫੇਸਬੁੱਕ 'ਤੇ, YouTube 'ਤੇ ਤੁਸੀਂ ਸੁਣ ਰਹੇ ਹੋ। ਅਤੇ ਆਪਾਂ ਅੱਗੇ ਚੱਲਣ ਲੱਗੇ ਹਾਂ। ਭਾਗ 18ਵੇਂ ਦਾ ਸਵਾਲ ਨੰਬਰ 181। ਭਾਈ ਭਗਵਾਨ ਸਿੰਘ ਬੁਢਲਾਡਾ ਤੋਂ ਪੁੱਛਦੇ ਨੇ, ਬ੍ਰਹਮ ਗਿਆਨੀ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਬਾਰੇ ਤੁਹਾਡਾ ਕੀ ਵਿਚਾਰ ਹੈ? ਮੈਂ ਇੱਕ ਪੂਰੀ ਆਪਣੀ ਕਿਤਾਬ ਜਿਨ੍ਹਾਂ ਨਾਮ ਜਪਿਆ ਤਿਨਾਂ ਤੇ ਗਵਾਹੀ, ਇਹਦੇ ਵਿੱਚ ਪੂਰੇ ਵਿਸਤਾਰ ਦੇ ਨਾਲ ਅਤਰ ਸਿੰਘ ਦੇ ਸੇਵਕ ਦੇ ਵੱਲੋਂ ਮੈਂ ਹਵਾਲੇ ਦੇ ਦੇ ਕੇ ਇਹਨਾਂ ਦੀਆਂ ਕਿਤਾਬਾਂ ਨੇ, ਜਿਹੜਾ ਕਿ ਬੜੂ ਸਾਹਿਬ ਵਾਲੇ ਜਿਹੜੇ ਅਕਾਲ ਅਕੈਡਮੀ ਵਾਲੇ ਨੇ ਉਹਨਾਂ ਨੇ ਜੀਵਨੀ ਛਾਪੀ ਹੈ ਬਾਬਾ ਅਤਰ ਸਿੰਘ ਦੀ, ਉਹਦੇ ਵਿੱਚੋਂ ਹਵਾਲੇ ਦੇ ਕੇ ਮੈਂ ਸਾਰਾ ਕੁਝ ਲਿਖਿਆ ਹੋਇਆ ਹੈ। ਅਤੇ ਉਹਦੇ ਰਾਹੀਂ ਇਹ ਦੱਸਿਆ ਗਿਆ ਇਹਨਾਂ ਨੇ ਕਿ ਬਾਬਾ ਜੀ 1866 ਦੇ ਵਿੱਚ ਪੈਦਾ ਹੋਏ ਅਤੇ ਕੁਝ ਸਮੇਂ ਤੋਂ ਬਾਅਦ ਫੌਜ ਦੇ ਵਿੱਚ 17 ਕੁ ਸਾਲ ਦੀ ਉਮਰ 'ਚ ਭਰਤੀ ਹੋ ਗਏ। ਉੱਥੇ 3-3.5 ਸਾਲ ਭਾਈ ਅਤਰ ਸਿੰਘ ਨੇ ਸਰਕਾਰੀ ਨੌਕਰੀ ਕੀਤੀ, ਫਿਰ ਅਸਤੀਫਾ ਦੇ ਕੇ ਵਾਪਸ ਆ ਗਏ। ਪਰ ਇਹਨਾਂ ਦੇ ਚੇਲਿਆਂ ਨੇ ਇਹ ਪ੍ਰਚਾਰਿਆ ਕਿ ਬਾਬਾ ਜੀ ਦਾ ਨਾਮ ਆਪਣੇ ਆਪ ਹੀ ਉੱਥੋਂ ਕੱਟਿਆ ਗਿਆ। ਕਈ ਚੇਲਿਆਂ ਨੇ ਇਹ ਵੀ ਕਿਹਾ ਕਿ ਬਾਬਾ ਜੀ ਆਪ ਤਾਂ ਭਗਤੀ ਵਿੱਚ ਲੀਨ ਹੁੰਦੇ ਸਨ ਅਤੇ ਇਹਨਾਂ ਦੀ ਥਾਂ 'ਤੇ ਡਿਊਟੀ ਗੁਰੂ ਗੋਬਿੰਦ ਸਿੰਘ ਜੀ ਆਪ ਹਾਜ਼ਰ ਹੋ ਕੇ ਦਿੰਦੇ ਸਨ। ਅਤੇ ਫਿਰ ਭਾਈ ਅਤਰ ਸਿੰਘ ਜੀ ਚਲੇ ਗਏ ਹਜ਼ੂਰ ਸਾਹਿਬ। ਹਜ਼ੂਰ ਸਾਹਿਬ ਜਾ ਕੇ ਪਹਿਲਾਂ 40 ਦਿਨ ਤਪੱਸਿਆ ਕੀਤੀ, ਫਿਰ ਲਗਾਤਾਰ ਮਹੀਨੇ ਤੋਂ ਅੱਗੇ ਤਪੱਸਿਆ ਵੱਧਦੀ ਲਗਾਤਾਰ 1 ਸਾਲ ਤੱਕ ਪਹੁੰਚ ਗਈ। ਭੋਰਿਆਂ 'ਚ ਵੜ ਕੇ ਵੀ ਤਪੱਸਿਆ ਕੀਤੀ, ਭੁੱਖੇ ਰਹਿ ਕੇ ਵੀ ਤਪੱਸਿਆ ਕੀਤੀ, ਪਾਣੀ 'ਚ ਖਲੋ ਕੇ ਵੀ ਤਪੱਸਿਆ ਕੀਤੀ। ਇਹ ਤਪੱਸਿਆ ਦਾ ਢੌਂਗ ਇੰਨਾ ਵਧਾਇਆ ਅਤੇ ਲੋਕ ਇਹਨੂੰ ਸਾਰਾ ਕੁਝ ਰੱਬ ਦਾ ਰੂਪ, ਗੁਰੂ ਨਾਨਕ ਦਾ ਅਵਤਾਰ, ਬਹੁਤ ਕੁਝ ਕਹਿਣ ਲੱਗ ਪਏ। ਅਸਲ ਦੇ ਵਿੱਚ ਸਰਕਾਰ ਅੰਗਰੇਜ਼ੀ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖੋਹ ਲਿਆ ਸੀ, ਸਿੱਖ ਹਾਰ ਗਏ ਸਨ ਅਤੇ ਇੱਧਰ ਮਾਲਵੇ ਦੇ ਰਾਜੇ ਪਹਿਲਾਂ ਹੀ ਅੰਗਰੇਜ਼ਾਂ ਦੇ ਅੱਗੇ ਆਪਣਾ ਰਾਜ ਸਮਰਪਣ ਕਰ ਚੁੱਕੇ ਸਨ ਅਤੇ ਇਹਨਾਂ ਦੇ ਅੱਗੇ ਹਾਰ ਮੰਨ ਚੁੱਕੇ ਸਨ। ਇਸੇ ਕਰਕੇ ਅੰਗਰੇਜ਼ਾਂ ਨੇ ਸਿੱਖਾਂ ਦੇ ਜੰਗਜੂ ਸੁਭਾਅ ਨੂੰ, ਲੜਾਕੇ ਸੁਭਾਅ ਨੂੰ ਖ਼ਤਮ ਕਰਨ ਵਾਸਤੇ ਸਾਧ ਸੰਤਾਂ ਦੇ ਟੋਲੇ ਪੈਦਾ ਕੀਤੇ। ਅਤਰ ਸਿੰਘ ਨਾਮ ਦੇ 5 ਸਾਧ ਮਾਲਵੇ ਦੇ ਵਿੱਚ ਪੈਦਾ ਹੋਏ। ਅਤਰ ਸਿੰਘ ਰੇਰੂ ਵਾਲਾ, ਅਤਰ ਸਿੰਘ ਘੁੰਨਸ ਵਾਲਾ, ਅਤਰ ਸਿੰਘ ਅਤਲੇ ਵਾਲਾ ਅਤੇ ਅਤਰ ਸਿੰਘ ਮਸਤੂਆਣੇ ਵਾਲਾ। ਇਸ ਤਰ੍ਹਾਂ 5 ਸਾਧ ਇੱਕੋ ਨਾਮ ਵਾਲੇ ਇਹ ਪੈਦਾ ਕੀਤੇ ਗਏ, ਭਾਵ ਕਿ ਇਹਨਾਂ ਦੇ ਨਾਮ ਅਤਰ ਸਿੰਘ ਰੱਖੇ ਗਏ। ਅਤੇ ਇਸ ਤਰ੍ਹਾਂ ਇਹਨਾਂ ਨੇ ਜੋ ਕੁਝ ਕੀਤਾ ਇਹਨਾਂ ਦੀਆਂ ਕਿਤਾਬਾਂ 'ਚੋਂ ਪੜ੍ਹਿਆ ਜਾ ਸਕਦਾ। ਅਤੇ ਇਹਨਾਂ ਨੇ ਜਦੋਂ 1911 ਦੇ ਵਿੱਚ ਜਾਰਜ ਪੰਚਮ ਨੇ ਦਿੱਲੀ ਦੇ ਵਿੱਚ ਆਪਣੀ ਰਾਜਧਾਨੀ ਦਾ ਉਦਘਾਟਨ ਕਰਨਾ ਸੀ, ਭਾਵ ਕਿ ਪਹਿਲਾਂ ਭਾਰਤ ਦੀ ਰਾਜਧਾਨੀ ਕਲਕੱਤਾ ਹੁੰਦੀ ਸੀ
ਤੇ ਕਲਕੱਤਾ ਤੋਂ ਬਦਲ ਕੇ ਦਿੱਲੀ ਲਿਆਂਦੀ ਗਈ ਸੀ। ਉੱਥੇ ਵੱਡੇ ਸਮਾਗਮ ਹੋਏ। ਭਾਰਤ ਦੇ ਵਿੱਚੋਂ ਸਾਰੇ ਅੰਗਰੇਜ਼ਾਂ ਦੇ ਗੁਲਾਮ ਰਾਜੇ ਮਹਾਰਾਜੇ ਤੇ ਅਮੀਰ ਵਜ਼ੀਰ ਉਹ ਸਾਰੇ ਹਾਜ਼ਰ ਹੋਏ ਤੇ ਹੋਰ ਤਾਂ ਜਿਹੜੇ ਹਾਜ਼ਰ ਹੋਏ ਪਰ ਇੱਕ ਸਾਧ ਇੱਕ ਸੰਤ ਭਾਈ ਅਤਰ ਸਿੰਘ ਉਹਨੂੰ ਕਿਉਂ ਸੱਦਾ ਪੱਤਰ ਆਇਆ, ਉਹਨੂੰ ਵੀ ਉੱਥੇ ਬੁਲਾਇਆ ਗਿਆ ਤੇ ਇਹਨੇ ਹਾਥੀ ਦੇ ਅਹੁਦੇ ਦੇ ਵਿੱਚ ਬੈਠ ਕੇ ਅੰਗਰੇਜ਼ਾਂ ਦੀ ਤਾਰੀਫ ਦੇ ਵਿੱਚ ਸ਼ਬਦਾਂ ਦੀ ਭੰਨ ਤੋੜ ਕਰਕੇ ਮੈਂ ਉਹ ਧਾਰਨਾਵਾਂ ਦਿੱਤੀਆਂ ਹੋਈਆਂ ਨੇ ਜਿਹੜੀਆਂ ਕਿ ਇਹਨਾਂ ਨੇ ਆਪਣੀਆਂ ਕਿਤਾਬਾਂ 'ਚ ਹਵਾਲੇ ਮਾਤਰ ਦਿੱਤੀਆਂ ਹੋਈਆਂ ਨੇ। ਤੋ ਇਸ ਤਰ੍ਹਾਂ ਉੱਥੇ ਅਰਦਾਸ ਵੀ ਕੀਤੀ ਗਈ। ਇਹ ਹੁਣ ਤਾਂ ਬਹੁਤ ਕੁਝ ਕਹੀ ਜਾਂਦੇ ਨੇ ਕਿ ਇਹਨੇ ਨਾਂ 'ਤੇ ਹੀ ਉਹਨਾਂ ਦੇ ਵਿਰੁੱਧ ਬੋਲੇ ਸੀ, ਕਿਤੇ ਵੀ ਉਸ ਪੁਰਾਣੀ ਕਿਤਾਬ ਦੇ ਵਿੱਚ ਵਿਰੁੱਧ ਬੋਲੇ ਦਾ ਕੋਈ ਵੀ ਹਵਾਲਾ ਨਹੀਂ ਮਿਲਦਾ। ਤੇ ਉਸ ਤੋਂ ਬਾਅਦ ਇਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਮੰਤਰ ਜਾਪ ਆਦਿਕ ਤਾਂ ਬਹੁਤ ਕਰਵਾਏ ਸਿੱਖਾਂ ਤੋਂ, ਨਾਮ ਤਾਂ ਬਹੁਤ ਜਪਾਏ, ਪਰ ਜਿਹੜਾ ਆਜ਼ਾਦੀ ਵਾਸਤੇ ਸਾਰੀ ਉਮਰ ਇੱਕ ਸ਼ਬਦ ਵੀ ਆਪਣੇ ਮੂੰਹੋਂ ਨਹੀਂ ਕੱਢਿਆ। ਇੱਕ ਪਾਸੇ ਤਾਂ ਬੱਬਰ ਅਕਾਲੀ ਲਹਿਰ ਲੜ ਰਹੀ ਸੀ, ਇੱਕ ਪਾਸੇ ਕਾਮਾ ਗਾਟਾ ਮਾਰੂ ਵਾਲੇ ਲੜ ਰਹੇ ਸਨ, ਇੱਕ ਪਾਸੇ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਅਤੇ ਹੋਰ ਜਿਹੜੇ ਆਜ਼ਾਦੀ ਦੀ ਲੜਾਈ ਲੜਨ ਵਾਲੇ ਯੋਧੇ ਸਨ, ਤੇ ਇੱਧਰੋਂ ਬਾਬਾ ਜੀ ਨਾਮ ਜਪਾ ਰਹੇ ਸਨ ਤੇ ਸਿਮਰਨ ਕਰਵਾ ਰਹੇ ਸਨ। ਤੇ ਇਹਨਾਂ ਦੇ ਚੇਲਿਆਂ ਨੇ ਤਾਂ ਬਾਬੇ ਦੇ ਮਰਨ ਤੋਂ ਬਾਅਦ ਵੀ ਬਹੁਤ ਕੁਝ ਅਜਿਹਾ ਪ੍ਰਚਾਰਿਆ ਕਿ ਇਹ ਬਾਬਾ ਤਾਂ ਮਰਨ ਤੋਂ ਬਾਅਦ ਵੀ ਜਦੋਂ ਸਿੱਖ ਬਹੁਤ ਜ਼ਿਆਦਾ ਉਦਾਸ ਹੋ ਗਏ ਤੇ ਉਸ ਉਦਾਸੀ ਤੋਂ ਬਚਣ ਵਾਸਤੇ ਇਹਨਾਂ ਦੇ ਅੱਖਾਂ ਮੀਟ ਕੇ ਅਰਦਾਸ ਕੀਤੀ ਤੇ ਬਾਬਾ ਅਤਰ ਸਿੰਘ ਫਿਰ ਹਾਜ਼ਰ ਹੋ ਗਿਆ ਤੇ ਇਹਨਾਂ ਨੂੰ ਧਰਵਾਸ ਦੇ ਕੇ ਗਿਆ ਕਿ ਮੈਂ ਅਸਿੱਧੇ ਰੂਪ ਦੇ ਵਿੱਚ ਸ਼ਹੀਦੀ ਪਾਈ ਹੈ ਤੇ ਮੇਰਾ ਹੁਣ ਸ਼ਹੀਦੀ ਪਾਉਣਾ ਜ਼ਰੂਰੀ ਸੀ। ਹਾਲਾਂਕਿ ਕੁਦਰਤੀ ਮੌਤ ਹੋਈ ਸੀ, ਪਰ ਉਹਨੂੰ ਵੀ ਇਹਦੇ ਚੇਲਿਆਂ ਨੇ ਆਪਣੀ ਕਿਤਾਬ ਦੇ ਵਿੱਚ ਸ਼ਹੀਦੀ ਦਾ ਰੁਤਬਾ ਦਿੱਤਾ ਹੋਇਆ ਤੇ ਨਾਲ ਬਾਬਾ ਇਹਨਾਂ ਨੂੰ ਕਹਿੰਦਾ ਦਰਸਾਇਆ ਕਿ ਜਦੋਂ ਵੀ ਤੁਸੀਂ ਯਾਦ ਕਰੋਗੇ ਮੈਂ ਹਾਜ਼ਰ ਹੋਵਾਂਗਾ ਤੇ ਮੈਂ ਸਦਾ ਤੁਹਾਡੇ ਅੰਗ ਸੰਗ ਹੋਵਾਂਗਾ। ਤੇ ਗੁਰੂ ਪਿਆਰ ਵਾਲਿਓ, ਇਸ ਤਰ੍ਹਾਂ ਦੀਆਂ ਇਹ ਸਾਰੀਆਂ ਕਹਾਣੀਆਂ ਇਹਨਾਂ ਨੇ ਇਹਦੇ ਨਾਲ ਜੋੜੀਆਂ ਹੋਈਆਂ ਨੇ। ਇੱਕ ਵਾਰੀ ਬਹੁਤ ਵੱਡਾ 1914 ਦੇ ਵਿੱਚ ਸਿੱਖ ਐਜੂਕੇਸ਼ਨ ਕਾਨਫਰੰਸ ਹੋਈ। ਉਹਦੀ ਪ੍ਰਧਾਨਗੀ ਬਾਬਾ ਅਤਰ ਸਿੰਘ ਨੂੰ ਦਿੱਤੀ ਗਈ। ਵਿਦਵਾਨਾਂ ਨੇ ਉਸ ਭਰਵੇਂ ਇਕੱਠ ਵਿੱਚ ਭਾਈ ਅਤਰ ਸਿੰਘ ਨੇ ਜੋ ਪ੍ਰਧਾਨਗੀ ਭਾਸ਼ਣ ਦਿੱਤਾ ਉਹ ਇਹ ਸੀ। ਭਾਈ ਅਤਰ ਸਿੰਘ ਜੀ ਕਹਿ ਰਹੇ ਨੇ, ਸਾਧ ਸੰਗਤ ਜੀ, ਅਸੀਂ ਸਾਰੇ ਇਹੋ ਚਾਹੁੰਦੇ ਹਾਂ ਕਿ ਖਾਲਸਾ ਪੰਥ ਦਿਨ ਦੂਣੀ ਰਾਤ ਚੌਗੁਣੀ ਤਰੱਕੀ ਕਰੇ, ਪਰ ਪ੍ਰੇਮੀਓ ਇਹ ਤਰੱਕੀ ਉਸ ਦਿਨ ਹੋਵੇਗੀ ਜਦ ਅੰਮ੍ਰਿਤ ਵੇਲੇ ਸਵਾ ਪਹਿਰ ਦੇ ਤੜਕੇ 3 ਵਜੇ ਪਿੰਡ ਪਿੰਡ ਨਗਰ ਨਗਰ ਕਸਬੇ ਕਸਬੇ ਅਤੇ ਸ਼ਹਿਰ ਸ਼ਹਿਰ ਦੀਆਂ ਖੂਹੀਆਂ ਸਾਧ ਸੰਗਤ ਦੇ ਡੋਲ ਖੜਕਣਗੇ ਅਤੇ ਸਤਨਾਮ ਦੀ ਧੁਨੀ ਵੱਜੇਗੀ, ਉਦੋਂ ਸਾਡੀ ਚੜ੍ਹਦੀ ਕਲਾ ਹੋਵੇਗੀ। ਅਗਲਾ ਪੁਆਇੰਟ ਇਹਨੇ ਰੱਖਿਆ, ਜਿਸ ਦਿਨ ਸਾਰੇ ਗੁਰੂ ਖਾਲਸੇ ਦਾ ਇੱਕੋ ਹੀ ਖਜ਼ਾਨਾ ਹੋਵੇਗਾ ਅਤੇ ਗੁਰੂ ਦੀ ਸੰਗਤ ਆਪਣੇ ਦਸਵੰਧ ਅਤੇ ਕਾਰ ਭੇਟ ਇਸ ਖਜ਼ਾਨੇ ਵਿੱਚ ਜਮ੍ਹਾਂ ਕਰਾਉਣਗੀਆਂ, ਉਦੋਂ ਖਾਲਸੇ ਦੀ ਚੜ੍ਹਦੀ ਕਲਾ ਹੋਵੇਗੀ। ਪੰਥ ਦੇ ਸਾਰੇ ਅੰਗ ਨਾਮ ਜਪਣ ਅਤੇ ਹਰੀ ਕੀਰਤਨ ਨੂੰ ਮੁੱਖ ਕਾਰ ਸਮਝਣ, ਆਪਣੇ ਸਾਰੇ ਕਾਰੋਬਾਰ ਗੁਰਮੁਖੀ ਅੱਖਰਾਂ ਦੁਆਰਾ ਚਲਾਉਣ ਤੇ ਫਿਰ ਖਾਲਸੇ ਦੀ ਚੜ੍ਹਦੀ ਕਲਾ ਹੋਵੇਗੀ। ਇਹ ਸਾਰਾ ਕੁਝ ਜਦੋਂ ਵਿਦਵਾਨਾਂ ਦਾ ਇਕੱਠ ਹੋਇਆ ਸੀ, ਉਹਦੇ ਵਿੱਚ ਭਾਈ ਅਤਰ ਸਿੰਘ ਜੀ ਵਿਦਵਾਨਾਂ ਨੂੰ ਸੰਬੋਧਨ ਕਰ ਰਹੇ ਸਨ। ਤੇ ਇਸੇ ਤਰ੍ਹਾਂ ਭਾਈ ਅਤਰ ਸਿੰਘ ਨੇ ਹਿੰਦੂ ਯੂਨੀਵਰਸਿਟੀ ਬਨਾਰਸ ਦੇ ਵਿੱਚ 14 ਲੱਖ ਰੁਪਈਆ 1914 ਦੇ ਵਿੱਚ, ਉਦੋਂ ਦਾ 14 ਲੱਖ ਰੁਪਈਆ ਅੱਜ ਦੇ ਸ਼ਾਇਦ ਅਰਬਾਂ ਤੋਂ ਵੀ ਵੱਧ ਹੋਵੇਗਾ। ਉਦੋਂ 14 ਲੱਖ ਰੁਪਈਆ ਸਿੱਖਾਂ ਕੋਲੋਂ, ਆਮ ਸਿੱਖਾਂ ਕੋਲੋਂ ਘੱਟ ਜਾਂ ਵੱਧ, ਰਾਜਿਆਂ ਕੋਲੋਂ ਹੋਰ ਜ਼ਿਆਦਾ, ਅਮੀਰਾਂ ਕੋਲੋਂ ਪੈਸਾ ਇਕੱਠਾ ਕਰਕੇ ਉਸ ਯੂਨੀਵਰਸਿਟੀ ਦੀ ਉਸਾਰੀ ਵਾਸਤੇ 14 ਲੱਖ ਰੁਪਈਆ ਉੱਥੇ ਦਿੱਤਾ ਗਿਆ। ਤੇ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਬਕਾਇਦਾ ਇਹਦੇ ਹਵਾਲੇ ਵੀ ਦਿੱਤੇ ਹੋਏ ਨੇ। ਨਾਲ ਇਹ ਵੀ ਕਿਹਾ ਕਿ ਬਹੁਤ ਲੰਮੇ ਸਮੇਂ ਤੱਕ ਉੱਥੇ ਇਹਨਾਂ ਦਾ ਰੱਖਿਆ ਹੋਇਆ ਨੀਂਹ ਪੱਥਰ ਦਾ ਯਾਦ ਪਹਿਲਾਂ ਰਹੇਗੀ ਸੀ, ਉਪਰੰਤ ਉਹ ਪੱਥਰ ਵੀ ਉੱਥੋਂ ਪੁੱਟ ਦਿੱਤਾ ਗਿਆ। ਅੱਜ ਉੱਥੇ ਬਨਾਰਸ ਯੂਨੀਵਰਸਿਟੀ 'ਚ ਬਾਬਾ ਅਤਰ ਸਿੰਘ ਦੇ ਨਾਮ ਵਾਲਾ ਨੀਂਹ ਪੱਥਰ ਵੀ ਨਹੀਂ ਰਿਹਾ। ਤੋ ਇਸ ਤਰ੍ਹਾਂ ਇਹ ਸਾਰਾ ਕੁਝ ਬਾਬਾ ਜੀ ਕਰ ਰਹੇ ਸਨ। ਤੇ ਫਿਰ ਮੀਟ ਸਾਰੇ ਸਿੱਖ ਆਮ ਤੌਰ 'ਤੇ ਖਾਂਦੇ ਸਨ। ਇਹਨਾਂ ਨੇ ਪਹਿਲੀ ਵਾਰੀ ਆ ਕੇ ਜਦੋਂ ਇਹਨਾਂ ਨੂੰ ਕਿਸੇ ਨੇ ਘਰੇ ਸੱਦਣਾ ਪ੍ਰਸ਼ਾਦਾ ਛਕਾਉਣ ਵਾਸਤੇ, ਤਾਂ ਇਹ ਕਹਿਣਾ ਕਿ ਭਾਈ ਮੀਟ ਮਾਸ ਨਾ ਖਾਇਆ ਕਰੋ, ਭਾਵ ਕਿ ਇਹਨੂੰ ਵੀ ਪਰੋਸ ਕੇ ਲੋਕੀ ਮੀਟ ਅੱਗੇ ਰੱਖ ਦਿੰਦੇ ਸੀ
पर इन्हें सब तो पहली बारी मीट का विरोध किया, भाव के साडे विच बहादरी का, ताकत का कोई अंश बाकी ना रह जाए। इहो जिहा संतपुणा ये बहुत फैलाया, तो बाकी संतां ने भी आपो अपने कारनामे कीते। ते संतां दे बारे गुरबाणी जो कुछ कहती है वो तो सिखां ने सुनिया ही नहीं, पढ़िया ही नहीं, बस दो चार पंक्तियां कितों सुन लईआं, उसे ते रट्टा मार लिया। मैं ये पुछना चाहुंदा कि की सिख अखवाउणा अपमान है? सिख अखवा के की साडी बेइज्जती हुंदी है? कि गुरु साहब ने सानू सिख नहीं बनाया? कि अरदास दे विच दो बारी सिखां नू सिੱਖੀ दान केस दान कह के सिखां दा सन्मान नहीं किया गया? तो ये सारा कुछ जिन्हां ਸਿੰਘਾਂ ਸਿੰਘਣੀਆਂ ने धर्म हेत सीस दिते, ये शब्द सिखां वास्ते नहीं आया। साधां साधनियां दा कोई जिक्र अरदास दे विच नहीं है, कोई प्रशंसा नहीं है गुरबाणी दे विच। ये सारा कुछ साडे मत्थे बाद दे विच मढ़िया गया ताकि असीं भटक जाइए, गुरु नूं भुल जाइए, गुरबाणी नूं छड्ड दईए, कच्चियां धारनावां सुणीए, साधां दे पैरीं पईए। ते जिहड़े साध आदिक अखवाउण वाले ने उन्हां नूं संत ब्रह्म ज्ञानी 108 1008 विद्या मारतंड ये कह के अपनियां पग्गां अपनियां दाड़ियां उन्हां दे पैरां ते रख दईए, उन्हां दे पैरां ते मत्थे टेकीए। इस राह ते सानूं इन्हां साधां ने पा दित्ता होया। जागण दा वेला है ते हुण तां आपां जाग जाइए कि अज तां सच्चे सुच्चे जीवन वाले परोपकारी सिख बन जाइए, ते नहीं तां आपां बहुत भटक चुके हां। गुरबाणी कहंदी है, भलो कबीर दास दासन को उत्तम सैन जन नाई, ऊच ते ऊच नाम देओ समदर्शी, रविदास ठाकुर बन आई, जियो पिंड तन धन साधन का, ए मन संत रनाई, संत प्रताप भरम सब नासे, नानक मिले गुसाई। गुरु साहब तां इत्थे परमात्मा नूं संत कह रहे ने, व्यक्ति नूं नहीं कह रहे। बहुत कुछ इहो जिहा साडे पल्ले पै गया गुरबाणी दे विस्तार दे नाल जदों अर्थ किते पढ़ीए, संत किहड़े किहड़े अर्थां च आया। मैं अपनी किताब जिन्हां नाम जपिया तिन्हां ते गवाही उहदे विच सारा मैटर पाया होया है। उम्मीद है तुहानूं ये किताब पढ़ के सारियां गल्लां दे जवाब मिल जाणगे। सवाल नंबर 182 भाई तहबर सिंह बठिंडा तो। इन्हां दा सवाल है, सभो भज्जै आसरा, चूकै सब असराओ, चित आवै उस पार ब्रह्म, लगै न तत्ती वाओ। इस शब्द का की भाव है? मैं पहला भी बहुत बारी बेनती कर चुकिया कि किसी एक पंक्ति नूं चुक के कदे भी स्पष्ट जवाब तुहानूं नहीं मिलेगा, उलझेवां बनेगा। इस करके आप खुद कदी खेचल करके वो शब्द कढ़ के सारा पोथी दे विचों पढ़ लिया करो, ताकि असीं किते गलत राह ना पै जाइए, गुरबाणी दे गलत अर्थ ना कर लईए। साधा संतां आदिक ने प्रचारकां ने अजिहे ही राह सानूं पा दिता है। वो कोई एक पंक्ति पढ़ के सुना दिंदे ने ते असीं सिर सुट के उहनूं मन लैने आ, सुन लैने आ कि शायद इसे तरह दी अर्थ होणगे। इत्थे जदों ये सारा शब्द पढ़ीए, पन्ना नंबर 70 दे उत्ते सुभाएमान है, पंजवें पातशाह दा श्री राग दे विच ये शब्द है। बहुत लम्मा शब्द है, लगभग एक पूरे पन्ने ते ये फैलिया होया है। गुरु साहब इत्थे कह रहे ने, पहला रहाओ वाले बंद नूं आपां पढ़ लईए। साहिब निताणिया का ताण, वो अकाल पुरख वाहिगुरू उहदा बनाया नियम, वो सारिਆਂ ਨੂੰ अगवाई दिंदा है, सेध दिंदा है, शक्ति दिंदा है, वो चंगे राह पाउंदा है। ते असीं इस नूं गुरु तो मत लैके, भाव के जो गुरु ने सानूं ज्ञान दिता है वो ज्ञान लैके चंगी जिंदगी बतीत करनी है, मुश्किलां ते काबू पाउणा है। साहिब निताणिया का ताण, हुण निताणिया का ताण दा भाव है इस देश दे विच रहण वाले लोग पूरी तरह निताणे हो चुके सन। कोई उन्हां दी सहायता वाला, उन्हां नूं राह पाउण वाला, मदद करन वाला कोई भी नहीं सी। बस एक रब ते ही भरोसा करवा के गुरु साहब उन्हां नूं हौसला दे सकते सन। साहिब निताणिया का ताण, आए ना जाई थिर सदा, गुर शब्दी सच जान, गुर शब्दी सच जान। ਇਹ ਜਿਹੜੀ ਗੱਲ है ना, रहाओ वाले बंद दे विच इहनूं बार बार अपने दिमाग विच बिठा लैना है। आए ना जाई थिर सदा, उस रब ने कितों आउणा नहीं, किते जाना नहीं, वो सदा थिर है, साडे विच समाया होया है। उहदी समझ किवें आउंदी है? विद्या दे नाल, ज्ञान दे नाल, अकल दे नाल, शब्द दे नाल। गुरु ने जो ज्ञान दिता है
ਉਹ ਸਾਡਾ ਗੁਰੂ ਹੈ ਤੇ ਅਸੀਂ ਉਸ ਗਿਆਨ ਰੂਪੀ ਗੁਰੂ ਤੋਂ ਸੇਧ ਲੈ ਕੇ ਜ਼ਿੰਦਗੀ ਚੰਗੇ ਢੰਗ ਦੀ ਜਿਉ ਸਕਦੇ ਹਾਂ, ਗੁਲਾਮੀ ਨੂੰ ਤੋੜ ਸਕਦੇ ਹਾਂ, ਬਿਮਾਰੀਆਂ ਕੱਟ ਸਕਦੇ ਹਾਂ, ਸਮਾਜ ਦੇ ਵਿੱਚ ਬਹੁਤ ਕੁਝ ਜਿਹੜਾ ਗਲਤ ਹੋ ਰਿਹਾ ਉਹਨੂੰ ਬਦਲ ਸਕਣ ਦੀ ਯੋਗਤਾ ਆਪਣੇ ਅੰਦਰ ਪੈਦਾ ਕਰ ਸਕਦੇ ਹਾਂ। ਇਹ ਸੀ ਰਹੋ ਵਾਲਾ ਬੰਦ। ਪਹਿਲੇ ਹਿੱਸੇ ਵਿੱਚ ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੀ ਭੱਜ ਖਲੇ। ਹੁਣ ਇੱਥੇ ਗੁਰੂ ਸਾਹਿਬ ਇੱਕ ਇੱਕ ਪੰਕਤੀ ਦੇ ਵਿੱਚ ਦੱਸ ਰਹੇ ਨੇ, ਜਿਹੜੇ ਇਨਸਾਨ ਨੂੰ ਬਹੁਤ ਮੁਸ਼ਕਲ ਬਣ ਜਾਵੇ ਅਤੇ ਕਿਤੋਂ ਵੀ ਉਹਦਾ ਮਦਦਗਾਰ ਕੋਈ ਨਾ ਬੌੜੇ, ਸਾਰੇ ਪਾਸੇ ਦੁਸ਼ਮਣ ਹੀ ਨਜ਼ਰ ਆਉਣ ਅਤੇ ਰਿਸ਼ਤੇਦਾਰ ਵੀ ਧੋਖਾ ਦੇ ਜਾਣ, ਸਭੋ ਭੱਜੈ ਆਸਰਾ ਚੂਕੈ ਸਭ ਅਸਰਾਓ, ਸਾਰੇ ਆਸਰੇ ਖਤਮ ਹੋ ਜਾਣ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਜੇ ਪ੍ਰਭੂ ਪਰਮਾਤਮਾ ਨੂੰ ਯਾਦ ਰੱਖੇ, ਉਹਦੇ ਨਿਯਮਾਂ ਨੂੰ ਗੁਣਾਂ ਨੂੰ ਧਾਰਨ ਕਰ ਲਵੇ ਤਾਂ ਇੰਨੀਆਂ ਮੁਸ਼ਕਲਾਂ ਹੋਣ ਦੇ ਬਾਵਜੂਦ ਵੀ ਉਹ ਬਚ ਸਕਦਾ ਹੈ, ਉਹਨੂੰ ਤੱਤੀ ਵਾਹ ਨਹੀਂ ਲੱਗੇਗੀ। ਜੇ ਕੋ ਹੋਵੈ ਦੁਬਲਾ ਨੰਗ ਭੁੱਖ ਕੀ ਪੀਰ, ਜੇ ਕੋਈ ਕਮਜ਼ੋਰਾ ਹੋਵੇ, ਗਰੀਬ ਹੋਵੇ, ਦਮੜਾ ਪੱਲੇ ਨਾ ਪਵੈ, ਨਾ ਕੋ ਦੇਵੈ ਧੀਰ, ਉਹਨੂੰ ਕਿਤੋਂ ਮੰਗਿਆਂ ਵੀ ਪੈਸਾ ਨਾ ਮਿਲੇ, ਉਹਨੂੰ ਧੀਰਜ ਦੇਣ ਵਾਲਾ ਵੀ ਕੋਈ ਨਾ ਹੋਵੇ, ਸਵਾਰਥ ਸੁਆਓ ਨਾ ਕੋ ਕਰੇ, ਨਾ ਕਿਛ ਹੋਵੈ ਕਾਜ, ਜਿਹਦਾ ਕਾਰਜ ਸੰਵਾਰਨ ਵਾਲਾ ਮਦਦਗਾਰ ਕੋਈ ਵੀ ਨਾ ਹੋਵੇ ਅਤੇ ਸਾਰੇ ਕਾਰਜ ਜਿਹਦੇ ਵਿਗੜ ਰਹੇ ਹੋਣ, ਅਧੂਰੇ ਹੋਣ, ਅਤੇ ਮਹਾਰਾਜ ਕਹਿੰਦੇ ਨੇ ਪੰਜਵੇਂ ਪਾਤਸ਼ਾਹ, ਚਿੱਤ ਆਵੈ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੈ ਰਾਜ। ਜੇ ਇਹੋ ਜਿਹੀਆਂ ਮੁਸ਼ਕਲਾਂ ਦੇ ਵਿੱਚ ਵੀ ਉਹ ਇਨਸਾਨ ਅਡੋਲ ਰਹੇ, ਸਿਆਣਪ ਵਰਤ ਕੇ ਇਹਨਾਂ ਮੁਸ਼ਕਲਾਂ 'ਤੇ ਫਤਿਹ ਪਾਵੇ ਤਾਂ ਰਾਜ ਦੀ ਪ੍ਰਾਪਤੀ ਵੀ ਕਰ ਸਕਦਾ ਹੈ। ਡਰਨਾ ਨਹੀਂ, ਡੋਲਣਾ ਨਹੀਂ। ਜਾਂ ਕਉ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਜਿਹੜਾ ਚਿੰਤਾ 'ਚ ਡੁੱਬਿਆ ਹੋਵੇ ਅਤੇ ਜਿਹੜੇ ਦਾ ਸਰੀਰ ਵੀ ਰੋਗੀ ਹੋ ਜਾਵੇ, ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਬਹੁਤ ਸਾਰੀਆਂ ਜ਼ਿੰਮੇਵਾਰੀਆਂ ਪਰਿਵਾਰ ਦੀਆਂ ਪੈ ਗਈਆਂ, ਕਦੇ ਖੁਸ਼ ਹੁੰਦਾ ਕਦੇ ਦੁਖੀ ਹੁੰਦਾ, ਗੌਣ ਕਰੇ ਚੌਕੁੰਟ ਕਾ ਘੜੀ ਨਾ ਬੈਸਣ ਸੋਏ, ਚਾਰੇ ਪਾਸੇ ਘੁੰਮਦਾ ਫਿਰ ਰਿਹਾ, ਟਿਕਣ ਦਾ ਕੋਈ ਮੌਕਾ ਨਹੀਂ ਮਿਲ ਰਿਹਾ, ਚਿੱਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਜੇ ਪ੍ਰਭੂ ਪਰਮਾਤਮਾ ਦੇ ਨਿਯਮਾਂ ਨੂੰ ਯਾਦ ਰੱਖੇ, ਅਕਲਮੰਦ ਹੋਵੇ ਤਾਂ ਇਹ ਭਟਕਣਾ ਸਾਰੀ ਉਹਦੀ ਮੁੱਕ ਜਾਵੇ, ਤਾਂ ਉਹਦਾ ਮਨ ਤਨ ਸ਼ਾਂਤ ਹੋ ਜਾਵੇ। ਇਹ ਸ਼ਬਦ ਬਹੁਤ ਲੰਮਾ ਹੈ, ਮੈਂ ਸਾਰੇ ਸ਼ਬਦ ਦੇ ਅਰਥ ਤੁਹਾਡੇ ਸਾਹਮਣੇ ਨਹੀਂ ਰੱਖਾਂਗਾ ਕਿਉਂਕਿ ਸਮਾਂ ਜ਼ਿਆਦਾ ਲੱਗਦਾ ਹੈ। ਤੁਸੀਂ 70 ਪੰਨੇ 'ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ੍ਰੀ ਰਾਗ ਦਾ ਇਹ ਸ਼ਬਦ ਆਪ ਪੜ੍ਹ ਲਿਓ। ਇਹਦੇ ਵਿੱਚ ਸਾਨੂੰ ਕਮਜ਼ੋਰ ਲੋਕਾਂ ਨੂੰ, ਡਰਪੋਕ ਲੋਕਾਂ ਨੂੰ, ਬਿਮਾਰ ਲੋਕਾਂ ਨੂੰ, ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੈ, ਹੌਸਲਾਹੀਣ ਨੇ, ਚਾਰੇ ਪਾਸਿਓਂ ਘਿਰੇ ਹੋਏ ਨੇ, ਗੁਲਾਮ ਬਣ ਚੁੱਕੇ ਨੇ, ਉਹਨਾਂ ਨੂੰ ਪੁਜਾਰੀ ਤਬਕੇ ਨੇ ਗੁਲਾਮ ਬਣਾ ਲਿਆ ਹੋਇਆ ਹੈ, ਉਹਨਾਂ ਨੂੰ ਨਰਕਾਂ ਸੁਰਗਾਂ ਤੋਂ ਡਰਾਇਆ ਹੋਇਆ ਹੈ, ਉਹਨੂੰ ਗਰੀਬੀ ਸਤਾ ਰਹੀ ਹੈ, ਭੁੱਖ ਨੰਗ ਹੈ, ਚਾਰੇ ਪਾਸੇ ਉਹ ਘਿਰੇ ਹੋਏ ਨੇ। ਅਤੇ ਉਸ ਘਿਰੀ ਹੋਈ ਹਾਲਤ ਦੇ ਵਿੱਚੋਂ ਗੁਰੂ ਸਾਹਿਬ ਸਾਨੂੰ ਦਲੇਰੀ ਨਾਲ ਅਤੇ ਸਿਆਣਪ ਨਾਲ ਬਾਹਰ ਕੱਢਣਾ ਚਾਹੁੰਦੇ ਨੇ ਕਿ ਐ ਮੇਰੇ ਬੱਚਿਓ, ਕਿਤੇ ਡੋਲ ਨਾ ਜਾਇਓ, ਘਬਰਾ ਨਾ ਜਾਇਓ, ਮੁਸ਼ਕਲਾਂ ਬਹੁਤ ਆਉਣਗੀਆਂ, ਤੁਹਾਡੇ 'ਤੇ ਮੁਸੀਬਤਾਂ ਦੇ ਪਹਾੜ ਟੁੱਟ ਪੈਣਗੇ ਅਤੇ ਤੁਸੀਂ ਕਦੇ ਵੀ ਡਰਨਾ ਨਹੀਂ, ਘਬਰਾਉਣਾ ਨਹੀਂ। ਉਹਨਾਂ ਮੁਸੀਬਤਾਂ 'ਤੇ ਫਤਿਹ ਪਾਉਣ ਦੀ ਆਪਣੇ ਅੰਦਰ ਯੋਗਤਾ ਹਾਸਲ ਕਰਨੀ ਹੈ। ਤੁਸੀਂ ਤਾਂ ਹੀ ਇੱਥੇ ਧਰਤੀ ਦੇ ਉੱਤੇ ਜਿਉਂਦੇ ਰਹਿ ਸਕੋਗੇ, ਨਹੀਂ ਤਾਂ ਚਾਰੇ ਪਾਸੇ ਤੁਹਾਨੂੰ ਖਾਣ ਵਾਲੇ, ਲੁੱਟਣ ਵਾਲੇ, ਵੱਢਣ ਵਾਲੇ, ਗੁਲਾਮ ਬਣਾ ਲੈਣ ਵਾਲੇ ਬਹੁਤ ਲੋਕ ਨੇ, ਤੁਹਾਡਾ ਸਭ ਕੁਝ ਖੋਹ ਲੈਣ ਵਾਲੇ। ਜੇ ਤੁਸੀਂ ਆਖੇ ਨਹੀਂ ਲੱਗਦੇ ਤਾਂ ਤੁਹਾਨੂੰ ਕਤਲ ਕਰਨ ਵਾਲੇ ਵੀ ਇੱਥੇ ਬੈਠੇ ਹੋਏ ਨੇ। ਤੁਸੀਂ ਸਿਆਣੇ ਬਣੋ, ਸਮਝਦਾਰ ਬਣੋ, ਵਿਦਵਾਨ ਬਣੋ, ਹਿੰਮਤੀ ਬਣੋ, ਦਲੇਰ ਬਣੋ, ਤਾਂ ਤੁਹਾਡੀਆਂ ਇਹ ਮੁਸ਼ਕਲਾਂ ਦੂਰ ਹੋਣਗੀਆਂ। ਤੁਹਾਡੇ ਨਾਲ ਕੋਈ ਵੀ ਨਹੀਂ ਹੈ ਬੇਸ਼ੱਕ, ਅਤੇ ਪ੍ਰਭੂ ਪਰਮਾਤਮਾ 'ਤੇ ਟੇਕ ਰੱਖ ਕੇ, ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਆਪਣੇ ਅੰਦਰ ਹਿੰਮਤ ਹੌਸਲਾ ਪੈਦਾ ਕਰਨਾ ਹੈ। ਕਦੇ ਵੀ ਢਹਿੰਦੀ ਕਲਾ 'ਚ ਨਹੀਂ ਜਾਣਾ। ਜੇ ਤੁਸੀਂ ਸਿਆਣਪ ਦੇ ਨਾਲ ਜ਼ਿੰਦਗੀ ਜੀਵੋਗੇ ਤਾਂ ਸਫਲਤਾਵਾਂ ਤੁਹਾਡੇ ਕਦਮ ਚੁੰਮਣਗੀਆਂ। ਸਵਾਲ ਨੰਬਰ 183 ਭਾਈ ਤੈਬਰ ਸਿੰਘ ਬਠਿੰਡਾ ਤੋਂ। ਅਗਲਾ ਸਵਾਲ ਹੈ ਇਹਨਾਂ ਦਾ, ਦਸਮ ਦੁਆਰ ਬਾਰੇ ਚਾਨਣਾ ਪਾਓ ਜੀ। ਗੁਰਬਾਣੀ ਦੇ ਵਿੱਚ ਦਸਮ ਦੁਆਰ ਦਾ ਬਹੁਤ ਵਾਰੀ ਜ਼ਿਕਰ ਆਇਆ, ਸਟੇਜਾਂ ਦੇ ਉੱਤੇ ਵੀ ਹਵਾਲੇ ਦੇ ਕੇ ਸਾਨੂੰ ਪ੍ਰਭਾਵਿਤ ਕੀਤਾ ਜਾਂਦਾ ਕਿ ਦੇਖੋ ਜੀ ਦਸਵਾਂ ਦੁਆਰ ਖੁੱਲ੍ਹ ਜਾਂਦਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੀਏ ਤਾਂ ਜਿਹੜੇ ਪੁੱਠੇ ਲੇਖ ਨੇ ਉਹ ਸਿੱਧੇ ਹੋ ਜਾਂਦੇ ਨੇ, ਅਤੇ ਜਦੋਂ ਤੁਸੀਂ ਭਗਤੀ ਕਰੋਗੇ, ਤਪੱਸਿਆ ਕਰੋਗੇ ਅਤੇ ਇਸ ਤਰ੍ਹਾਂ ਦੇ ਚਲੀਹੇ ਕੱਟੋਗੇ
ਤਾਂ ਤੁਹਾਡਾ 10ਵਾਂ ਦੁਆਰ ਖੁੱਲ੍ਹ ਜਾਵੇਗਾ। ਇਹ ਪੁਰਾਤਨ ਸਾਧਾਂ ਜੋਗੀਆਂ ਦੇ ਵਿੱਚ ਅਤੇ ਹੋਰ ਜਿਹੜੇ ਪਰੰਪਰਾਵਾਦੀ ਲੋਕ ਸਨ ਉਹਨਾਂ ਦੇ ਵਿੱਚ ਭਗਤੀ ਦਾ ਜਾਲ ਫੈਲਿਆ ਹੋਇਆ ਸੀ। ਸਾਰੀ ਜ਼ਿੰਦਗੀ ਉਹ ਬਰਬਾਦ ਕਰ ਲੈਂਦੇ ਸਨ, ਪਰ 10ਵਾਂ ਦੁਆਰ ਫਿਰ ਵੀ ਨਹੀਂ ਸੀ ਖੁੱਲ੍ਹਦਾ। 10ਵਾਂ ਦੁਆਰ ਕੀ ਹੈ? ਇਹ ਹੈ ਅਕਲ, ਇਹ ਹੈ ਗਿਆਨ, ਇਹ ਹੈ ਸਾਡਾ ਦਿਮਾਗ। ਕਿਉਂਕਿ ਗੁਰਬਾਣੀ ਦੇ ਵਿੱਚ ਦਿਮਾਗ ਸ਼ਬਦ ਦੀ ਵਰਤੋਂ ਨਹੀਂ ਹੋਈ, ਉਦੋਂ ਇਹ ਆਮ ਬੋਲ ਚਾਲ ਦੇ ਵਿੱਚ ਵਰਤਿਆ ਨਹੀਂ ਸੀ ਜਾਂਦਾ ਸ਼ਬਦ। ਉਦੋਂ ਦਿਮਾਗ ਨੂੰ ਕਿਤੇ ਮਨ, ਕਿਤੇ ਹਿਰਦਾ, ਕਿਤੇ ਦਿਲ, ਕਿਤੇ ਆਤਮਾ, ਕਿਤੇ ਜਿੰਦ ਜਾਨ, ਇਹ ਸਾਰਾ ਕੁਝ ਹੋਰ ਸ਼ਬਦ ਵਰਤ ਲਏ ਜਾਂਦੇ ਸਨ, ਪਰ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿਮਾਗ ਸ਼ਬਦ ਦੀ ਵਰਤੋਂ ਨਹੀਂ ਹੋਈ। ਇਹ ਬਾਅਦ ਦੀ ਕਾਢ ਹੈ ਜਿਹੜਾ ਕਿ ਸਾਡੇ ਵਿੱਚ ਆਮ ਪ੍ਰਚਲਿਤ ਹੋ ਗਿਆ ਹੈ। ਹੁਣ 10ਵਾਂ ਦੁਆਰ ਹੈ ਜਿਹੜਾ, ਇਹਦਾ ਭਾਵਨਾ ਕੀ ਹੈ ਕਿ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਹੁਣ 9 ਦੁਆਰੇ ਕਿਹੜੇ ਨੇ? ਇਹ ਆਮ ਤੌਰ 'ਤੇ 2 ਅੱਖਾਂ, 2 ਕੰਨ, 2 ਸਾਡੇ ਨੱਕ ਦੀਆਂ ਨਾਸਾਂ ਅਤੇ 1 ਮੂੰਹ। ਇਸ ਤਰ੍ਹਾਂ ਸਾਡੇ 2 ਗੁਪਤ ਅੰਗ, ਗੁਦਾ ਆਦਿਕ, ਇਹ ਸਾਰੇ ਮੰਨ ਲਏ ਜਾਂਦੇ ਨੇ ਕਿ ਇਹ ਨੇ ਸਾਡੇ 9 ਦੁਆਰੇ। ਅਤੇ 10ਵਾਂ ਕਿਹੜਾ ਹੈ? ਉਹ ਹੈ ਸਾਡਾ ਹਲੇ ਛੁਪਿਆ ਹੋਇਆ ਹੈ ਅਤੇ ਉਹਨੂੰ ਖੋਲ੍ਹਣਾ ਹੈ। ਅਤੇ ਜਿਹੜੇ ਅੱਖਾਂ ਖੁੱਲ੍ਹੀਆਂ ਹੋਈਆਂ ਨੇ ਇਹਦੀ ਵਰਤੋਂ ਵੀ ਇਨਸਾਨ ਨਹੀਂ ਕਰਦਾ। ਜਿਹੜੇ ਜ਼ਬਾਨ ਚੱਲ ਰਹੀ ਹੈ, ਕੰਮ ਕਰਦੀ ਹੈ, ਇਹਦੀ ਵੀ ਚੰਗੀ ਵਰਤੋਂ ਨਹੀਂ ਕਰਦਾ। ਕੰਨਾਂ ਦੇ ਨਾਲ ਚੰਗਾ ਸੁਣਨਾ, ਇਹਦੀ ਵੀ ਚੰਗੀ ਵਰਤੋਂ ਨਹੀਂ ਕਰ ਰਿਹਾ। ਬਸ 10ਵਾਂ ਦੁਆਰ ਖੋਲ੍ਹਣ 'ਤੇ ਸਾਰਾ ਜ਼ੋਰ ਲਾ ਦਿੱਤਾ ਅਤੇ ਜ਼ਿੰਦਗੀ ਬਰਬਾਦ ਹੋ ਗਈ। ਬਹੁਤ ਸਾਰੇ ਸਾਡੇ ਭਰਾ ਇਸ ਤਰ੍ਹਾਂ ਦੇ ਰਾਹ ਪਏ ਅੱਜ ਵੀ ਵੇਖੇ ਜਾ ਸਕਦੇ ਨੇ। ਅਤੇ ਮੈਂ ਤਾਂ ਹੋਰ ਵੀ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ, ਇਹ 10ਵਾਂ ਦੁਆਰ ਹੀ ਨਹੀਂ ਬਲਕਿ ਗੁਰਮੁਖ ਰੋਮ ਰੋਮ ਹਰਿ ਧਿਆਵੈ, ਗੁਰਮੁਖ ਸਗਲੀ ਗਣਤ ਮਿਟਾਵੈ। ਗੁਰਬਾਣੀ 'ਚ ਤਾਂ ਇਹ ਵੀ ਲਿਖਿਆ ਕਿ ਜਿੰਨੇ ਸਾਡੇ ਰੋਮ ਨੇ, ਭਾਵ ਕਿ ਵਾਲ ਨੇ, ਉਹ ਵਾਲਾਂ ਦੀਆਂ ਜੜ੍ਹਾਂ 'ਚ ਚਮੜੀ ਦੇ ਵਿੱਚ ਸੁਰਾਖ ਹੁੰਦੇ ਨੇ। ਅਤੇ ਗੁਰਬਾਣੀ ਤਾਂ ਕਹਿੰਦੀ ਹੈ ਕਿ ਭਾਈ ਉਹਨਾਂ ਸਾਰੇ ਸੁਰਾਖਾਂ ਦੇ ਨਾਲ ਵੀ ਪਰਮਾਤਮਾ ਨੂੰ ਯਾਦ ਕਰਿਆ ਕਰੋ। ਕੀ ਇਹ ਸੰਭਵ ਹੈ? ਗੁਰੂ ਪਿਆਰਿਓ, ਇਹ ਕੇਵਲ ਉਦਾਹਰਣਾਂ ਮਾਤਰ ਹੁੰਦੀਆਂ ਨੇ। ਅਤੇ ਤੁਸੀਂ ਇੱਕ ਦੂਜਾ ਪੱਖ ਵੀ ਵੇਖਣਾ, ਆਦਮੀ ਦੇ, ਨਰ ਦੇ, ਜਿਹੜੇ ਕਿ ਆਪਾਂ ਧਰਤੀ ਦੇ ਉੱਤੇ ਜੀਵਤ ਇਨਸਾਨ ਆ, ਸਾਡੇ 9 ਦੁਆਰਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ। ਪਰ ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਵੇ, ਔਰਤਾਂ ਦੇ 11 ਦਰਵਾਜ਼ੇ ਹੁੰਦੇ ਨੇ, 9 ਨਹੀਂ ਹੁੰਦੇ, 11 ਹੁੰਦੇ ਨੇ। ਅਤੇ 12ਵਾਂ ਉਹਨਾਂ ਦਾ ਗੁਪਤ ਹੁੰਦਾ ਜੇ ਇਉਂ ਮੰਨ ਲਈਏ ਜੇ। ਉਹ ਕਿਵੇਂ? ਬਾਕੀ ਤਾਂ ਸਾਡੇ ਵਾਂਗੂ ਅੱਖਾਂ, ਕੰਨ, ਨੱਕ ਆਦਿਕ, ਉਹ ਤਾਂ ਸਾਰੇ ਅੰਗ ਆਦਮੀ ਦੇ ਵਾਂਗ ਹੀ ਨੇ, ਔਰਤਾਂ ਦੇ ਵੀ। ਪਰ 2 ਸੁਰਾਖ ਉਹਨਾਂ ਦੇ ਹੋਰ ਨੇ, ਜਿਹੜਾ ਬੱਚੇ ਨੂੰ ਦੁੱਧ ਪਿਆਉਣ ਵਾਸਤੇ ਦੁੱਧੀਆਂ ਦੇ ਵਿੱਚੋਂ ਦੀ ਸੁਰਾਖ ਨੇ। ਜੇ ਸੁਰਾਖ ਹੀ ਗਿਣਨੇ ਨੇ ਫਿਰ ਤਾਂ ਉਹਨਾਂ ਦੇ 2 ਸੁਰਾਖ ਉਹ ਵਾਧੂ ਨੇ। ਆਦਮੀ ਦੇ 9 ਹੋਏ ਅਤੇ ਔਰਤ ਦੇ 11 ਹੋ ਗਏ। ਅਤੇ ਆਦਮੀ ਦਾ ਦਿਮਾਗ ਖੋਲ੍ਹਣ ਵਾਸਤੇ ਸ਼ਬਦ ਵਰਤਿਆ ਜਾਵੇਗਾ 10ਵਾਂ ਦੁਆਰ, ਅਤੇ ਔਰਤ ਦਾ ਦਿਮਾਗ ਖੋਲ੍ਹਣ ਵਾਸਤੇ ਵਰਤਿਆ ਜਾਵੇਗਾ 12ਵਾਂ ਦੁਆਰ। ਹੁਣ ਇਹਦਾ ਸੋਚ ਕੇ ਵੇਖੋ, ਇਹ ਸੀ ਮਸਲਾ ਦਿਮਾਗ ਦਾ। ਭਾਵ ਕਿ ਅਸੀਂ ਵਿੱਦਿਆ ਹਾਸਲ ਨਹੀਂ ਕਰਦੇ, ਅਸੀਂ ਚੰਗੇ ਵਿਦਵਾਨਾਂ ਦੀ ਗੱਲਬਾਤ ਨਹੀਂ ਸੁਣਦੇ, ਅਸੀਂ ਕਿਸੇ ਨਾਲ ਸਵਾਲ ਜਵਾਬ ਅਕਲਬੰਦੀ ਵਾਲਾ ਨਹੀਂ ਕਰਦੇ, ਸਾਨੂੰ ਕੋਈ ਸਕੂਲ ਕਾਲਜ ਵਿੱਦਿਆ ਪੜ੍ਹਨ ਵਾਸਤੇ ਪ੍ਰਾਪਤ ਨਹੀਂ ਹੋਇਆ, ਸਾਡੇ ਕੋਲੇ ਇੰਨੀ ਯੋਗਤਾ ਨਹੀਂ ਸੀ ਕਿ ਸਕੂਲ 'ਚ ਕਾਲਜ 'ਚ ਦਾਖਲ ਹੋ ਸਕਦੇ, ਅਸੀਂ ਸਾਰੇ ਪਾਸਿਓਂ ਪਛੜ ਗਏ। ਇਸ ਕਰਕੇ ਸਾਡਾ ਦਿਮਾਗ ਬੰਦ ਦਰਵਾਜ਼ਾ ਰਹਿ ਗਿਆ। ਉਹਨੂੰ ਕਿਵੇਂ ਖੋਲ੍ਹਣਾ ਹੈ? ਉਹ ਸੀ ਵਿੱਦਿਆ, ਅਕਲ, ਗਿਆਨ। ਉਹਦੇ ਨਾਲ, ਉਹਨੂੰ ਸ਼ਬਦ ਵੀ ਕਹਿੰਦੇ ਨੇ, ਅਤੇ ਉਹਦੇ ਨਾਲ ਦਿਮਾਗ ਨੂੰ ਚਾਲੂ ਕਰਨਾ ਸੀ। ਪ੍ਰੈਕਟੀਕਲ ਤੌਰ 'ਤੇ ਆਪ ਹੱਥੀਂ ਕੰਮ ਕਰਨੇ ਸੀ, ਮੁਸ਼ਕਲਾਂ 'ਤੇ ਆਪ ਫਤਿਹ ਪਾਉਣ ਦਾ ਉਪਰਾਲਾ ਕਰਨਾ ਸੀ। ਅਤੇ ਜੇ ਅਸੀਂ ਇਸ ਤਰ੍ਹਾਂ ਕੰਮ ਕਰਦੇ, ਸਿਖਲਾਈ ਲੈਂਦੇ, ਤਾਂ ਸਾਡਾ ਦਿਮਾਗ ਚੱਲ ਪੈਣਾ ਸੀ ਅਤੇ ਸਾਡੇ ਸਾਰੇ ਵਿਗੜੇ ਕਾਰਜ ਰਾਸ ਹੋਣੇ ਸ਼ੁਰੂ ਹੋ ਜਾਣੇ ਸੀ। ਅਤੇ 10ਵਾਂ ਦੁਆਰ ਜਿਹੜੇ ਇਹ ਕਹਿੰਦੇ ਨੇ ਨਾਮ ਸਿਮਰਨ ਕਰਕੇ 10ਵਾਂ ਦੁਆਰ ਖੁੱਲ੍ਹ ਜਾਂਦਾ, ਅਤੇ ਉਹ ਤਾਂ ਆਪਣੇ ਹਿੱਸੇ ਦੀ ਰੋਟੀ ਵੀ ਨਹੀਂ ਕਮਾਉਂਦੇ, ਉਹ ਤਾਂ ਆਪਣੇ ਪਰਿਵਾਰ ਦੀ ਪਾਲਣਾ ਵੀ ਨਹੀਂ ਕਰਦੇ, ਉਹ ਤਾਂ ਜ਼ਿੰਮੇਵਾਰੀਆਂ ਤੋਂ ਭਗੌੜੇ ਲੋਕ ਨੇ। ਅਤੇ ਕੀ ਗੁਰੂ ਸਾਹਿਬਾਨ ਦਾ 10ਵਾਂ ਦੁਆਰ ਖੁੱਲ੍ਹਾ ਨਹੀਂ ਸੀ? ਉਹਨਾਂ ਨੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ, ਸਮਾਜ ਨੂੰ ਉੱਚਾ ਚੁੱਕਣ ਦਾ ਉਪਰਾਲਾ ਕੀਤਾ, ਵੱਡੇ ਤੋਂ ਵੱਡੇ ਕਾਰਜ ਕੀਤੇ ਨੇ, ਬੇਅੰਤ ਮੁਸ਼ਕਲਾਂ ਝੱਲੀਆਂ ਨੇ, ਅਤੇ ਕਈ ਵਾਰੀ ਤਾਂ ਸਰੀਰ ਵੀ ਲੇਖੇ ਲੱਗ ਗਏ ਨੇ ਕਿ ਉਹ 10ਵਾਂ ਦੁਆਰ ਉਹਨਾਂ ਦਾ ਬੰਦ ਸੀ ਹਲੇ, ਉਹ ਚੌਂਕੜਾ ਮਾਰ ਕੇ ਤਾਂ ਕਿਤੇ ਵੀ ਨਹੀਂ ਬੈਠੇ।
ਉਹਨਾਂ ਨੇ ਉਹੀ ਜੀ ਜਿਹੜੀ ਪ੍ਰਚਲਿਤ ਭਗਤੀ ਤਪੱਸਿਆ ਸਾਡੇ ਕਈ ਭੁੱਲੜ ਸਿੱਖ ਵੀ ਕਰ ਰਹੇ ਨੇ, ਉਹੀ ਜੀ ਭਗਤੀ ਤਾਂ ਉਹਨਾਂ ਨੇ ਕਿਤੇ ਵੀ ਨਹੀਂ ਕੀਤੀ। ਤਾਂ ਉਹਨਾਂ ਦਾ ਦਿਮਾਗ ਚੱਲਦਾ ਸੀ, ਉਹਨਾਂ ਨੇ ਦਿਮਾਗ ਦੀ ਵਰਤੋਂ ਕਰਕੇ ਪ੍ਰੈਕਟੀਕਲ ਤੌਰ 'ਤੇ ਕਾਰਜ ਕੀਤੇ। ਹਰ ਤਰ੍ਹਾਂ ਦੇ ਕੰਮਾਂ ਦੀ ਉਹਨਾਂ ਨੇ ਜਿੱਥੇ ਪਹਿਲ ਕੀਤੀ ਉੱਥੇ ਉਹਨਾਂ ਨੇ ਹੌਸਲਾ, ਹਿੰਮਤ ਤੇ ਦਲੇਰੀ ਵੀ ਵਿਖਾਈ। ਸਮਾਜ ਦਾ ਭਲਾ ਕਰਨ ਵਾਸਤੇ ਉਹਨਾਂ ਨੇ ਬੇਅੰਤ ਨਵੀਆਂ ਸੇਧਾਂ ਸਾਨੂੰ ਦਿੱਤੀਆਂ ਤਾਂ ਕਿ ਅਸੀਂ ਇਸ ਨਰਕੀ ਜੀਵਨ ਦੇ ਵਿੱਚੋਂ ਨਿਕਲ ਕੇ ਚੰਗੇ ਇਨਸਾਨਾਂ ਵਾਲਾ ਜੀਵਨ ਬਤੀਤ ਕਰ ਸਕੀਏ। ਇਹ ਸਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਅਸੀਂ ਅਕਲ ਲੈਂਦੇ, ਗਿਆਨ ਲੈਂਦੇ, ਵਿਦਵਾਨ ਬਣਦੇ ਅਤੇ ਆਪਣੇ ਪਰਿਵਾਰ ਦਾ, ਆਪਣੇ ਸਮਾਜ ਦਾ ਕੁਝ ਭਲਾ ਕਰਦੇ। ਅਸੀਂ ਤਾਂ 10ਵੇਂ ਦੁਆਰ ਦੇ ਚੱਕਰ 'ਚ ਹੀ ਫਸ ਗਏ, ਜਦੋਂ ਕਿ ਦਿਮਾਗ ਹੀ 10ਵਾਂ ਦੁਆਰ ਹੈ। ਇਹਦੀ ਵਰਤੋਂ ਆਮ ਇਨਸਾਨ 3-4% ਸਾਰੀ ਉਮਰ 'ਚ ਮਸੀਂ ਕਰਦਾ, ਨਹੀਂ ਤਾਂ ਅਣਵਰਤਿਆ ਹੀ ਪਿਆ ਰਹਿੰਦਾ ਹੈ। ਤੁਸੀਂ ਕਦੇ ਤਜਰਬਾ ਕਰਕੇ ਵੇਖ ਲੈਣਾ, ਜੇ ਹੱਥਾਂ ਦੀ ਵਰਤੋਂ ਨਾ ਕਰੀਏ, ਹੱਥ ਪਹਿਲਾਂ ਕਮਜ਼ੋਰ ਹੋ ਜਾਂਦੇ ਨੇ, ਫਿਰ ਨਕਾਰੇ ਹੋ ਜਾਂਦੇ ਨੇ। ਜੇ ਪੈਰਾਂ ਦੀ ਵਰਤੋਂ ਨਾ ਕਰੀਏ, ਪਹਿਲਾਂ ਪੈਰ ਕਮਜ਼ੋਰ ਹੁੰਦੇ ਨੇ, ਫਿਰ ਨਕਾਰੇ ਹੋ ਜਾਂਦੇ ਨੇ। ਇਸੇ ਤਰ੍ਹਾਂ ਜੇ ਦਿਮਾਗ ਦੀ ਵਰਤੋਂ ਨਾ ਕਰੀਏ, ਪਹਿਲਾਂ ਕਮਜ਼ੋਰ ਪੈਂਦਾ ਅਤੇ ਹੌਲੀ ਹੌਲੀ ਸੋਚਣ ਸ਼ਕਤੀ ਖਤਮ ਹੋ ਜਾਂਦੀ ਹੈ, ਨਕਾਰਾ ਹੋ ਜਾਂਦਾ ਹੈ। ਜਿਨ੍ਹਾਂ ਨੇ ਕਦੇ ਕੋਈ ਫੈਸਲੇ ਨਹੀਂ ਲਏ, ਉਹਨਾਂ ਦੇ ਦਿਮਾਗ ਨਕਾਰਾ ਹੋ ਚੁੱਕੇ ਹੁੰਦੇ ਨੇ। ਇਸੇ ਕਰਕੇ ਉਹ ਯੋਗ ਫੈਸਲਾ ਲੈਣ ਦੀ ਸਮਰੱਥਾ ਨਹੀਂ ਰੱਖਦੇ ਅਤੇ ਸਰੀਰ ਕਮਜ਼ੋਰ ਹੋਣ ਵਾਲੇ ਉਹ ਆਪਣਾ ਜਿੱਥੇ ਕੰਮ ਨਹੀਂ ਕਰ ਸਕਦੇ, ਅਤੇ ਕਮਜ਼ੋਰ ਦਿਮਾਗ ਵਾਲੇ ਕੋਈ ਵੀ ਫੈਸਲਾ ਨਹੀਂ ਲੈ ਸਕਦੇ, ਆਪਣੇ ਸਰੀਰ ਤੋਂ ਚੰਗੇ ਕੰਮ ਵੀ ਨਹੀਂ ਕਰਵਾ ਸਕਦੇ। ਜਦੋਂ ਸਾਡਾ ਦਿਮਾਗ ਕੰਮ ਕਰਨ ਲੱਗ ਪਿਆ, ਉਦੋਂ ਸਮਝ ਲਓ ਸਾਡਾ 10ਵਾਂ ਦੁਆਰ ਖੁੱਲ੍ਹ ਗਿਆ। ਗੁਰੂ ਸਾਹਿਬ ਤਾਂ ਸਾਡਾ ਬੰਦ ਦਿਮਾਗ ਖੋਲ੍ਹਣ ਵਾਸਤੇ ਮਤ ਦੇ ਰਹੇ ਸਨ, ਸਿੱਖਿਆ ਦੇ ਰਹੇ ਸਨ, ਵਿੱਦਿਆ ਦੇ ਰਹੇ ਸਨ। ਅਸੀਂ ਤਾਂ ਹੋਰੇ ਕਿਸੇ ਸਾਧਾਂ ਸੰਤਾਂ ਦੇ ਆਖੇ ਲੱਗ ਕੇ ਆਪਣੇ 10ਵੇਂ ਦੁਆਰ ਨੂੰ ਲੱਭਣ ਚੱਲ ਪਏ। 10ਵਾਂ ਦੁਆਰ ਦਿਮਾਗ ਨੂੰ ਹੀ ਕਿਹਾ ਜਾਂਦਾ ਹੈ। ਆਪਣੇ ਦਿਮਾਗ ਨੂੰ ਚਲਾਓ, ਇਹਦੀ ਵਰਤੋਂ ਕਰੋ, ਆਪਣੇ ਆਪ ਨੂੰ ਉੱਚਾ ਉਠਾਓ, ਵੱਡੇ ਰੁਤਬੇ ਹਾਸਲ ਕਰੋ, ਗਿਆਨ ਹਾਸਲ ਕਰੋ। ਇਹੋ ਹੀ 10ਵਾਂ ਦੁਆਰ ਹੈ। ਹੋਰ ਕੋਈ ਵੱਖਰਾ 10ਵਾਂ ਦੁਆਰ ਕਿਤੋਂ ਆਕਾਸ਼ 'ਚੋਂ ਚੱਲ ਕੇ ਨਹੀਂ ਆਉਣਾ, ਨਾ ਕਿਤੋਂ ਬੰਦ ਨੇ ਖੁੱਲ੍ਹਣਾ। ਇਹ ਤਾਂ ਸਾਧਾਂ ਸੰਤਾਂ ਨੇ ਸਾਨੂੰ ਕਮਲੀ ਬਣਾਇਆ ਹੋਇਆ। ਸਵਾਲ ਨੰਬਰ 184 ਭਾਈ ਦਲਜੀਤ ਸਿੰਘ ਇਟਲੀ ਤੋਂ ਸਵਾਲ ਕਰਦੇ ਨੇ ਕਿ ਅੰਮ੍ਰਿਤਸਰ ਦੇ ਇਲਾਕੇ ਵਿੱਚ ਜ਼ਿਆਦਾ ਗੁਰਦੁਆਰੇ ਕਿਉਂ ਹਨ? ਗੁਰੂ ਪਿਆਰ ਵਾਲਿਓ, ਗੁਰਦੁਆਰਾ ਇੱਕ ਕਮਾਈ ਦਾ ਸਾਧਨ ਬਣ ਚੁੱਕਿਆ ਹੋਇਆ ਹੈ। ਅੱਗੇ ਆਬਾਦੀ ਘੱਟ ਸੀ, ਹਰ ਕੋਈ ਬੰਦਾ ਜਿਹਦਾ ਵੀ ਦਾ ਲੱਗਦਾ ਸੀ ਚਤਰ ਚਲਾਕ ਸੀ ਅਤੇ ਉਹਨੇ ਜਗ੍ਹਾ ਰੋਕ ਕੇ ਗੁਰਦੁਆਰਾ ਬਣਾ ਲੈਂਦਾ ਸੀ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲੈਂਦਾ ਸੀ। ਅਤੇ ਜੇ ਕੋਈ ਉੱਥੋਂ ਉਹਦਾ ਨਜਾਇਜ਼ ਕਬਜ਼ਾ ਹਟਾਵੇ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿੱਤੀ ਇਹ ਕਹਿ ਕੇ ਸ਼ੋਰ ਮਚਾਉਂਦਾ ਸੀ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦਾ ਸੀ। ਅਤੇ ਬਹੁਤੇ ਗੁਰਦੁਆਰੇ ਇਸੇ ਢੰਗ ਨਾਲ ਬਣੇ ਹੋਏ ਨੇ। ਨਜਾਇਜ਼ ਕਬਜ਼ੇ ਕਰਨ ਵਾਸਤੇ, ਗੁਰੂ ਗ੍ਰੰਥ ਸਾਹਿਬ ਦੀ ਬੇਅੰਤ ਥਾਵਾਂ 'ਤੇ ਬੇਅਦਬੀ ਕਰਨ ਵਾਸਤੇ ਵੀ ਇਹ ਲੋਕ ਤਿਆਰ ਨੇ ਅਤੇ ਇਹਦੀ ਵਰਤੋਂ ਨਜਾਇਜ਼ ਕਬਜ਼ਿਆਂ ਵਾਸਤੇ ਅਤੇ ਮਾਇਆ ਕਮਾਉਣ ਵਾਸਤੇ ਕੀਤੀ ਗਈ ਹੈ। ਇਹਦੀ ਸਿੱਖਿਆ ਲੈਣ ਵਾਸਤੇ ਕੋਈ ਵਿਰਲਾ ਭਾਗਾਂ ਵਾਲਾ ਹੋਵੇਗਾ ਜਿਹੜਾ ਕੋਸ਼ਿਸ਼ ਕਰਦਾ ਕਿ ਮੈਂ ਗੁਰੂ ਸਾਹਿਬ ਦਾ ਸਤਿਕਾਰ ਕਰਾਂ, ਇਹਦੇ ਦੱਸੇ ਹੁਕਮਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਾਂ, ਪਰ ਇਸ ਤਰ੍ਹਾਂ ਨਹੀਂ ਹੋ ਰਿਹਾ। ਬੇਅੰਤ ਥਾਵਾਂ 'ਤੇ ਗੁਰੂ ਗ੍ਰੰਥ ਸਾਹਿਬ ਦੀ ਆੜ ਵਿੱਚ ਕਬਜ਼ੇ ਕੀਤੇ ਗਏ ਨੇ। ਇੱਥੇ ਅੰਮ੍ਰਿਤਸਰ ਦੇ ਵਿੱਚ ਸੰਗਤਾਂ ਦੀ ਆਵਾਜਾਈ ਜ਼ਿਆਦਾ ਸੀ ਅਤੇ ਜਿੱਥੇ ਕਿਤੇ ਕਿਸੇ ਨੂੰ ਠੀਕ ਲੱਗਿਆ ਉੱਥੇ ਹੀ ਉਹਨੇ ਗੁਰਦੁਆਰਾ ਬਣਾ ਲਿਆ। ਅਤੇ ਗੁਰਦੁਆਰਾ ਤਾਂ ਦੂਰ ਦੂਰ ਤਾਂ ਜਿਹੜੇ ਹੈਗੇ ਨੇ ਸ਼ਹਿਰ ਦੇ ਵਿੱਚ ਉਹ ਤਾਂ ਅਲੱਗ ਨੇ। ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਪ੍ਰਕਾਸ਼ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਕਿੰਨੇ ਸਾਰੇ ਕਮਰਿਆਂ ਦੇ ਵਿੱਚ ਨੇ ਅਤੇ ਲੋਕਾਂ ਨੇ ਅਖੰਡ ਪਾਠ ਬੁਕਿੰਗ ਕਰਾ ਕੇ ਉੱਥੇ ਸ਼ੁਰੂ ਕਰਵਾਏ ਹੋਏ ਨੇ। ਉੱਥੇ ਭੋਗ ਪੈ ਜਾਂਦੇ ਨੇ, ਸ਼ੁਰੂ ਹੋ ਜਾਂਦੇ ਨੇ ਅਤੇ ਉਹਨਾਂ ਨੂੰ ਸੁਣਨ ਵਾਲਾ ਕੋਈ ਵੀ ਨਹੀਂ ਹੈ ਅਤੇ ਉਹਨਾਂ ਦੇ ਫਲ ਅਰਦਾਸ ਕਰਕੇ ਘਰੋਂ ਘਰੀ ਭੇਜ ਦਿੱਤੇ ਜਾਂਦੇ ਨੇ। ਅਤੇ ਕਈ ਵਾਰੀ ਤਾਂ ਵਿਦੇਸ਼ਾਂ 'ਚੋਂ ਮਾਇਆ ਆ ਜਾਂਦੀ ਹੈ, ਪਾਠ ਕਰਕੇ ਕਹਿ ਦਿੱਤਾ ਜਾਂਦਾ ਕਿ ਆਹ ਲਓ ਜੀ ਤੁਹਾਨੂੰ ਹੁਕਮਨਾਮਾ ਭੇਜ ਰਹੇ ਹਾਂ, ਈਮੇਲ ਰਾਹੀਂ ਜਾਂ ਫੈਕਸ ਰਾਹੀਂ ਜਾਂ ਅੱਜ ਕੱਲ੍ਹ ਇੰਟਰਨੈੱਟ ਦੇ ਰਾਹੀਂ, ਵਟਸਐਪ ਦੇ ਰਾਹੀਂ ਪਾਠ ਬੁੱਕ ਹੋ ਜਾਂਦੇ ਨੇ, ਮਾਇਆ ਪਹੁੰਚ ਜਾਂਦੀ ਹੈ ਅਤੇ ਕਮਾਈ ਹੋ ਜਾਂਦੀ ਹੈ ਅਤੇ ਪੁਜਾਰੀਆਂ ਦੇ ਖੂਬ ਢਿੱਡ ਭਰੇ ਜਾਂਦੇ ਨੇ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਦੇ ਵਿੱਚ ਲੋਕਾਂ ਦੀ ਆਵਾਜਾਈ ਬਹੁਤ ਹੈ, ਉੱਥੇ ਵੀ ਕਿੰਨੇ ਸਾਰੇ ਗੁਰਦੁਆਰੇ ਬਣ ਚੁੱਕੇ ਨੇ। ਦਮਦਮਾ ਸਾਹਿਬ ਵੀ ਲੋਕਾਂ ਦੀ ਜਿਉਂ-ਜਿਉਂ ਗਿਣਤੀ ਵਧਣ ਲੱਗੀ ਹੈ ਆਉਣ ਜਾਣ ਦੀ, ਉੱਥੇ ਵੀ ਗੁਰਦੁਆਰਿਆਂ ਦੀ ਗਿਣਤੀ ਵੱਧ ਗਈ ਹੈ। ਇੱਕੋ ਗੁਰਦੁਆਰਾ ਸਾਰੇ ਸ਼ਹਿਰ 'ਚ ਹੋਣਾ ਚਾਹੀਦਾ ਸੀ ਜਿੱਥੇ ਸਾਨੂੰ ਚੰਗੀ ਸਿੱਖਿਆ ਮਿਲਦੀ, ਜਿੱਥੇ ਲਾਇਬ੍ਰੇਰੀ ਹੁੰਦੀ, ਜਿੱਥੇ ਸਾਡੇ ਮਸਲੇ ਹੱਲ ਕੀਤੇ ਜਾਂਦੇ, ਜਿੱਥੇ ਸਾਨੂੰ ਚੰਗੀਆਂ ਕਿਤਾਬਾਂ ਮਿਲਦੀਆਂ ਅਤੇ ਹੋਰ ਬਹੁਤ ਸਾਰਾ
ਜਿਹੜੇ ਸਾਡੇ ਮਸਲੇ ਨੇ ਉਹ ਵਿਚਾਰੇ ਜਾਂਦੇ, ਪਰ ਇਸ ਤਰ੍ਹਾਂ ਕਿਤੇ ਵੀ ਨਹੀਂ ਹੋਇਆ। ਜਿਹੜੇ ਦੁਕਾਨਦਾਰ ਨੇ ਉਹ ਆਪਣੇ ਢੰਗ ਦੇ ਨਾਲ ਕਮਾਈ ਕਰ ਰਹੇ ਨੇ, ਮਹਿੰਗੀਆਂ ਕਿਤਾਬਾਂ ਵੇਚ ਰਹੇ ਨੇ ਅਤੇ ਲੋਕਾਂ ਨੂੰ ਕੁਰਾਹੇ ਪਾ ਰਹੇ ਨੇ। ਮੰਤਰ ਜਾਪ, ਮਾਲਾ ਫੇਰਨੀ ਅਤੇ ਦੁੱਖ ਭੰਜਨੀ ਗੁਟਕੇ, ਕਿੰਨਾ ਕੁਛ ਪਖੰਡ, ਕੂੜ ਕਿਰਿਆ ਆਦਿਕ ਵੀ ਗੁਰਦੁਆਰਿਆਂ ਦੇ ਆਲੇ ਦੁਆਲੇ ਦੁਕਾਨਾਂ ਰਾਹੀਂ ਅਤੇ ਗੁਰਦੁਆਰਿਆਂ ਦੇ ਰਾਹੀਂ ਇਹ ਸਾਰਾ ਕੁਝ ਸਾਡੇ ਪੱਲੇ ਪਾਇਆ ਜਾ ਰਿਹਾ ਹੈ। ਗੁਰੂ ਪਿਆਰ ਵਾਲਿਓ, ਅਤੇ ਜੇ ਆਪਾਂ ਸਾਵਧਾਨ ਨਾ ਹੋਏ ਤਾਂ ਇਸੇ ਤਰ੍ਹਾਂ ਹੀ ਇਹ ਲੁੱਟ ਵੀ ਚੱਲੇਗੀ, ਅਸੀਂ ਹੋਰ ਨਿੱਘਰਦੇ ਵੀ ਚਲੇ ਜਾਵਾਂਗੇ। ਇਹ ਬਹੁਤ ਕੁਝ ਇਹਨਾਂ ਪੁਜਾਰੀ ਤਬਕੇ ਨੇ ਸਾਨੂੰ ਕੁਰਾਹੇ ਪਾ ਦਿੱਤਾ ਹੈ ਅਤੇ ਲੁੱਟ ਕੇ ਖਾ ਲਿਆ ਹੈ। ਅਸੀਂ ਅਣਜਾਣਪੁਣੇ ਦੇ ਵਿੱਚ ਧਰਮ ਦੀ ਯਾਤਰਾ ਕਹਿ ਕੇ ਉਧਰ ਨੂੰ ਚੱਲ ਪੈਂਦੇ ਹਾਂ। ਹਜ਼ੂਰ ਸਾਹਿਬ, ਪਟਨਾ ਸਾਹਿਬ, ਹੇਮਕੁੰਟ ਆਦਿਕ ਵੀ ਅਸੀਂ ਧਰਮ ਸਥਾਨ ਸਮਝ ਕੇ ਉੱਥੇ ਜਾਂਦੇ ਹਾਂ, ਪਰ ਕਦੀ ਸੋਚ ਤਾਂ ਲਓ ਕਿ ਉੱਥੇ ਧਰਮ ਦੀ ਕਿਹੜੀ ਸਿੱਖਿਆ ਸਾਨੂੰ ਮਿਲਦੀ ਹੈ। ਹਜ਼ੂਰ ਸਾਹਿਬ ਤਾਂ ਉੱਥੇ ਘੋੜੇ ਦੇ ਦਰਸ਼ਨ ਕਰਾਏ ਜਾਂਦੇ ਨੇ, ਘੋੜੇ ਦੀ ਲਿੱਦ ਵੀ ਲੋਕੀ ਘਰਾਂ ਨੂੰ ਲੈ ਆਉਂਦੇ ਨੇ, ਬੱਕਰੇ ਉੱਥੇ ਝਟਕਾਏ ਜਾਂਦੇ ਨੇ। ਉੱਥੇ ਖਿੱਚ ਧੂ ਕਰਕੇ ਪੁਜਾਰੀ ਤਬਕਾ ਸੰਗਤਾਂ ਨੂੰ ਇੱਥੇ ਕਮਰਾ ਲਓ, ਇੱਥੇ ਭੇਟਾ ਚੜਾਓ, ਇੱਥੇ ਪੂਜਾ ਕਰੋ, ਇੱਥੇ ਇੰਨੇ ਪੈਸੇ ਦਿਓ, ਇੱਥੇ ਇੰਨਾ ਫਲ ਲੱਗਦਾ, ਇੱਥੇ ਇਸੇ ਲੰਗਰ ਚੱਲਦਾ, ਕਿੰਨਾ ਉਹ ਸ਼ੋਰ ਮਚਾਉਂਦੇ ਨੇ ਅਤੇ ਸਾਡੇ ਬੋਝਾਂ 'ਚੋਂ ਪੈਸੇ ਕਢਾ ਲੈਂਦੇ ਨੇ ਅਤੇ ਆਰਾਮ ਦੀ ਜ਼ਿੰਦਗੀ ਜਿਉ ਰਹੇ ਨੇ। ਇਹ ਬਹੁਤ ਵੱਡਾ ਜਾਲ ਫੈਲਿਆ ਹੋਇਆ ਅਤੇ ਜਿਹੜਾ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ। ਗੁਰਦੁਆਰਿਆਂ ਦੇ ਨਾਮ ਵੀ ਘਟੀਆ ਤੋਂ ਘਟੀਆ ਢੰਗਾਂ ਦੇ ਨਾਲ ਇਹਨਾਂ ਲੋਕਾਂ ਨੇ ਧਰੇ ਹੋਏ ਨੇ, ਜਿਵੇਂ ਗੁਰਦੁਆਰਾ ਜੰਡ ਸਾਹਿਬ, ਕਿੱਕਰ ਸਾਹਿਬ, ਬੇਰੀ ਸਾਹਿਬ, ਟਾਹਲੀ ਸਾਹਿਬ, ਤਿੱਤਰ ਸਾਹਿਬ, ਬਟੇਰਾ ਸਾਹਿਬ, ਸਾਹਾ ਸਾਹਿਬ, ਪਤਾ ਨਹੀਂ ਕਿੰਨੇ ਤਰ੍ਹਾਂ ਦੇ ਜਿਹੜੇ ਕਿ ਸ਼ਰਮਨਾਕ ਨਾਮ ਨੇ ਉਹ ਵੀ ਧਰੇ ਹੋਏ ਨੇ। 2 ਗੁਰਦੁਆਰੇ ਤਾਂ ਇੱਕ ਪੰਜਾਬ 'ਚ, ਇੱਕ ਹਰਿਆਣੇ 'ਚ, ਉਹਨਾਂ ਦਾ ਨਾਮ ਜੋੜਾ ਸਾਹਿਬ ਹੈ ਅਤੇ ਜੋੜਾ ਦਾ ਮਤਲਬ ਹੁੰਦਾ ਜੁੱਤੀ, ਜਾਣੀ ਕਿ ਜੁੱਤੀ ਦੇ ਨਾਮ 'ਤੇ ਗੁਰਦੁਆਰੇ ਦਾ ਨਾਮ। ਕਹਿੰਦੇ ਨੇ ਇਤਿਹਾਸਕ ਗੁਰਦੁਆਰਾ ਹੈ, ਪਰ ਨਾਮ ਹੈ ਉੱਥੇ ਪ੍ਰਸਿੱਧ ਜੁੱਤੀ ਦਾ। ਇੱਕ ਨੈੱਟ ਦੇ ਉੱਤੇ ਇਹ ਵੀ ਵੀਡੀਓ ਚੱਲ ਰਹੀ ਸੀ, ਮੈਂ ਆਪ ਵੇਖੀ ਹੈ, ਕਿ ਇੱਕ ਗੁਰਦੁਆਰੇ ਦੇ ਵਿੱਚ ਆਉਣ ਵਾਲੀਆਂ ਅਖੌਤੀ ਸੰਗਤਾਂ ਜਿਹੜੇ ਆਪਣੇ ਆਪ ਨੂੰ ਸੰਗਤ ਅਖਵਾਉਂਦੇ ਨੇ, ਉਹ ਆ ਕੇ ਮੱਥਾ ਟੇਕਦੇ ਨੇ। ਪੁਜਾਰੀ ਉੱਥੇ ਇਹ ਕਹਿ ਕੇ ਕਿ ਇਹ ਜੁੱਤੀ ਗੁਰੂ ਸਾਹਿਬ ਦੀ ਹੈ, ਉਹਨਾਂ ਦੇ ਸਿਰ 'ਚ ਜੁੱਤੀ ਛੁਹਾਉਂਦਾ, ਭਾਵ ਕਿ ਮੱਥੇ ਨਾਲ ਜੁੱਤੀ ਲਾਉਂਦਾ। ਅਤੇ ਮੈਂ ਤਾਂ ਸਿੱਧਾ ਆਖਾਂਗਾ ਕਿ ਅੰਨਾ ਸ਼ਰਧਾਲੂ ਗੁਰਦੁਆਰੇ ਦੇ ਵਿੱਚ ਜਾ ਕੇ ਜੁੱਤੀਆਂ ਖਾ ਕੇ ਆਉਂਦਾ ਅਤੇ ਉਹ ਸੋਚਦਾ ਕਿ ਮੈਂ ਬਹੁਤ ਪੁੰਨ ਕੰਮ ਕਰ ਲਿਆ। ਇਹ ਸਾਰਾ ਕੁਝ ਸਾਡੇ ਆਲੇ ਦੁਆਲੇ ਵਾਪਰ ਰਿਹਾ। ਦਰਬਾਰ ਸਾਹਿਬ ਦੇ ਨੇੜੇ ਤਾਂ ਅੱਜ ਤੱਕ ਸ਼੍ਰੀ ਚੰਦ ਦੀ ਬਣੀ ਹੋਈ ਵੱਡੀ ਸਮਾਧ ਜਾਂ ਉਹਦੀ ਯਾਦ, ਉੱਧਰ ਭਾਵੇਂ ਦਰਬਾਰ ਸਾਹਿਬ ਵਾਲੇ ਪਾਸੇ ਉਹਦਾ ਦਰਵਾਜ਼ਾ ਤਾਂ ਨਹੀਂ ਹੈ, ਪਰ ਸ਼੍ਰੀ ਚੰਦ ਦੀ ਯਾਦ ਦੇ ਵਿੱਚ ਉੱਚੇ ਜਿਹੜੇ ਮੀਨਾਰ ਨੇ ਅਤੇ ਉੱਚੀਆਂ ਬਿਲਡਿੰਗਾਂ ਨੇ, ਬਹੁਤ ਇਲਾਕਾ ਘੇਰਿਆ ਹੋਇਆ। ਅੱਜ ਤੱਕ ਵੀ ਦਰਬਾਰ ਸਾਹਿਬ ਦੇ ਵਿੱਚ ਦੂਜੇ ਪਾਸੇ ਉਹਦਾ ਗੇਟ ਹੈ। ਬਹੁਤ ਸਾਰੇ ਸਾਧ ਸੰਤ ਆਦਿਕ ਆਪਣੇ ਆਪ ਨੂੰ ਭਗਵੇਂ ਕੱਪੜਿਆਂ ਵਾਲੇ, ਜਟਾਂ ਵਾਲੇ, ਸਿਰ 'ਚ ਸੁਆਹ ਪਾਉਣ ਵਾਲੇ, ਉਹ ਕਹਿੰਦੇ ਨੇ ਅਸੀਂ ਸ਼੍ਰੀ ਚੰਦ ਦੇ ਚੇਲੇ ਹਾਂ, ਅਤੇ ਅੱਜ ਤੱਕ ਦਰਬਾਰ ਸਾਹਿਬ ਦੇ ਨੇੜਿਓਂ ਸ਼੍ਰੀ ਚੰਦ ਦੇ ਚੇਲਿਆਂ ਨੂੰ ਦੂਰ ਨਹੀਂ ਕੀਤਾ ਜਾ ਸਕਿਆ, ਅਤੇ ਹੋਰ ਅਸੀਂ ਕਿਹੜੇ ਸੁਧਾਰਾਂ ਦੀਆਂ ਗੱਲਾਂ ਕਰਾਂਗੇ। ਇਸੇ ਤਰ੍ਹਾਂ ਹੀ ਘੰਟਾ ਘਰ ਜਿੱਥੇ ਮੇਨ ਗੇਟ ਹੈ, ਜਿੱਥੋਂ ਅਸੀਂ ਦਾਖਲ ਹੁੰਦੇ ਹਾਂ ਦਰਬਾਰ ਸਾਹਿਬ ਦੇ ਪਰਿਕਰਮਾ ਦੇ ਵਿੱਚ, ਉੱਥੇ ਵੀ ਨੇੜੇ ਮੰਦਰ ਅਤੇ ਸ਼੍ਰੀ ਚੰਦ ਦੇ ਯਾਦ ਵਿੱਚ ਕੁਝ ਹੋਰ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਪੂਜਾ ਸਥਾਨ ਉਹ ਬਣ ਚੁੱਕੇ ਹੋਏ ਨੇ, ਅਤੇ ਉਹ ਵੀ ਗੁਰਦੁਆਰੇ ਦੀ ਜਿਹੜੀ ਮਹਿਮਾ ਹੈ ਉਹਨੂੰ ਘਟਾਉਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ। ਆ ਤਾਂ 1984 ਤੋਂ ਬਾਅਦ ਸਰਕਾਰ ਨੇ ਤਾਕਤ ਦੀ ਵਰਤੋਂ ਕਰਕੇ ਉੱਥੇ ਜਿਹੜੀਆਂ ਸੜਕ ਹੈ, ਗਲੀਆਂ ਨੇ, ਉਹ ਕੁਝ ਚੌੜੀਆਂ ਕੀਤੀਆਂ ਨੇ। ਪਹਿਲਾਂ ਤਾਂ ਉੱਥੇ ਧੱਕਾ ਪੈਂਦਾ ਸੀ, ਨਾ ਕਿਤੇ ਖੜ੍ਹਨ ਨੂੰ ਥਾਂ, ਨਾ ਬੈਠਣ ਨੂੰ ਥਾਂ, ਨਾ ਗੱਡੀਆਂ ਮੋਟਰਾਂ ਨੂੰ ਥਾਂ। ਮੈਂ ਇਹ ਨਹੀਂ ਕਹਿੰਦਾ ਕਿ ਸਰਕਾਰ ਨੂੰ ਇਸ ਤਰ੍ਹਾਂ ਜ਼ਰੂਰੀ ਕਰਨਾ ਚਾਹੀਦਾ ਸੀ, ਮੈਂ ਇਹ ਕਹਿਣਾ, ਪਰ ਇਹ ਤਾਂ ਸ਼੍ਰੋਮਣੀ ਕਮੇਟੀ ਨੂੰ ਹੀ ਪਹਿਲਾਂ ਕੰਮ ਕਰਨਾ ਚਾਹੀਦਾ ਸੀ ਤਾਂ ਕਿ ਉੱਥੇ ਆਵਾਜਾਈ ਦੇ ਵਿੱਚ ਕੋਈ ਵਿਘਨ ਨਾ ਪਵੇ। ਪਰ ਉੱਥੇ ਗੁਰਦੁਆਰਾ ਇੱਕੋ ਵੱਡਾ ਹੋਵੇ ਅਤੇ ਉਸ ਗੁਰਦੁਆਰੇ 'ਚੋਂ ਹੀ ਸਾਨੂੰ ਚੰਗੀ ਅਗਵਾਈ ਮਿਲੇ। ਹੁਣ ਤਾਂ ਗੁਰਦੁਆਰਾ ਬੇਅੰਤ, ਇੱਥੇ ਕਿਤੇ ਸ਼ਹੀਦਾਂ ਦਾ ਗੁਰਦੁਆਰਾ, ਕਿਤੇ ਛਾਟਾ ਸਾਹਿਬ ਗੁਰਦੁਆਰਾ, ਕਿਤੇ ਪਿੱਪਲੀ ਸਾਹਿਬ ਗੁਰਦੁਆਰਾ, ਅਤੇ ਕਿਤੇ ਬਾਬਾ ਦੀਪ ਸਿੰਘ ਦੇ ਨਾਂ 'ਤੇ ਗੁਰਦੁਆਰਾ, ਪਤਾ ਨਹੀਂ ਕਿੰਨੇ ਸਾਰੇ ਗੁਰਦੁਆਰੇ ਬਣਾ ਦਿੱਤੇ। ਉੱਥੋਂ ਸਿੱਖਿਆ ਅਤੇ ਉਪਦੇਸ਼, ਗੁਰਬਾਣੀ ਦਾ ਗਿਆਨ ਕਿਸੇ ਵੀ ਗੁਰਦੁਆਰੇ 'ਚੋਂ ਨਹੀਂ ਮਿਲਦਾ, ਬਸ ਐਵੇਂ ਨਾ ਮਾਤਰ ਮਿਲਦਾ। ਉੱਥੇ ਜਾਓ, ਮੱਥਾ ਟੇਕੋ, ਕੜਾਹ ਪ੍ਰਸ਼ਾਦ ਲਓ, ਲੰਗਰ ਛਕੋ ਅਤੇ ਬਸ ਥੋੜ੍ਹਾ ਬਹੁਤਾ
ਜੇ ਹੋ ਸਕੇ ਤਾਂ ਸੇਵਾ ਕਰੋ ਤੇ ਘਰਾਂ ਨੂੰ ਆ ਜਾਓ। ਇੱਥੋਂ ਤੱਕ ਸੀਮਿਤ ਹੋ ਕੇ ਗੁਰਦੁਆਰੇ ਰਹਿ ਗਏ ਨੇ। ਬਹੁਤ ਜਾਗਣ ਦੀ ਲੋੜ ਹੈ, ਸੁਚੇਤ ਹੋਣ ਦੀ ਲੋੜ ਹੈ। ਗੁਰਬਾਣੀ ਨੂੰ ਸਮਝੀਏ, ਵਿਚਾਰੀਏ, ਆਪਣੀ ਜ਼ਿੰਦਗੀ 'ਚ ਢਾਲੀਏ। ਸਵਾਲ ਨੰਬਰ 185 ਭਾਈ ਦਲਜੀਤ ਸਿੰਘ ਇਟਲੀ ਵਾਲੇ। ਇਹਨਾਂ ਦਾ ਸਵਾਲ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਨੇਊ ਨਹੀਂ ਪਾਇਆ, ਪਰ ਗੁਰੂ ਗੋਬਿੰਦ ਸਿੰਘ ਨੇ ਜਨੇਊ ਵਾਂਗ ਗਾਤਰਾ ਕਿਉਂ ਪਵਾ ਦਿੱਤਾ? ਗੁਰੂ ਪਿਆਰ ਵਾਲਿਓ, ਕਿਸੇ ਸਮੇਂ ਦੇ ਵਿੱਚ ਫੌਜ 'ਚ ਭਰਤੀ ਹੋਣ ਲੱਗਿਆਂ ਸਿੱਖਾਂ ਨੂੰ ਟ੍ਰੇਨਿੰਗ ਦੇ ਕੇ ਹਥਿਆਰਬੰਦ ਕਰਵਾਇਆ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਇਹ ਜਿਹੜਾ ਗਾਤਰਾ ਜੰਝੂ ਦੀ ਨਹੀਂ ਪਵਾਇਆ ਸੀ, ਬਲਕਿ ਇਹ ਤਾਂ ਉਹਨਾਂ ਨੂੰ ਹਥਿਆਰਬੰਦ ਫੌਜ ਦੇ ਰੂਪ ਵਿੱਚ ਹਥਿਆਰ ਦਿੱਤਾ ਸੀ। ਅਤੇ ਪੁਰਾਣੇ ਸਮਿਆਂ ਦੇ ਵਿੱਚ ਕਿਰਪਾਨ 2.5-3 ਫੁੱਟ ਦੀ ਹੁੰਦੀ ਸੀ ਅਤੇ ਨਾਲ ਹੋਰ ਹਥਿਆਰ ਵੀ ਜਿਹੜਾ ਕੋਈ ਸਿੱਖ ਰੱਖ ਸਕਦਾ ਹੈ ਉਹ ਉਹਨੂੰ ਰੱਖਣ ਦੀ ਇਜਾਜ਼ਤ ਸੀ, ਜਾਂ ਗੁਰੂ ਸਾਹਿਬ ਦਾ ਹੁਕਮ ਸੀ। ਬਰਛਾ, ਗੰਡਾਸਾ, ਭੱਲਾ, ਤੀਰ ਕਮਾਨ ਅਤੇ ਕੁਝ ਤੋੜੇਦਾਰ ਬੰਦੂਕਾਂ ਵੀ ਹੁੰਦੀਆਂ ਸੀ। ਉਹ ਸਾਰਾ ਕੁਝ ਹਥਿਆਰਬੰਦ ਹੋਣ ਵਾਸਤੇ ਜ਼ਰੂਰੀ ਸੀ, ਕਿਉਂਕਿ ਦੁਸ਼ਮਣ ਦੇ ਨਾਲ ਸਦਾ ਹੀ ਜੰਗ ਲੱਗੀ ਰਹੀ ਸੀ। ਅਤੇ ਬਹੁਤੀ ਵਾਰੀ ਤਾਂ ਸਿੱਖ ਗੁਰੀਲਾ ਜੰਗ ਲੜਦੇ ਸੀ, ਜੰਗਲਾਂ ਦੇ ਵਿੱਚ ਰਹਿੰਦੇ ਸੀ। ਪਤਾ ਨਹੀਂ ਕਿਹੜੇ ਵੇਲੇ ਦੁਸ਼ਮਣ ਆ ਪਵੇ ਜਾਂ ਦੁਸ਼ਮਣ 'ਤੇ ਕਿਹੜੇ ਵੇਲੇ ਸਿੱਖਾਂ ਵੱਲੋਂ ਹਮਲਾ ਕੀਤਾ ਜਾਵੇ। ਇਸ ਕਰਕੇ ਹਰ ਵਕਤ ਤਿਆਰ ਰਹਿਣਾ ਜ਼ਰੂਰੀ ਸੀ ਅਤੇ ਕਿਰਪਾਨ ਦਾ ਜਾਂ ਹੋਰ ਹਥਿਆਰਾਂ ਦਾ ਕੋਲੇ ਰੱਖਣਾ ਲਾਜ਼ਮੀ ਸੀ। ਪਰ ਜਦੋਂ ਅਸੀਂ 1850 ਦੇ ਵਿੱਚ ਅੰਗਰੇਜ਼ਾਂ ਕੋਲੋਂ ਹਾਰ ਗਏ, 30 ਮਾਰਚ 1849 ਨੂੰ ਅੰਗਰੇਜ਼ਾਂ ਨੇ ਸਿੱਖਾਂ ਦੀਆਂ ਫੌਜਾਂ ਤੋਂ ਲਾਹੌਰ ਦੇ ਵੱਡੇ ਗਰਾਊਂਡ ਵਿੱਚ ਹਥਿਆਰ ਜ਼ਮੀਨ 'ਤੇ ਰਖਵਾ ਲਏ। ਉਹਨਾਂ ਨੇ ਹਾਰ ਸਵੀਕਾਰ ਕਰ ਲਈ, ਪਰ ਗੁੱਸਾ ਮਨ ਦੇ ਵਿੱਚ ਉਹਨਾਂ ਦੇ ਬਰਕਰਾਰ ਸੀ ਅਤੇ ਹਾਰ ਮੰਨਣ ਦੇ ਬਾਵਜੂਦ ਵੀ ਚੋਰੀ ਛੁਪੇ ਹਥਿਆਰ ਲੈ ਕੇ ਉਹ ਗੋਰਿਆਂ 'ਤੇ ਜਾਂ ਜਿਹੜੇ ਗੋਰਿਆਂ ਦੇ ਵਫਾਦਾਰ ਲੋਕ ਤੇ ਸਿੱਖ ਉਹਨਾਂ 'ਤੇ ਹਮਲੇ ਕਰਦੇ ਰਹੇ। ਅਤੇ ਇਸ ਤਰ੍ਹਾਂ ਸਿੱਖਾਂ ਨੇ ਹਥਿਆਰ ਰੱਖਣ 'ਤੇ ਹੋਰ ਸਿੱਖਾਂ ਦੇ ਉੱਤੇ ਅੰਗਰੇਜ਼ਾਂ ਨੇ ਹਥਿਆਰ ਰੱਖਣ 'ਤੇ ਹੋਰ ਸਖਤ ਪਾਬੰਦੀਆਂ ਲਾ ਦਿੱਤੀਆਂ ਅਤੇ ਜਿਹੜਾ ਕੋਈ ਆਪਣੇ ਕੋਲ ਹਥਿਆਰ ਰੱਖੇਗਾ ਉਹਨੂੰ ਕਰੜੀ ਸਜ਼ਾ ਦਾ ਭਾਗੀਦਾਰ ਮੰਨਿਆ ਜਾਵੇਗਾ ਅਤੇ ਉਹਨਾਂ ਨੂੰ ਪਕੜਾਉਣ ਵਾਲਿਆਂ ਨੂੰ ਇਨਾਮ ਦਿੱਤਾ ਜਾਵੇਗਾ। ਇਹ ਐਲਾਨ ਕਰ ਦਿੱਤੇ ਗਏ। ਇਸ ਤਰ੍ਹਾਂ ਲੰਮੀ ਜੱਦੋ ਜਹਿਦ ਲਗਭਗ 40-50 ਸਾਲ ਤੱਕ ਚੱਲਦੀ ਰਹੀ। ਅਖੀਰ 'ਚ ਸਿਆਣੀ ਉਮਰ ਦੇ ਤਜਰਬੇਕਾਰ ਕੁਝ ਸਿੱਖਾਂ ਨੇ ਅੰਗਰੇਜ਼ਾਂ ਤੱਕ ਪਹੁੰਚ ਕੀਤੀ ਕਿ ਸਾਨੂੰ ਕੇਵਲ ਚਿੰਨ੍ਹ ਦੇ ਤੌਰ 'ਤੇ ਆਪਣੇ ਕੋਲੇ ਕਿਰਪਾਨ ਰੱਖਣ ਦੀ ਇਜਾਜ਼ਤ ਦੇ ਦਿਓ ਅਤੇ ਅਸੀਂ ਹਥਿਆਰ ਦੇ ਤੌਰ 'ਤੇ ਕਿਰਪਾਨ ਦੀ ਵਰਤੋਂ ਕਦੇ ਨਹੀਂ ਕਰਾਂਗੇ। ਤਾਂ ਗੋਰਿਆਂ ਨੇ ਇਹ ਹੁਕਮ ਕੀਤਾ ਕਿ ਤੁਸੀਂ ਗਾਤਰੇ ਵਾਲੀ ਕਿਰਪਾਨ ਛੋਟੀ ਰੱਖ ਸਕਦੇ ਹੋ, ਵੱਡੀ ਕਿਰਪਾਨ ਗਾਤਰੇ 'ਚ ਪਾ ਕੇ ਆਪਣੇ ਨਾਲ ਰੱਖੀ ਹੀ ਨਹੀਂ ਜਾ ਸਕਦੀ। ਫਿਰ ਛੋਟੀ ਕਿਰਪਾਨ ਚਿੰਨ੍ਹ ਦੇ ਤੌਰ 'ਤੇ ਗਾਤਰੇ ਲੱਕ ਨਾਲ ਲਟਕਾ ਲਈ ਗਈ ਅਤੇ ਕਈਆਂ ਨੇ ਸਮਾਂ ਬੀਤਣ ਦੇ ਨਾਲ ਉਹਨੂੰ ਤਵੀਤ ਵਾਂਗੂ ਗਲ ਦੇ ਵਿੱਚ ਪਾ ਲਿਆ ਅਤੇ ਕਈਆਂ ਨੇ ਕੰਘੇ ਦੇ ਵਿੱਚ ਵੀ ਫਿੱਟ ਕਰ ਲਿਆ। ਅਤੇ ਅੱਜ ਕੱਲ੍ਹ ਤਾਂ ਬਹੁਤੀਆਂ ਥਾਵਾਂ 'ਤੇ ਦੇਖਦੇ ਹਾਂ ਪਰੰਪਰਾਵਾਦੀ ਵੀਰ ਭੈਣ ਕੰਘਾ ਅਤੇ ਕਿਰਪਾਨ ਉਹ ਇਕੱਠੇ ਹੀ ਬੰਨ੍ਹ ਕੇ ਕਿਤੇ ਗਲ 'ਚ ਪਾ ਲੈਂਦੇ ਨੇ ਜਾਂ ਕੰਘੇ ਨੂੰ ਕਿਰਪਾਨ ਦੇ ਨਾਲ ਲਟਕਾ ਲੈਂਦੇ ਨੇ। ਇਹ ਕੇਵਲ ਚਿੰਨ੍ਹ ਬਣ ਗਏ ਨੇ। ਇਹਨਾਂ ਦੀ ਵਰਤੋਂ ਅੱਜ ਅਸੀਂ ਲੋਕਤੰਤਰ ਦੇ ਵਿੱਚ ਹਥਿਆਰ ਦੇ ਤੌਰ 'ਤੇ ਨਹੀਂ ਕਰ ਸਕਦੇ। ਭਾਰਤ ਸਰਕਾਰ ਭਾਵੇਂ ਸਾਡੇ ਨਾਲ ਸਹਿਯੋਗ ਕਰਦਿਆਂ ਸਾਨੂੰ ਵੱਡੀ ਕਿਰਪਾਨ ਰੱਖਣ ਤੋਂ ਜਾਂ ਛੋਟੀ ਕਿਰਪਾਨ ਰੱਖਣ ਤੋਂ ਨਹੀਂ ਰੋਕਦੀ, ਪਰ ਗਾਤਰੇ 'ਚੋਂ ਬਾਹਰ ਕਿਰਪਾਨ ਕੱਢੀ ਹੋਈ, ਮਿਆਨ 'ਚੋਂ ਬਾਹਰ ਕਿਰਪਾਨ ਕੱਢੀ ਹੋਈ ਇਹ ਗੈਰ ਕਾਨੂੰਨੀ ਹੈ। ਭਾਰਤੀ ਕਾਨੂੰਨ ਦੇ ਮੁਤਾਬਕ ਇਹਨੂੰ ਅਸਲਾ ਐਕਟ ਦੇ ਤਹਿਤ ਮਨੁੱਖ ਨੂੰ ਸਜ਼ਾ ਹੋ ਸਕਦੀ ਹੈ। ਤੋ ਇਹ ਜੰਝੂ ਨਹੀਂ ਸੀ, ਬਲਕਿ ਇਹ ਤਾਂ ਹਥਿਆਰ ਸੀ। ਪਰ ਸਿੱਖਾਂ ਨੇ ਜਦੋਂ ਹਾਰ ਗਏ ਨਾ ਸਮਝੀ ਦੇ ਕਾਰਨ ਇਹਨੂੰ ਗਾਤਰੇ ਨੂੰ ਜੰਝੂ ਦੀ ਨਿਆਈ ਪਹਿਨਣਾ ਸ਼ੁਰੂ ਕਰ ਦਿੱਤਾ। ਇਹ 5 ਕਕਾਰ ਸਾਡੀ ਜ਼ਿੰਦਗੀ ਦਾ ਹਿੱਸਾ ਨੇ। ਇਹ ਸਟੇਜਾਂ ਦੇ ਉੱਤੇ ਸ਼ੋਰ ਮਚਾਇਆ ਗਿਆ, ਡੇਰਿਆਂ ਟਕਸਾਲਾਂ ਦੇ ਵਿੱਚ ਇਸੇ ਦਾ ਪ੍ਰਚਾਰ ਕੀਤਾ ਗਿਆ। ਗੱਲ ਸੀ ਇਹ ਕਿ ਉਹਨਾਂ ਸਮਿਆਂ 'ਚ ਸਿੱਖਾਂ ਨੂੰ ਫੌਜ 'ਚ ਭਰਤੀ ਹੋਣ ਤੋਂ ਪਹਿਲਾਂ ਬਕਾਇਦਾ ਸਿਖਲਾਈ ਦਿੱਤੀ ਜਾਂਦੀ ਸੀ। ਹਥਿਆਰ ਚਲਾਉਣ ਦੀ ਸਿੱਖਿਆ, ਘੋੜ ਸਵਾਰੀ, ਆਪਣਾ ਸਾਜੋ ਸਮਾਨ ਸੰਭਾਲਣ ਦੀ ਤਿਆਰੀ। ਉਹ ਨੌਜਵਾਨ ਹੋਵੇ ਜਿਹੜਾ ਫੌਜ 'ਚ ਭਰਤੀ ਹੋ ਰਿਹਾ ਹੈ ਅਤੇ ਉਹਦਾ ਕੋਈ ਅੰਗਹੀਣ ਨਾ ਹੋਵੇ ਅਤੇ ਕਿਸੇ ਕਿਸਮ ਦੀ ਭਿਆਨਕ ਬਿਮਾਰੀ ਦਾ ਸ਼ਿਕਾਰ ਨਾ ਹੋਵੇ। ਇਸ ਤਰ੍ਹਾਂ ਪੂਰੀ ਪਰਖ ਪੜਚੋਲ ਤੋਂ ਬਾਅਦ, ਟ੍ਰੇਨਿੰਗ ਦੇਣ ਤੋਂ ਬਾਅਦ ਉਹਨੂੰ ਫੌਜ ਦੇ ਵਿੱਚ ਭਰਤੀ ਕਰਾਉਣ ਲੱਗੇ ਹਥਿਆਰ ਦਿੱਤੇ ਜਾਂਦੇ ਸੀ ਅਤੇ ਕੁਝ ਪਰਨ ਕਰਵਾਏ ਜਾਂਦੇ ਸੀ, ਕਸਮਾਂ ਖਵਾਈਆਂ ਜਾਂਦੀ ਸੀ ਕਿ ਅੱਗੇ ਤੋਂ ਤੁਸੀਂ ਇਸ ਸੀਮਾ ਦੇ ਵਿੱਚ ਰਹਿ ਕੇ ਇਸ ਨਿਯਮਾਂ ਦੀ ਪਾਲਣਾ ਕਰਨੀ ਹੈ। ਤੋ ਇਹ ਹਥਿਆਰ ਹੈ ਜਿਹੜਾ ਕਿਰਪਾਨ, ਇਹ ਫੌਜ ਦਾ ਇੱਕ ਅੰਗ ਸੀ। ਹਥਿਆਰ ਸਾਡਾ ਇੱਕ ਹਰ ਵਕਤ ਕੋਲੇ ਰਹਿਣ ਵਾਸਤੇ ਸਵੈ ਰੱਖਿਆ ਦਾ ਪ੍ਰਤੀਕ ਸੀ ਕਿ ਅਸੀਂ ਆਪਣੀ ਰਾਖੀ ਆਪ ਕਰਨੀ ਹੈ ਅਤੇ ਇਹ ਚਿੰਨ੍ਹ ਦਾ ਰੂਪ ਨਹੀਂ ਸੀ। ਅਤੇ ਅੱਜ ਹੌਲੀ ਹੌਲੀ ਲੋਕਤੰਤਰ ਦੇ ਵਿੱਚ ਭਾਰਤ ਸਰਕਾਰ ਦੀ ਫੌਜ ਸਾਡੀ ਰਾਖੀ ਕਰ ਰਹੀ ਹੈ, ਪੁਲਿਸ ਸਾਡੀ ਰਾਖੀ ਕਰ ਰਹੀ ਹੈ।
कोई वड्डे हथियार असीं अज नहीं रख सकते। जे किसी ने रखना ही है तो समय के मुताबिक हथियार रखण की जे किसी नूं चाह है तो सरकार तो इजाजत लैके पिस्तौल बंदूक आदि भी रखी जा सकती है। किरपान अज के हालात दे विच किसी नाल जंग युद्ध लड़न का साडा कारज नहीं संवार सकती, साडा बचाव नहीं कर सकती। इन्हां पक्षां ते साडे विचारवान वीरां नूं विद्वानां नूं सोचण दी लोड़ है। सवाल नंबर 186 भाई संदीप सिंह धूलका ਜ਼ਿਲ੍ਹਾ ਅੰਮ੍ਰਿਤਸਰ। ਇਹਨਾਂ ਦਾ ਸਵਾਲ ਹੈ ਕਿ ਗੁਰੂ ਸਾਹਿਬ ਸਮੇਂ ਜਾਂ ਬੰਦਾ ਸਿੰਘ ਜਾਂ ਮਿਸਲਾਂ ਦੇ ਸਮੇਂ ਰੰਘਰੇਟੇ ਸਿੱਖ ਖਾਲਸਾ ਫੌਜ ਵਿੱਚ ਹੈਗੇ ਸੀ ਕਿ ਨਹੀਂ, ਉਹਨਾਂ ਦਾ ਕੋਈ ਯੋਗਦਾਨ ਹੈ ਕਿ ਨਹੀਂ ਹੈ। ਇਤਿਹਾਸ ਦੇ ਵਿੱਚ ਕੋਈ ਮਹੱਤਵਪੂਰਨ ਅਜਿਹਾ ਕੁਝ ਲਿਖਿਆ ਹੋਇਆ ਨਹੀਂ ਮਿਲਦਾ, ਕਿਉਂਕਿ ਇੰਨਾ ਪਛੜੇਵਾਂ ਸੀ ਲੋਕਾਂ ਦੀ ਮਾਨਸਿਕ ਬਣਤਰ ਦੇ ਵਿੱਚ। ਛੋਟੀ ਵੱਡੀ ਜਾਤ ਦਾ ਇੰਨਾ ਵਿਤਕਰਾ ਸੀ। ਗੁਰਬਾਣੀ ਦੇ ਵਿੱਚ ਸਪਸ਼ਟ ਉਪਦੇਸ਼ ਲਿਖੇ ਹੋਣ ਦੇ ਬਾਵਜੂਦ ਵੀ ਇੱਥੋਂ ਦੇ ਲੋਕ ਇਹਨਾਂ ਉਪਦੇਸ਼ਾਂ ਨੂੰ ਮੰਨਣ ਨੂੰ ਤਿਆਰ ਨਹੀਂ ਹੋਏ। ਆਪਾਂ ਰੋਜ਼ਾਨਾ ਹੀ ਅੱਜ ਤੱਕ ਦੇਖਦੇ ਆ ਰਹੇ ਹਾਂ, ਭਾਵੇਂ ਕਿ ਰਵਿਦਾਸ ਜੀ ਦੀ ਜਾਂ ਹੋਰਨਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਹੈ, ਪਰ ਇਸ ਵਿਤਕਰੇ ਦੇ ਕਾਰਨ ਅੱਜ ਤੱਕ ਵੀ ਰਵਿਦਾਸੀਏ ਜਾਂ ਹੋਰਨਾਂ ਜਾਤਾਂ ਨਾਲ ਸੰਬੰਧਿਤ ਸਿੱਖ ਭਾਈ ਭੈਣਾਂ ਵੱਖਰੇ ਗੁਰਦੁਆਰੇ ਬਣਾ ਚੁੱਕੇ ਹੋਏ ਨੇ ਅਤੇ ਉਹਨਾਂ ਨਾਲ ਰਿਸ਼ਤਾ ਗੰਢਣ ਨੂੰ ਕੋਈ ਅੱਜ ਤੱਕ ਤਿਆਰ ਨਹੀਂ ਹੈ। ਅਤੇ ਆਪਣੇ ਸਾਂਝ ਪਾਉਣੀ, ਉਹਨਾਂ ਨੂੰ ਆਪਣੇ ਕਿਸੇ ਸਮਾਗਮ ਦੇ ਵਿੱਚ ਸੱਦਣਾ ਜਾਂ ਉਹਨਾਂ ਨੂੰ ਕੋਈ ਸਨਮਾਨ ਦੇਣਾ, ਇਹ ਸਾਡੇ ਦਿਮਾਗ ਦੇ ਵਿੱਚ ਹਾਲੇ ਤੱਕ ਸ਼ਾਮਲ ਨਹੀਂ ਹੋਇਆ, ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਿਆ। ਸਿੱਖਾਂ ਦੀ ਆਬਾਦੀ ਬਹੁਤ ਜ਼ਿਆਦਾ ਵੱਧ ਜਾਣੀ ਸੀ ਜੇ ਕਿਤੇ ਮਜ਼੍ਹਬੀ ਸਿੱਖ ਭਾਈ, ਰਵਿਦਾਸੀਏ ਸਿੱਖ ਭਾਈ ਇਹ ਵੀ ਆਪਣੇ ਤੌਰ 'ਤੇ ਯਤਨ ਕਰਦੇ ਕਿ ਅਸੀਂ ਸਿੱਖੀ ਦੇ ਵਿੱਚ ਜ਼ਰੂਰ ਸ਼ਾਮਲ ਹੋਣਾ ਹੈ, ਅਤੇ ਇੱਧਰੋਂ ਸਾਡੇ ਸਿੱਖ ਲੀਡਰ ਵੀ ਇਸ ਗੱਲ ਨੂੰ ਜ਼ਰੂਰੀ ਸਮਝ ਕੇ ਉਹਨਾਂ ਨੂੰ ਨੇੜੇ ਲਿਆਉਣ ਦਾ ਉਪਰਾਲਾ ਕਰਦੇ ਅਤੇ ਬਹੁਤ ਵੱਡੀ ਤਾਕਤ ਬਣ ਕੇ ਉੱਭਰਨੇ ਸੀ। ਅਤੇ ਜਿਹੜੀਆਂ ਮੰਗਾਂ ਦਾ ਸ਼ੋਰ ਮਚਾਇਆ ਜਾ ਰਿਹਾ ਹੈ ਕਿ ਸਿੱਖਾਂ ਅੰਦਰ ਆਹ ਜਾਤੀ ਹੋਊਗੀ, ਸਿੱਖਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ, ਭਾਰਤ ਸਰਕਾਰ ਸਾਡੇ ਨਾਲ ਧੱਕਾ ਕਰਦੀ ਹੈ, ਉਹ ਸਾਰੇ ਮਸਲੇ ਸਹਿਜ ਨਾਲ ਹੀ ਹੱਲ ਹੋ ਜਾਣੇ ਸੀ। ਸਾਡੇ ਮੈਂਬਰ ਪਾਰਲੀਮੈਂਟਾਂ ਦੀ ਗਿਣਤੀ ਵੱਧ ਜਾਣੀ ਸੀ, ਉਹਨਾਂ ਨੇ ਜ਼ੋਰਦਾਰ ਆਵਾਜ਼ ਪਾਰਲੀਮੈਂਟ ਦੇ ਵਿੱਚ ਉਠਾਉਣੀ ਸੀ, ਅਤੇ ਉਹ ਬਹੁ ਗਿਣਤੀ ਜਦੋਂ ਪਾਰਲੀਮੈਂਟ ਮੈਂਬਰਾਂ ਦੀ ਹੋਣੀ ਸੀ ਕਾਫੀ ਸਾਰੀ, ਤਾਂ ਉਹਨਾਂ ਦੀਆਂ ਮੰਗਾਂ ਵੀ ਭਾਰਤ ਸਰਕਾਰ ਨੇ ਮੰਨਣ ਦੇ ਵਿੱਚ ਕੋਈ ਬਹੁਤਾ ਸੰਕੋਚ ਨਹੀਂ ਸੀ ਕਰਨਾ, ਅਤੇ ਪੰਜਾਬ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਹੀ ਬਣਨੀ ਸੀ। ਪਰ ਦੁਖਦਾਈ ਪਹਿਲੂ ਤਾਂ ਇਹ ਹੈ, ਉਹਨਾਂ ਸਮਿਆਂ ਦੇ ਵਿੱਚ ਤਾਂ ਪਛੜੇਵਾਂ ਬਹੁਤ ਜ਼ਿਆਦਾ ਸੀ, ਕੋਈ ਮਹੱਤਵਪੂਰਨ ਰੋਲ ਨਹੀਂ ਮਿਲਦਾ ਕਿ ਮਜ਼੍ਹਬੀ ਸਿੱਖਾਂ ਨੂੰ ਜਾਂ ਰਵਿਦਾਸੀਏ ਸਿੱਖਾਂ ਨੂੰ ਉਦੋਂ ਦੇ ਮਿਸਲਦਾਰਾਂ ਨੇ, ਉਦੋਂ ਦੇ ਸਰਦਾਰਾਂ ਨੇ ਕੋਈ ਮਹੱਤਤਾ ਦਿੱਤੀ ਹੋਵੇ। ਉਹਨਾਂ ਦਾ ਕੋਈ ਜ਼ਿਕਰਯੋਗ ਯੋਗਦਾਨ ਕਿਧਰੇ ਪੜ੍ਹਨ ਨੂੰ ਸੁਣਨ ਨੂੰ ਨਹੀਂ ਮਿਲਦਾ। ਵਿਰਲੇ ਟਾਵੇਂ ਗੁਰਸਿੱਖ ਨੇ ਜਿਹੜੇ, ਉਹਨਾਂ ਨੇ ਆਪਣੇ ਤੌਰ 'ਤੇ ਕੰਮ ਕੀਤੇ ਨੇ, ਪਰ ਉਹਨਾਂ ਦੀ ਵੀ ਮਹੱਤਤਾ ਤਕਰੀਬਨ ਭੁਲਾ ਦਿੱਤੀ ਗਈ ਹੈ। ਬਸ ਰੰਘਰੇਟੇ ਗੁਰੂ ਕੇ ਬੇਟੇ ਕਹਿ ਕੇ ਕੰਮ ਚਲਾ ਲਿਆ ਜਾਂਦਾ ਹੈ। ਕਿਤੇ ਭਾਈ ਸੰਤ ਸਿੰਘ ਜਾਂ ਸੰਗਤ ਸਿੰਘ ਜਿਹਨੂੰ ਕਲਗੀ ਦਿੱਤੀ ਸੀ ਚਮਕੌਰ ਦੀ ਗੜੀ ਵਿੱਚ 10ਵੇਂ ਪਾਤਸ਼ਾਹ ਨੇ, ਜਾਂ ਉਹਦੇ 'ਤੇ ਗੱਲ ਆ ਕੇ ਅਟਕ ਜਾਂਦੀ ਹੈ। ਉਦੋਂ ਅੱਗੇ ਪਿੱਛੇ ਕੁਝ ਵੀ ਪਤਾ ਨਹੀਂ ਲੱਗਦਾ। ਬਹੁਤ ਅਜੇ ਖੋਜ ਕਰਨ ਵਾਲੇ ਕਾਰਜ ਪਏ ਨੇ। ਮਿਸਲਾਂ ਦੇ ਸਮੇਂ ਸਿੱਖਾਂ ਦੇ ਇਸ ਜਥੇ ਨੇ, ਜੇ ਕਿ ਮਜ਼੍ਹਬੀ ਸਿੱਖਾਂ ਦਾ ਹੋਵੇ ਜਾਂ ਕੋਈ ਇਸ ਤਰ੍ਹਾਂ ਛੋਟੀਆਂ ਜਾਤਾਂ ਨਾਲ ਜਿਹੜੀਆਂ ਉਦੋਂ ਮੰਨੀਆਂ ਜਾਂਦੀਆਂ ਸੀ ਸੰਬੰਧਿਤ ਕੋਈ ਜਥਾ ਹੋਵੇ, ਅਤੇ ਉਹਦਾ ਕੋਈ ਜ਼ਿਕਰ ਕਿਤੇ ਨਹੀਂ ਮਿਲਦਾ। ਬੰਦਾ ਸਿੰਘ ਬਹਾਦਰ ਦੇ ਸਮੇਂ ਵੀ ਇਹਨਾਂ ਨੇ ਯੋਗਦਾਨ ਪਾਇਆ ਹੋਵੇ, ਲਿਖਤ ਦੇ ਵਿੱਚ ਸਾਨੂੰ ਨਹੀਂ ਮਿਲਦਾ। ਕਿਉਂਕਿ ਇੱਕ ਇਹ ਵੀ ਧਿਆਨ ਰਵੇ ਕਿ ਇਹਨਾਂ ਲੋਕਾਂ ਨੂੰ ਲੰਮੇ ਸਮੇਂ ਤੋਂ, ਸਦੀਆਂ ਤੋਂ ਇੰਨਾ ਪਛਾੜ ਦਿੱਤਾ ਗਿਆ ਸੀ, ਇੰਨਾ ਲਤਾੜ ਦਿੱਤਾ ਗਿਆ ਸੀ, ਇਹਨਾਂ ਦੇ ਅੰਦਰੋਂ ਹਿੰਮਤ ਹੌਸਲਾ ਖਤਮ ਕਰ ਦਿੱਤਾ ਗਿਆ ਸੀ। ਇਹ ਕਦੀ ਵੀ ਮੋਹਰੀ ਹੋ ਕੇ ਰੋਲ ਅਦਾ ਕਰਨ ਤੋਂ ਸੰਕੋਚ ਕਰਦੇ ਸਨ, ਕਿਉਂਕਿ ਇਹਨਾਂ ਨੂੰ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ ਸੀ, ਅਤੇ ਇਹਨਾਂ ਦੀ ਜਾਤ ਹਰ ਵਕਤ ਸਾਹਮਣੇ ਰੱਖੀ ਜਾਂਦੀ ਸੀ ਕਿ ਤੁਸੀਂ ਆਪਣੀ ਜਾਤ ਦੇਖ ਕੇ ਕੰਮ ਕਰੋ। ਇਸ ਤਰ੍ਹਾਂ ਦੇ ਜਿਹੜੇ ਭਿੰਨ ਭੇਦ ਨੇ ਲਗਾਤਾਰ ਹੋਣ ਕਰਕੇ ਇਨਸਾਨ ਹੌਸਲਾਹੀਣ ਹੋ ਜਾਂਦਾ ਹੈ, ਅਤੇ ਇਹਨਾਂ ਨੇ ਭਾਵੇਂ ਵੱਡੇ ਵੱਡੇ ਕਾਰਜ ਕੀਤੇ ਹੋਣਗੇ ਪਰ ਉਹ ਲਿਖਤ ਦੇ ਵਿੱਚ ਨਹੀਂ ਆ ਸਕੇ। ਅਤੇ ਇਸ ਕਰਕੇ ਬੰਦਾ ਸਿੰਘ ਬਹਾਦਰ ਜਾਂ ਗੁਰੂ ਸਾਹਿਬ ਦੇ ਸਮੇਂ ਜਾਂ ਫਿਰ ਮਿਸਲਾਂ ਦੇ ਸਮੇਂ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਇਹ ਕਹਿ ਲਈਏ ਕਿ ਅੱਜ ਤੱਕ ਵੀ ਸਿੱਖਾਂ ਦੇ ਨਾਲ ਇਹਨਾਂ ਦਾ ਬਹੁਤਾ ਨੇੜੇ ਦਾ ਸੰਬੰਧ ਨਹੀਂ ਬਣ ਸਕਿਆ, ਜਿਹਦੇ ਕਾਰਨ ਦੋਵੇਂ ਧਿਰਾਂ
ਘਾਟੇ ਦੇ ਵਿੱਚ ਚੱਲ ਰਹੀਆਂ ਨੇ, ਨੁਕਸਾਨ ਉਠਾ ਰਹੀਆਂ ਨੇ। ਅਜੇ ਵੀ ਮੌਕਾ ਹੈ। ਪੁਰਾਤਨ ਸਮਿਆਂ 'ਚ ਜੋ ਬੀਤ ਗਿਆ ਉਹਨੂੰ ਤਾਂ ਅਸੀਂ ਵਾਪਸ ਨਹੀਂ ਲਿਆ ਸਕਦੇ। ਅੱਜ ਵੀ ਜਾਤ ਪਾਤ ਦੇ ਭਰਮ ਨੂੰ ਮਿਟਾ ਕੇ ਗੁਰਬਾਣੀ ਦੇ ਚਾਨਣ ਵਿੱਚ ਸਾਰਿਆਂ ਨੂੰ ਰਲ ਮਿਲ ਕੇ ਇਨਸਾਨ ਬਣ ਕੇ ਰਹਿਣਾ ਚਾਹੀਦਾ ਹੈ, ਤਾਂ ਕਿ ਅਸੀਂ ਆਪਣੀਆਂ ਲੋੜਾਂ, ਆਪਣੇ ਹੱਕ ਭਾਰਤ ਸਰਕਾਰ ਤੋਂ ਸਹਿਜੇ ਹੀ ਮਨਵਾ ਸਕੀਏ ਅਤੇ ਇਹ ਜਿਹੜਾ ਅਸੀਂ ਰੋਜ਼ ਦਾ ਰੋਣਾ ਰੋਂਦੇ ਹਾਂ ਕਿ ਸਾਡੇ ਨਾਲ ਜ਼ਿਆਦਤੀਆਂ ਹੋ ਰਹੀਆਂ ਨੇ, ਇਹਦੇ ਤੋਂ ਮੁਕਤ ਹੋ ਸਕੀਏ। ਸਵਾਲ ਨੰਬਰ 187 ਭਾਈ ਹਰਮਨਪ੍ਰੀਤ ਸਿੰਘ ਬਰਾਸ ਪਿੰਡ ਤੋਂ, ਜ਼ਿਲ੍ਹਾ ਪਟਿਆਲਾ, ਇਹਨਾਂ ਨੇ ਸਵਾਲ ਕੀਤਾ ਹੈ ਕਿ ਇਸ ਸ਼ਬਦ ਦੇ ਅਰਥ ਦੱਸੋ। ਇਹਦੇ ਭਾਵ ਅਰਥ ਲੈਣੇ ਪੈਂਦੇ ਨੇ। ਇਹੋ ਜਿਹੇ ਹੋਰ ਵੀ ਸ਼ਬਦ ਬਹੁਤ ਨੇ ਗੁਰਬਾਣੀ ਦੇ ਵਿੱਚ, ਜਿਵੇਂ ਕਿ ਮੈਂ ਪਹਿਲਾਂ ਵੀ ਇੱਕ ਸ਼ਬਦ ਇਸ ਤਰ੍ਹਾਂ ਦਾ ਤਿਆਰ ਕਰਕੇ ਅਰਥ ਵਿਚਾਰ ਤੁਹਾਡੇ ਸਾਹਮਣੇ ਮੈਂ ਉਹਦੇ ਹੋਰ ਤਰ੍ਹਾਂ ਕੀਤੇ ਨੇ, ਤੁਹਾਡੇ ਸਾਹਮਣੇ ਆਉਣ ਵਾਲਾ। ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਵਜਾਵੈ। ਭਾਵ ਕਿ ਰਬਾਬੀ ਕੌਣ ਬਣ ਗਿਆ? ਫੀਲ ਮੈਨੇ ਹਾਥੀ, ਹਾਥੀ ਰਬਾਬ ਵਜਾਉਂਦਾ। ਇੱਥੇ ਇਹ ਲੈਣਾ ਪਵੇਗਾ ਕਿ ਹਾਥੀ ਵਰਗਾ ਤਾਕਤਵਰ ਮਨ ਇੱਕ ਨਿਯਮ ਦੇ ਵਿੱਚ ਆ ਗਿਆ, ਠੀਕ ਕੰਮ ਕਰਨ ਲੱਗ ਪਿਆ। ਫੀਲ ਰਬਾਬੀ ਬਲਦ ਪਖਾਵਜ, ਬਲਦ ਹੈ ਜਿਹੜਾ ਉਹ ਜੋੜੀ ਜਾਂ ਢੋਲਕੀ ਵਜਾਉਣ ਲੱਗ ਪਿਆ। ਭਾਵ ਕਿ ਬਲਦ ਵਰਗਾ ਵਿਗੜਿਆ ਮਨ ਉਹ ਵੀ ਚੰਗੇ ਕੰਮ 'ਤੇ ਲੱਗ ਗਿਆ। ਕਊਆ ਤਾਲ ਵਜਾਵੈ, ਕਊਆ ਤਾਲ ਵਜਾਉਣ ਤੋਂ ਭਾਵ ਹੈ ਕਿ ਕਾਂ ਵਰਗਾ ਚੰਚਲ ਮਨ ਹੁਣ ਠੀਕ ਲਾਈਨ 'ਤੇ ਆ ਗਿਆ ਅਤੇ ਤਾਲ ਦਾ ਹੁੰਦਾ ਖੜਤਾਲਾਂ ਵਜਾਉਣੀਆਂ। ਇਸੇ ਤਰ੍ਹਾਂ ਪਹਿਰ ਚੋਲਣਾ ਗਧਾ ਨਾਚੈ, ਸਾਡਾ ਮਨ ਜਿਹੜਾ ਕਿ ਕੁਰਾਹੇ ਪਿਆ ਹੋਇਆ ਸੀ ਉਹ ਵੀ ਰਾਹ ਸਿਰ ਆ ਗਿਆ, ਜਿਹੜਾ ਕਿ ਪਹਿਲਾਂ ਗਧੇ ਵਰਗਾ ਬੇਅਕਲ ਸੀ। ਇਹ ਸਾਰਾ ਸ਼ਬਦ ਇਸੇ ਤਰ੍ਹਾਂ ਦਾ ਹੀ ਹੈ ਜਿਹੜਾ ਕਿ ਤੁਹਾਨੂੰ ਹੁਣ ਮੈਂ ਦੱਸਿਆ। ਅਤੇ ਅਗਲਾ ਸ਼ਬਦ 481 ਪੰਨੇ ਵਾਲਾ ਪਹਿਲਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦੇਵਾਂ। ਇਹਦੇ ਵੀ ਭਾਵ ਅਰਥ ਲੈਣੇ ਪੈਣਗੇ। ਇਹਦੇ ਭਾਵ ਅਰਥ ਪ੍ਰੋਫੈਸਰ ਸਾਹਿਬ ਸਿੰਘ ਦੀਆਂ ਜਿਹੜੀਆਂ ਦਰਪਣ ਪੋਥੀਆਂ ਨੇ ਉਹਨਾਂ ਦੇ ਵਿੱਚੋਂ ਲਏ ਗਏ ਨੇ। ਅਤੇ ਜੇ ਆਪਾਂ ਆਪ ਅਭਿਆਸ ਕਰਦੇ ਰਹਾਂਗੇ, ਆਪਣੇ ਅੰਦਰ ਝਾਤੀ ਮਾਰਾਂਗੇ, ਇਹ ਜਿਹੜਾ ਜੀਵ ਜੰਤੂਆਂ ਦਾ ਜ਼ਿਕਰ ਕੀਤਾ, ਸਾਡੀ ਜ਼ਿੰਦਗੀ 'ਚ ਜੇ ਤਬਦੀਲੀ ਆਈ ਹੈ ਤਾਂ ਸਾਡੇ ਅੰਦਰ ਚੱਲ ਰਿਹਾ ਵਰਤਾਰਾ ਅਸੀਂ ਆਪ ਮਹਿਸੂਸ ਕਰਾਂਗੇ। ਪਹਿਲਾਂ ਪੂਤ ਪਿਛੈਰੀ ਮਾਈ, ਗੁਰਲਾ ਗੋਚੇ ਲੇ ਕੀ ਪਾਈ। ਏਕ ਅਚੰਭੋ ਸੁਨੋ ਤੁਮ ਭਾਈ, ਦੇਖਤ ਸਿੰਘ ਚਰਾਵਤ ਗਾਈ। ਰਹਾਉ ਜਲ ਕੀ ਮਛਲੀ ਤਰਵਰ ब्याई, देखत कुतरा लै गई बिलाई। तलैरे बैसा ऊपर सूला, तिसका पेड़ लगे फल फूला। घोरै चर भैंस चरावन जाई, बाहर बैल गोन घर आई। कहत कबीर जो इस पद बूझै, राम रमत तिस सब किछ सूझै। कहत कबीर जो इस पद बूझै, राम रमत तिस सब किछ सूझै। ਵਿਸਥਾਰ ਦੇ ਵਿੱਚ ਆਪਾਂ ਨਹੀਂ ਜਾਵਾਂਗੇ। ਪਹਿਲਾਂ ਰਹਾਉ ਵਾਲਾ ਬੰਦ ਸੁਣੋ। ਹੇ ਭਾਈ ਸੁਣੋ, ਇੱਕ ਅਚਰਜ ਖੇਡ ਜੋ ਜਗਤ ਵਿੱਚ ਵਰਤ ਰਹੀ ਹੈ। ਸਾਡੇ ਵੇਖਦਿਆਂ ਵੇਖਦਿਆਂ ਇਹ ਨਿਡਰ ਅਸਲੇ ਵਾਲਾ ਜੀਵ ਇੰਦਰੀਆਂ ਨੂੰ ਪ੍ਰਸੰਨ ਕਰਦਾ ਫਿਰਦਾ ਹੈ, ਮਾਨੋ ਸ਼ੇਰ ਗਾਈਆਂ ਨੂੰ ਚਾਰਦਾ ਫਿਰ ਰਿਹਾ ਹੈ। ਰਹਾਉ ਇਹ ਜੀਵ ਆਤਮਾ ਤਾਂ ਪਵਿੱਤਰ ਪਰਮਾਤਮਾ ਦੀ ਅੰਸ਼ ਸੀ, ਪਰ ਇਸ ਉੱਤੇ ਮਾਇਆ ਦਾ ਪ੍ਰਭਾਵ ਪੈ ਗਿਆ ਹੈ ਅਤੇ ਵੱਡੇ ਅਸਲੇ ਵਾਲਾ ਜੀਵ ਆਪਣੇ ਹੀ ਬਣਾਏ ਹੋਏ ਮਨ ਚੇਲੇ ਦੀ ਪੈਰੀਂ ਲੱਗਣ ਲੱਗ ਪਿਆ। ਭਾਵ ਮਨ ਦੇ ਪਿੱਛੇ ਤੁਰਨ ਲੱਗ ਪਿਆ। ਉਹਨੇ ਗੁਰੂ ਦੀ ਮੱਤ ਨਹੀਂ ਲਈ, ਅਕਲਮੰਦ ਨਹੀਂ ਬਣ ਸਕਿਆ। ਸਤ ਸੰਗ ਦੇ ਆਸਰੇ ਜਿਉਣ ਵਾਲੀ ਜਿੰਦ ਸੰਸਾਰਕ ਕੰਮਾਂ ਵਿੱਚ ਇੰਨੀ ਖੁੱਭ ਗਈ ਹੈ ਕਿ ਤ੍ਰਿਸ਼ਨਾ ਰੂਪੀ ਬਿੱਲੀ ਇਸ ਦੇ ਸੰਤੋਖ ਨੂੰ ਸਾਡੇ ਵੇਖਦਿਆਂ ਹੀ ਵੇਖਦਿਆਂ ਫੜ ਕੇ ਲੈ ਗਈ ਹੈ ਅਤੇ ਉਹਨੂੰ ਖਤਮ ਕਰ ਦਿੱਤਾ ਹੈ। ਹੇ ਭਾਈ, ਇਸ ਜੀਵ ਨੇ ਸੰਸਾਰਕ ਪਸਾਰੇ ਨੂੰ ਆਪਣਾ ਆਸਰਾ ਬਣਾ ਲਿਆ ਹੈ ਅਤੇ ਅਸਲੀ ਮੂਲ ਪ੍ਰਭੂ ਨੂੰ, ਉਹਦੇ ਗੁਣਾਂ ਨੂੰ ਆਪਣੇ ਅੰਦਰੋਂ ਬਾਹਰ ਕੱਢ ਦਿੱਤਾ ਹੈ। ਹੁਣ ਇਹੋ ਜਿਹੇ ਜੀਵ ਰੁੱਖ ਦੇ ਪੇੜ ਨੂੰ ਫੁੱਲ ਫਲ ਦੀ ਅਜਿਹੇ ਹੀ ਵਾਸ਼ਨਾ ਦੇ ਹੀ ਲੱਗ ਰਹੇ ਹਨ। ਭਾਵ ਕਿ ਜਦੋਂ ਫਲ ਲੱਗਣੇ ਕਿੱਥੋਂ ਹੈ, ਜਦੋਂ ਰੁੱਖ ਹੀ ਗਲਤ ਕਿਸਮ ਦਾ ਲਾ ਲਿਆ। ਜੀਵ ਆਤਮਾ ਦੇ ਕਮਜ਼ੋਰ ਪੈਣ ਕਰਕੇ ਵਾਸ਼ਨਾ ਮੱਝ ਮਨ ਘੋੜੇ ਉੱਤੇ ਸਵਾਰ ਹੋ ਕੇ ਇਸ ਨੂੰ ਵਿਸ਼ੇ ਭੋਗਣ ਲਈ ਦੌੜਾਈ ਫਿਰਦੀ ਹੈ। ਹੁਣ ਹਾਲਤ ਇਹ ਬਣ ਗਈ ਹੈ
कि धीरज रूप बलद बाहर निकल गया है। भाव मनुख विच धीरज टकाओ नहीं रह गया ते तृष्णा की छट जीव उत्ते आ पई है। वो तृष्णा दे विच ही डुब गया ते वो केवल ते केवल मैनू आ मिल जे इसे च उलझ गया। कबीर आखदा है, जो मनुख इस वापरन वाली हालत नूं समझ लैंदा है, परमात्मा नूं हमेशा याद रखदा है, ਉਹਦੇ ਨਿਯਮਾਂ ਨੂੰ ਆਪਣੇ ਹਿਰਦੇ 'ਚ ਵਸਾ ਲੈਂਦਾ ਹੈ, ਉਸ ਨੂੰ ਜੀਵਨ ਦੇ ਸਹੀ ਰਸਤੇ ਦੀ ਸਾਰੀ ਸੂਝ ਪੈ ਜਾਂਦੀ ਹੈ ਤੇ ਉਹ ਇਸ ਤ੍ਰਿਸ਼ਨਾ ਦੇ ਜਾਲ ਵਿੱਚ ਕਦੇ ਵੀ ਨਹੀਂ ਫਸਦਾ। ਤੋ ਗੱਲ ਹੈ ਗੁਰਬਾਣੀ ਨੇ, ਕਿਉਂਕਿ ਕਵਿਤਾ ਰੂਪ ਦੇ ਵਿੱਚ ਹੈ, ਰੌਚਕ ਵੀ ਬਣਾਉਣਾ ਹੈ ਤੇ ਉਹ ਵੱਡੇ ਕਵੀ ਸਨ, ਮਹਾਨ ਸਨ ਸਾਡੇ ਜੋ ਭਗਤ ਸਾਹਿਬਾਨ ਤੇ ਗੁਰੂ ਸਾਹਿਬਾਨ, ਉਹਨਾਂ ਨੇ ਬੜੇ ਢੰਗ ਤਰੀਕੇ ਵਰਤੇ ਨੇ ਮਨੁੱਖ ਨੂੰ ਸਮਝਾਉਣ ਵਾਸਤੇ। ਇਹਨਾਂ ਨੂੰ ਆਪਾਂ ਭਾਵ ਅਰਥਾਂ 'ਚ ਲੈਂਦੇ ਹਾਂ ਅਤੇ ਭਾਵ ਅਰਥਾਂ ਦੇ ਵਿੱਚ ਜਦੋਂ ਅਰਥ ਸਹੀ ਮਾਇਨਿਆਂ 'ਚ ਅਸੀਂ ਕਰਾਂਗੇ ਅਤੇ ਫਿਰ ਉਹ ਸਾਡੇ 'ਤੇ ਹੌਲੀ ਹੌਲੀ ਢੁਕਣਗੇ, ਸਾਨੂੰ ਸਮਝ ਆਉਣਗੇ, ਸਾਡਾ ਜੀਵਨ ਸੰਵਰਨਾ ਸ਼ੁਰੂ ਹੋ ਜਾਵੇਗਾ। ਇਹ ਕਿਸੇ ਹੋਰ ਜੀਵਾਂ ਵਾਸਤੇ ਉਪਦੇਸ਼ ਨਹੀਂ ਹੈਗੇ, ਤਰੀਕੇ ਵੱਖੋ ਵੱਖਰੇ ਹੋ ਸਕਦੇ ਨੇ, ਉਪਦੇਸ਼ ਤਾਂ ਸਾਰਾ ਇਨਸਾਨ ਵਾਸਤੇ ਹੈ, ਕਿਉਂਕਿ ਬਾਕੀ ਜੀਵ ਤਾਂ ਇਹਨਾਂ ਉਪਦੇਸ਼ਾਂ ਨੂੰ, ਇਸ ਬੋਲੀ ਨੂੰ, ਭਾਸ਼ਾ ਨੂੰ ਸਮਝਦੇ ਹੀ ਨਹੀਂ। ਜਿੰਨਾ ਕਿ ਸਮਝ ਸਕਦਾ ਕੇਵਲ ਇਨਸਾਨ ਹੀ ਸਮਝ ਸਕਦਾ ਹੈ। ਸਵਾਲ ਨੰਬਰ 188 ਭਾਈ ਪਵਨਦੀਪ ਸਿੰਘ ਫਰਾਂਸ ਤੋਂ। ਇਹਨਾਂ ਦਾ ਸਵਾਲ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਪਤਾ ਲੱਗਾ ਕਿ ਧਰਤੀ ਹੋਰ ਪਰੈ ਹੋਰ ਹੈ, ਜਾਂ ਹੋਰ ਬਹੁਤ ਸਾਰੀਆਂ ਅਜਿਹੀਆਂ ਵਿਗਿਆਨਕ ਗੱਲਾਂ ਜੋ ਗੁਰਬਾਣੀ 'ਚ ਲਿਖੀਆਂ ਮਿਲਦੀਆਂ ਨੇ, ਇਹਨਾਂ ਦਾ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਪਤਾ ਲੱਗਾ? ਉਹਨਾਂ ਕੋਲੇ ਇਹ ਦੂਰ ਦੂਰ ਵੇਖਣ ਦੀ ਤਾਕਤ ਕਿਵੇਂ ਆ ਗਈ? ਕਿਉਂਕਿ ਉਦੋਂ ਤਾਂ ਅੱਜ ਵਰਗੇ ਕੋਈ ਸਾਧਨ ਵੀ ਨਹੀਂ ਸਨ। ਗੁਰੂ ਪਿਆਰ ਵਾਲਿਓ, ਸਾਧਨ ਤਾਂ ਆਪਣੇ ਦਿਮਾਗ ਨਾਲ ਪੈਦਾ ਕਰਨੇ ਹੁੰਦੇ ਨੇ। ਇਹ ਤਾਂ ਬਹੁਤ ਲੰਮਾ ਸਮਾਂ ਪਹਿਲਾਂ, ਤਕਰੀਬਨ ਗੁਰੂ ਨਾਨਕ ਸਾਹਿਬ ਦੇ ਸਮੇਂ ਗਲੀਲੀਓ ਹੋਇਆ, ਕੋਪਰਨੀਕਸ ਹੋਇਆ, ਇਹਨਾਂ ਨੂੰ ਭਾਵੇਂ ਬਹੁਤ ਵੱਡੀਆਂ ਮੁਸੀਬਤਾਂ ਝੱਲਣੀਆਂ ਪਈਆਂ, ਕਿਸੇ ਨੂੰ ਫਾਂਸੀ ਲਾ ਦਿੱਤਾ, ਕਿਸੇ ਨੂੰ ਸਾਰੀ ਉਮਰ ਜੇਲ੍ਹਾਂ ਦੇ ਵਿੱਚ ਕੱਟਣੀ ਪਈ, ਕਿਉਂਕਿ ਉਹਨਾਂ ਨੇ ਬਾਈਬਲ ਦੇ ਅਸੂਲਾਂ ਤੋਂ ਉਲਟ ਗੱਲ ਇਹ ਕਹਿ ਦਿੱਤਾ ਕਿ ਧਰਤੀ ਚੱਲਦੀ ਹੈ ਅਤੇ ਸੂਰਜ ਦੇ ਦੁਆਲੇ ਘੁੰਮਦੀ ਹੈ। ਪਹਿਲਾਂ ਇਹ ਪ੍ਰਚੱਲ ਸੀ ਕਿ ਸੂਰਜ ਧਰਤੀ ਦੁਆਲੇ ਘੁੰਮਦਾ, ਪਰ ਹੁਣ ਪਤਾ ਲੱਗ ਗਿਆ ਕਿ ਦੋਵੇਂ ਆਪੋ ਆਪਣੀਆਂ ਰਾਹਾਂ 'ਤੇ ਚੱਲਦੇ ਜਾ ਰਹੇ ਨੇ, ਘੁੰਮ ਰਹੇ ਨੇ। ਅਤੇ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੋਵਾਂ ਦੀ ਨਹੀਂ ਬਲਕਿ ਸਾਰੇ ਬ੍ਰਹਿਮੰਡ ਦੀ ਗੱਲ ਕਰ ਦਿੱਤੀ ਹੈ ਕਿ ਸਾਰਾ ਕੁਝ ਹੀ ਆਪਣੇ ਨਿਯਮ ਦੇ ਵਿੱਚ ਚੱਲ ਰਿਹਾ ਹੈ। ਇਹ ਗੱਲਾਂ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਪਤਾ ਲੱਗੀਆਂ? ਇਹ ਹੈ ਮਾਨਸਿਕ ਵਿਕਾਸ। ਸ੍ਰਿਸ਼ਟੀ ਰਚਨਾ ਬਾਰੇ ਧਾਰਮਿਕ ਮਹਾਂਪੁਰਖਾਂ ਦੇ ਵਿਚਾਰ ਆਪਸ ਵਿੱਚ ਮੇਲ ਨਹੀਂ ਖਾਂਦੇ। ਕਿਸੇ ਨੇ ਆਖਿਆ ਕਿ ਰੱਬ ਨੇ ਕਾਇਨਾਤ 7 ਦਿਨਾਂ ਵਿੱਚ ਬਣਾ ਦਿੱਤੀ, ਕਿਸੇ ਕਿਹਾ ਕੇਵਲ ਕੁੰਨ ਜਾਣੀ ਕਿ ਹੋ ਜਾ ਆਖਣ ਨਾਲ ਹੀ ਸਭ ਕੁਝ ਬਣ ਗਿਆ। ਕਿਸੇ ਦੱਸਿਆ ਭਈ ਸਮੁੰਦਰ ਵਿੱਚ ਇੱਕ ਕਮਲ ਫੁੱਲ ਪੈਦਾ ਹੋਇਆ, ਉਸ ਵਿੱਚੋਂ ਬ੍ਰਹਮਾ ਨਿਕਲੇ, ਉਹਨਾਂ ਨੇ ਅੱਗੋਂ ਸ੍ਰਿਸ਼ਟੀ ਦੀ ਰਚਨਾ ਕੀਤੀ। ਬੋਧੀਆਂ ਨੇ ਆਖਿਆ ਕਿ ਇਹ ਪਦਾਰਥਾਂ ਤੋਂ ਸ੍ਰਿਸ਼ਟੀ ਬਣੀ ਹੈ, ਇੱਥੇ ਕੁਝ ਨਵਾਂ ਨਹੀਂ ਬਣਦਾ, ਸਿਰਫ ਪਰਿਵਰਤਨ ਹੋ ਜਾਂਦਾ ਹੈ। ਕਿਸੇ ਹੋਰ ਨੇ ਕਿਹਾ ਕਿ ਇਹ ਦਿਸਦਾ ਪਸਾਰਾ ਤਾਂ ਹੈ ਹੀ ਨਹੀਂ, ਐਵੇਂ ਅੱਖਾਂ ਦਾ ਭਰਮ ਹੈ, ਛਲਾਵਾ ਹੈ, ਸੁਪਨੇ ਦੀ ਨਿਆਈ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਵਿਚਾਰ ਪੜ੍ਹੇ ਘੋਖੇ। ਉਦੋਂ ਤੋਂ ਲੈ ਕੇ ਅੱਜ ਤੱਕ ਵਿਗਿਆਨੀ ਵੀ ਸ੍ਰਿਸ਼ਟੀ ਦੀ ਪੈਦਾਇਸ਼ ਬਾਰੇ ਆਪਣੇ ਖੋਜ ਪੱਤਰ ਪੇਸ਼ ਕਰਦੇ ਰਹਿੰਦੇ ਹਨ। ਇਹਨਾਂ ਦੀ ਆਪਣੀ ਬਹੁਤ ਮਹੱਤਤਾ ਹੈ। ਗੁਰੂ ਨਾਨਕ ਸਾਹਿਬ ਆਖਣ ਲੱਗੇ, ਪਿਆਰਿਓ, ਲੱਖ ਯਤਨ ਕਰਨ ਦੇ ਬਾਵਜੂਦ ਵੀ ਇਸ ਭੇਦ ਨੂੰ ਤੁਸੀਂ ਨਹੀਂ ਪਾ ਸਕੋਗੇ। ਇਹ ਕਾਇਨਾਤ ਕਿਵੇਂ ਬਣੀ ਕਿਸੇ ਨੂੰ ਪਤਾ ਨਹੀਂ ਹੈ। ਇਸ ਨੂੰ ਜੇ ਕੋਈ ਜਾਣਦਾ ਹੈ ਤਾਂ ਉਹ ਸਿਰਫ ਬਣਾਉਣ ਵਾਲਾ ਹੀ ਜਾਣਦਾ ਹੈ। ਉਸਨੇ ਕਿਸੇ ਨੂੰ ਦੱਸਿਆ ਨਹੀਂ ਭਈ ਸ੍ਰਿਸ਼ਟੀ ਕਿਵੇਂ ਬਣੀ ਹੈ। ਇਹ ਸਾਰੀ ਉਸ ਦੀ ਆਪਣੇ ਨਿਯਮ ਦੇ ਵਿੱਚ ਬਣਿਆ ਖੇਡ ਹੈ ਇੱਕ ਤਰ੍ਹਾਂ ਦੀ। ਗੁਰੂ ਸਾਹਿਬ ਦਾ ਫਰਮਾਨ ਹੈ ਜਪਜੀ ਦੇ ਵਿੱਚ, ਕਾਵਣ ਸਵੇਲਾ ਵਕਤ ਕਾਵਣ, ਕਾਵਣ ਥਿਤ ਕਾਵਣ ਵਾਰ, ਕਾਵਣ ਸਰੁੱਤੀ ਮਹਾ ਕਾਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਂ ਨਾ ਕੋਈ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੈ ਸੋਈ। ਗੁਰੂ ਸਾਹਿਬ ਨੇ ਤਾਂ ਗੱਲ ਹੀ ਮੁਕਾ ਦਿੱਤੀ ਕਿ ਜੋਗੀ, ਮੌਲਵੀ ਅਤੇ ਪੰਡਤ ਕੋਈ ਵੀ ਨਹੀਂ ਜਾਣਦੇ ਕਿ ਸ੍ਰਿਸ਼ਟੀ ਦਾ ਆਰੰਭ ਕਿਵੇਂ ਹੋਇਆ। ਗੁਰੂ ਸਾਹਿਬ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ, ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਭਾਈ
उस सच ते आधारित जो निरंकार दे नियम ने ਉਹਦੇ ਤੋਂ हवा बनी, हवा तो हौली हौली समा पा के पानी बनिया ते पानी तो धरती ते ਚੱਲਣ वाले जीव, पानी 'ਚ ਰਹਿਣ वाले जीव ਅਤੇ हवा 'ਚ ਉੱਡਣ वाले जीव हौली हौली समा पा के ਇਹ ਸਾਰੇ विकास ਕਰਦੇ बन गए। ਇੱਥੇ ਤਾਂ ਬਹੁਤ ਕੁਝ ਅਜਿਹਾ ਲਿਖਿਆ ਪਿਆ ਜਿਹੜਾ ਪੜ੍ਹ ਕੇ ਅੱਜ ਸਿਰ ਨੀਵਾਂ ਹੋ ਜਾਂਦਾ ਹੈ ਕਿ ਕੀ ਇਹਨਾਂ ਨੂੰ ਧਰਮ ਗ੍ਰੰਥ ਆਖੀਏ ਜਿਹੜਾ ਇਹ ਸਾਰਾ ਕੁਝ ਲਿਖਿਆ ਪਿਆ। ਪਰ ਗੁਰੂ ਨਾਨਕ ਸਾਹਿਬ ਨੇ ਤਾਂ ਸਾਰੀਆਂ ਗੱਲਾਂ ਵਿਗਿਆਨਕ ਆਖੀਆਂ ਨੇ, ਕਿਉਂਕਿ ਇਹ ਵੀ ਧਿਆਨ 'ਚ ਰਵੇ ਕਿ ਵੱਡੇ ਵੱਡੇ ਮਹਾਂਪੁਰਖ ਪਹਿਲਾਂ ਵੀ ਹੋਏ ਨੇ ਅਤੇ ਸਮੇਂ ਦੇ ਅਨੁਸਾਰ ਹੋਰ ਅੱਗੇ ਵਿਕਾਸ ਹੁੰਦਾ ਜਾ ਰਿਹਾ ਹੈ। ਗੁਰੂ ਸਾਹਿਬ ਤਾਂ ਕਹਿੰਦੇ ਨੇ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੇ ਉਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਤਿਸ ਤੇ ਭਾਰ ਤਲੈ ਕਬਣ ਜੋਰ। ਹਿੰਦੂਆਂ ਦੀ ਮਨੌਤ ਦੇ ਅਨੁਸਾਰ ਧਰਤੀ ਕਦੇ ਕੱਛੂ ਕੁੰਮੇ ਦੀ ਪਿੱਠ 'ਤੇ ਟਿਕੀ ਹੋਈ ਦੱਸੀ ਜਾਂਦੀ ਸੀ, ਕਦੇ ਸ਼ੇਸ਼ਨਾਗ ਦੇ ਸਿਰ ਦੇ ਉੱਤੇ ਟਿਕੀ ਦੱਸੀ ਜਾਂਦੀ ਸੀ। ਫਿਰ ਕਹਿਣ ਲੱਗੇ ਨਹੀਂ ਇਹ ਇੱਕ ਧੌਲਾ ਬਲਦ ਹੈ, ਧਰਤੀ ਦੇ ਹੇਠਾਂ ਉਹਦੇ ਸਿੰਗ 'ਤੇ ਟਿਕੀ ਹੋਈ ਹੈ। ਜਦੋਂ ਧਰਤੀ 'ਤੇ ਪਾਪ ਵੱਧ ਜਾਂਦੇ ਨੇ, ਉਹ ਧੌਲੇ ਬਲਦ ਨੂੰ ਭਾਰ ਲੱਗਦਾ ਹੈ ਤਾਂ ਫਿਰ ਉਹ ਸਿੰਗ ਬਦਲਦਾ, ਇਸ ਕਰਕੇ ਭੁਚਾਲ ਆਉਂਦੇ ਨੇ। ਇਹ ਕਹਾਣੀਆਂ ਬਹੁਤ ਸਾਰੀਆਂ ਪ੍ਰਚਲਿਤ ਧਰਮ ਦੇ ਨਾਂ 'ਤੇ ਕੀਤੀਆਂ ਗਈਆਂ ਸੀ। ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਨੇ ਵੀ ਤੁਸੀਂ ਕਹਿੰਦੇ ਹੋ ਇਹ ਇੱਕ ਧੌਲਾ ਬਲਦ ਥੱਲੇ ਹੈ, ਪਰ ਮੈਂ ਕਹਿ ਰਿਹਾ ਧੌਲ ਧਰਮ ਦਇਆ ਕਾ ਪੂਤ, ਇਹ ਧਰਮ ਦਾ ਇੱਕ ਨਿਯਮ ਹੈ ਜਿਹੜਾ ਉਹੀ ਧੌਲਾ ਬਲਦ ਹੈ, ਹੋਰ ਕੋਈ ਵੱਖਰਾ ਨਹੀਂ ਹੈ ਕਿਤੇ ਥੱਲੇ ਖਲੋਤਾ ਹੋਇਆ। ਅਤੇ ਇੱਥੇ ਜੇ ਫਿਰ ਇਹ ਸੋਚਣਾ ਤੁਸੀਂ ਕਿ ਇਹਦੇ ਥੱਲੇ ਕੋਈ ਬਲਦ ਖਲੋਤਾ ਹੈ, ਗੁਰੂ ਸਾਹਿਬ ਤਾਂ ਫਿਰ ਕਹਿ ਰਹੇ ਨੇ ਧਰਤੀ ਹੋਰ ਪਰੈ ਹੋਰ ਬੇਅੰਤ ਧਰਤੀਆਂ ਨੇ, ਉਹਨਾਂ ਦੇ ਥੱਲੇ ਵੀ ਕੋਈ ਬਲਦ ਖਲੋਤੇ ਹੋਣਗੇ। ਅਤੇ ਜਿਹੜਾ ਬਲਦ ਖਲੋਂਦਾ ਫਿਰ ਉਹ ਕਾਹਦੇ 'ਤੇ ਖਲੋਂਦਾ, ਉਹਨੂੰ ਖਲੋਣ ਨੂੰ ਇੱਕ ਹੋਰ ਧਰਤੀ ਚਾਹੀਦੀ ਹੈ, ਉਹਦੇ ਥੱਲੇ ਇੱਕ ਹੋਰ ਬਲਦ ਚਾਹੀਦਾ। ਇਹ ਸਿਲਸਿਲਾ ਕਿਤੇ ਵੀ ਮੁੱਕਣਾ ਨਹੀਂ। ਇਸ ਤਰ੍ਹਾਂ ਇਹ ਕੇਵਲ ਅਟਕਲ ਪੱਚੂ ਨੇ, ਇਹਨਾਂ ਦੇ ਵਿੱਚ ਸੱਚਾਈ ਨਹੀਂ। ਗੁਰੂ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ ਪੌਣ ਉਪਾਏ ਧਰੀ ਸਭ ਧਰਤੀ। ਉਹ ਭਾਈ ਇਹ ਧਰਤੀ ਹੈ ਜਿਹੜੀ ਅਕਾਲ ਪੁਰਖ ਨੇ, ਕੁਦਰਤ ਨੇ, ਨਿਯਮ ਨੇ, ਜੋ ਵੀ ਸ਼ਕਤੀ ਇਹਦੇ ਪਿੱਛੇ ਕੰਮ ਕਰ ਰਹੀ ਹੈ, ਹਵਾ ਪੈਦਾ ਹੋ ਗਈ, ਪੈਦਾ ਕਰ ਦਿੱਤੀ ਅਤੇ ਧਰਤੀ ਨੂੰ ਹਵਾ ਦੇ ਵਿੱਚ ਟਿਕਾ ਦਿੱਤਾ। ਇਹ ਗੱਲ ਸੁਣ ਕੇ ਅਸੀਂ ਤਾਂ ਹੱਕੇ ਬੱਕੇ ਰਹਿ ਜਾਂਦੇ ਹਾਂ ਕਿ ਏਡੀ ਵੱਡੀ ਧਰਤੀ ਹਵਾ 'ਚ ਉੱਡਦੀ ਫਿਰਦੀ ਹੈ, ਅਸੀਂ ਤਾਂ ਸੋਚ ਵੀ ਨਹੀਂ ਸਕਦੇ ਇੱਥੋਂ ਤੱਕ। ਅਤੇ ਗੁਰੂ ਸਾਹਿਬ ਇਹ ਗੱਲ ਸੋਚ ਸਕਦੇ ਆ, ਉਹਨਾਂ ਕੋਲ ਸੋਚਣ ਸ਼ਕਤੀ ਹੈ। ਉਹ ਕਹਿ ਰਹੇ ਨੇ ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ, ਅੱਗ ਅਤੇ ਪਾਣੀ ਦਾ ਮਿਲਾਪ ਕਰ ਦਿੱਤਾ। ਮੈਂ ਆਪ ਜਦੋਂ ਇਸ ਗੱਲ ਦੀ ਸਮਝ ਨਹੀਂ ਸੀ ਆਈ, ਬਹੁਤ ਹੈਰਾਨ ਹੁੰਦਾ ਸੀ ਵੀ ਪਾਣੀ ਅਤੇ ਅੱਗ ਦਾ ਮੇਲ ਕਿਵੇਂ ਹੋ ਗਿਆ। ਹੌਲੀ ਹੌਲੀ ਵਿਗਿਆਨ ਨੂੰ ਪੜ੍ਹਿਆ, ਸਿਆਣੇ ਬੰਦਿਆਂ ਤੋਂ ਮੱਤ ਲਈ, ਕਿਤਾਬਾਂ ਪੜ੍ਹੀਆਂ ਅਤੇ ਉਹਦੇ ਵਿੱਚ ਪਤਾ ਲੱਗਿਆ ਕਿ ਸਮੁੰਦਰ ਦੇ ਵਿੱਚ ਜਦੋਂ ਤੂਫਾਨ ਆਉਂਦਾ ਹੈ, ਪਾਣੀ ਦੇ ਵਿੱਚੋਂ, ਸਮੁੰਦਰ ਦੇ ਵਿੱਚੋਂ ਅੱਗ ਦੀਆਂ ਲਾਟਾਂ ਪੈਦਾ ਹੋ ਜਾਂਦੀਆਂ ਨੇ। ਤੁਸੀਂ ਸ਼ਾਇਦ ਇਸ ਗੱਲ ਨੂੰ ਸੱਚ ਨਹੀਂ ਮੰਨੋਗੇ, ਪਰ ਪ੍ਰਤੱਖ ਜਿਹੜਾ ਸਾਰਿਆਂ ਨੇ ਵੇਖਿਆ, ਸੋਚ ਕੇ ਵੇਖੋ, ਜਦੋਂ ਬੱਦਲ ਆਕਾਸ਼ ਦੇ ਵਿੱਚ ਗਰਜਦੇ ਨੇ, ਟਕਰਾਉਂਦੇ ਨੇ, ਉਹਨਾਂ ਬੱਦਲਾਂ ਦੇ ਵਿੱਚੋਂ ਜਿਹੜੀ ਬਿਜਲੀ ਪੈਦਾ ਹੁੰਦੀ ਹੈ, ਕੀ ਉਹ ਅੱਗ ਨਹੀਂ ਹੁੰਦੀ? ਬਹੁਤ ਤਾਕਤਵਰ ਅੱਗ ਹੁੰਦੀ ਹੈ। ਪਰ ਉਹ ਤਾਕਤਵਰ ਅੱਗ ਪਾਣੀ ਦੇ ਵਿੱਚੋਂ, ਬੱਦਲਾਂ ਦੇ ਵਿੱਚੋਂ ਪੈਦਾ ਹੁੰਦੀ ਹੈ ਅਤੇ ਧਰਤੀ ਦੇ ਉੱਤੇ ਆ ਕੇ ਬਹੁਤ ਵੱਡੇ ਨੁਕਸਾਨ ਕਰ ਜਾਂਦੀ ਹੈ। ਅਤੇ ਗੁਰੂ ਸਾਹਿਬ ਨੂੰ ਇਹਨਾਂ ਗੱਲਾਂ ਦਾ ਪਤਾ ਹੈ ਕਿ ਜਲ ਅਗਨੀ ਕਾ ਬੰਦ ਕੀਆ, ਅੱਗ ਅਤੇ ਪਾਣੀ ਦਾ ਸੁਮੇਲ ਕਰ ਦਿੱਤਾ। ਇਸੇ ਤਰ੍ਹਾਂ ਹੋਰ ਬਹੁਤ ਕੁਝ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਗੁਰਬਾਣੀ ਦੇ ਰਾਹੀਂ ਵਿਗਿਆਨਕ ਸਮਝਾਇਆ। ਮੁਕਾਮ ਤਿਸਨੋ ਆਖੀ ਹੈ ਜਿਸ ਸੱਚ ਨਾ ਹੋਵੀ ਲੇਖ, ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ, ਦਿਨ ਰਵ ਚਲੈ ਨਿਸ ਸੱਸ ਚਲੈ, ਤਾਰ ਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਭਾਈ ਸਾਰਾ ਕੁਝ ਚੱਲ ਰਿਹਾ ਹੈ, ਅਸਮਾਨ ਧਰਤੀ ਸਭ ਚੱਲਦੀ ਹੈ, ਦਿਨ ਰਾਤ ਭਾਵ ਕਿ ਸੂਰਜ ਚੰਦ ਸਭ ਚੱਲਦੇ ਨੇ, ਇਹ ਕੋਈ ਖਲੋਤਾ ਹੋਇਆ ਨਹੀਂ, ਆਪੋ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਅਤੇ ਗੁਰੂ ਸਾਹਿਬ ਤਾਂ ਆਸਾ ਕੀ ਵਾਰ ਦੇ ਵਿੱਚ ਕਹਿ ਰਹੇ ਨੇ ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਇਹ ਵੀ ਨਿਯਮ ਦੇ ਵਿੱਚ ਸੂਰਜ ਚੰਦ ਚੱਲ ਰਹੇ ਨੇ, ਕਰੋੜਾਂ ਮੀਲਾਂ ਦਾ ਸਫ਼ਰ ਕਰਦੇ ਰਹਿੰਦੇ ਨੇ ਅਤੇ ਲਗਾਤਾਰ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਗੁਰੂ ਸਾਹਿਬ ਤਾਂ ਇੱਥੋਂ ਤੱਕ ਵਿਗਿਆਨਕ ਗੱਲਾਂ ਸਾਨੂੰ ਸਮਝਾਉਂਦੇ ਨੇ, ਭੀਤਰ ਅਗਨ ਬਨਸਪਤ ਮੌਲੀ, ਸਾਗਰ ਪੰਡੈ ਪਾਇਆ। ਭਾਈ ਸਾਰੀ ਜਿਹੜੀ ਬਨਸਪਤੀ ਹੈ ਇਹਦੇ ਅੰਦਰ ਅੱਗ ਮੌਜੂਦ ਹੈ। ਸਾਗਰ ਪੰਡੈ ਪਾਇਆ, ਇਹ ਜਿਹੜਾ ਸਮੁੰਦਰ ਹੈ ਮਾਨੋ ਇੱਕ ਪੰਡ ਬੰਨ੍ਹ ਕੇ ਨਿਯਮ ਦੇ ਵਿੱਚ ਟਿਕਾ ਦਿੱਤਾ
ਧਰਤੀ ਤੋਂ ਪਾਣੀ ਕਿਧਰੇ ਹੋਰ ਨਹੀਂ ਜਾਂਦਾ, ਆਪਣੀ ਥਾਂ ਤੇ ਟਿਕਿਆ ਹੋਇਆ ਹੈ। ਹਾਲਾਂਕਿ ਸਮੁੰਦਰ ਦੇ ਦੁਆਲੇ ਕੋਈ ਉੱਚੀਆਂ ਕੰਧਾਂ ਨਹੀਂ ਕੱਢੀਆਂ ਹੋਈਆਂ। ਚੰਦ ਸੂਰਜ ਦੋਏ ਘਰ ਹੀ ਭੀਤਰ, ਐਸਾ ਗਿਆਨ ਨਾ ਪਾਇਆ। ਭਾਈ ਚੰਦ ਅਤੇ ਸੂਰਜ ਭਾਵ ਕਿ ਠੰਡ ਅਤੇ ਤਪਸ਼ ਤੁਹਾਡੇ ਸਰੀਰ ਦੇ ਅੰਦਰ ਹੈ। ਤੁਹਾਡੇ ਸਰੀਰ ਦੇ ਤਾਪਮਾਨ ਨੂੰ ਵੀ ਇੱਕ ਨਿਯਮ ਦੇ ਵਿੱਚ ਕੁਦਰਤ ਨੇ ਰੱਖਿਆ ਹੋਇਆ ਹੈ, ਅਤੇ ਜੇ ਇਹ ਤਾਪਮਾਨ ਘਟ ਜਾਵੇ ਜਾਂ ਵੱਧ ਜਾਵੇ ਤਾਂ ਸਰੀਰ ਦਾ ਨੁਕਸਾਨ ਹੋ ਜਾਂਦਾ ਹੈ, ਬੰਦੇ ਦੀ ਮੌਤ ਹੋ ਜਾਂਦੀ ਹੈ। ਅਤੇ ਗੁਰੂ ਸਾਹਿਬ ਤਾਂ ਇੱਥੋਂ ਤਾਂ ਕਹਿੰਦੇ ਨੇ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇੱਕ ਬਾਤ, ਸਹਿਸ 18 ਕਹਿਨ ਕਤੇਬਾਂ ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼। ਕੋਈ ਵੀ ਬੰਦਾ ਇਹਨਾਂ ਦੇ ਲੇਖਾ ਨਹੀਂ ਕਰ ਸਕਦਾ, ਹਿਸਾਬ ਨਹੀਂ ਲਾ ਸਕਦਾ, ਇਹ ਅਣਗਿਣਤ ਨੇ। ਖੰਡ ਪਤਾਲ ਅਸੰਖ ਮੈਂ ਗਣਤ ਨਾ ਹੋਈ। ਗੁਰੂ ਸਾਹਿਬ ਤਾਂ ਕਹਿੰਦੇ ਨੇ ਮੇਰੇ ਤੋਂ ਗਿਣਤੀ ਨਹੀਂ ਭਾਈ ਹੁੰਦੀ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਕੋਈ ਪਤਾ ਨਹੀਂ ਕਿੰਨੀਆਂ ਕੁ ਨੇ ਇਹ ਚੀਜ਼ਾਂ, ਇਹਨਾਂ ਨੂੰ ਦੱਸਿਆ ਨਹੀਂ ਜਾਇਆ ਸਕਦਾ, ਇਹ ਤਾਂ ਬਹੁਤ ਅਣਗਿਣਤ ਨੇ। ਪਾਵਨ ਪਰੋਇਓ ਸਗਲ ਅਕਾਰਾ, ਪਾਵਕ ਕਾਸ਼ਟ ਸੰਗੇ, ਨੀਰ ਧਰਨ ਕਰ ਰਾਖੇ ਏਕਤ, ਕੋਈ ਨਾ ਕਿਸੇ ਹੀ ਸੰਗੇ। ਹੁਣ ਇੱਥੇ ਪਵਨ ਪਰੋਇਓ ਸਗਲ ਅਕਾਰਾ, ਮਾਨੋ ਹਵਾ ਦੇ ਵਿੱਚ ਸਾਰਾ ਇਹ ਪਸਾਰਾ ਟਿਕਿਆ ਹੋਇਆ ਹੈ। ਅੱਗ ਅਤੇ ਪਾਣੀ ਇਹ ਵੀ ਇਕੱਠੇ ਹੀ ਰਹਿੰਦੇ ਨੇ। ਨੀਰ ਧਰਨ, ਅੱਗ ਅਤੇ ਧਰਤੀ, ਪਾਣੀ ਅਤੇ ਧਰਤੀ ਇੱਕ ਥਾਂ 'ਤੇ ਰਹਿੰਦੇ ਨੇ, ਭਾਵ ਕਿ ਧਰਤੀ ਸਮੁੰਦਰ ਦੇ ਪਾਣੀ ਵਿੱਚ ਖੁਰਦੀ ਨਹੀਂ, ਖਤਮ ਨਹੀਂ ਹੁੰਦੀ, ਅਤੇ ਪਾਣੀ ਕਿਧਰੇ ਉਡਾਰੀ ਮਾਰ ਕੇ ਨਹੀਂ ਜਾਂਦਾ, ਆਪਣੇ ਨਿਯਮ 'ਚ ਦੋਵੇਂ ਟਿਕੇ ਹੋਏ ਨੇ, ਤਾਂ ਇੱਥੇ ਧਰਤੀ 'ਤੇ ਜੀਵ ਰਹਿ ਰਹੇ ਨੇ, ਨਹੀਂ ਤਾਂ ਸਭ ਦਾ ਖਾਤਮਾ ਹੋ ਸਕਦਾ ਹੈ। ਇਸੇ ਤਰ੍ਹਾਂ ਬਹੁਤ ਕੁਝ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ, ਜਿਹੜਾ ਕਿ ਹੋਰ ਅੱਗੇ ਵਧਣ ਵਾਸਤੇ ਸਾਡੇ ਵਾਸਤੇ ਸਹਾਇਤਾ ਹੋ ਸਕਦੀ ਹੈ। ਗੁਰੂ ਸਾਹਿਬ ਨੇ ਜੋ ਵਿਗਿਆਨਕ ਆਧਾਰ ਬਣਾਇਆ, ਦੁਖਦਾਈ ਪਹਿਲੂ ਇਹ ਹੈ ਕਿ ਸਾਡੇ ਸਿੱਖ ਭੈਣਾਂ ਭਾਈਆਂ ਨੇ ਉਹਨਾਂ ਪੱਖਾਂ ਨੂੰ ਪੜ੍ਹਿਆ ਨਹੀਂ। ਕਰਾਮਾਤੀ ਕਹਾਣੀਆਂ ਸਾਧਾਂ ਸੰਤਾਂ ਤੋਂ, ਜਿਹੜੀਆਂ ਕਿ ਪੁਰਾਤਨ ਹਿੰਦੂ ਮਿਥਿਹਾਸ ਦੀਆਂ ਕਹਾਣੀਆਂ ਉਹਨਾਂ ਗ੍ਰੰਥਾਂ ਦੇ ਵਿੱਚੋਂ ਲੈ ਕੇ ਸਾਡੀਆਂ ਸਟੇਜਾਂ 'ਤੇ ਸੁਣਾਈਆਂ ਜਾ ਰਹੀਆਂ ਨੇ, ਉਹੀ ਕੋਈ ਸੁਣ ਕੇ ਨੀਵੀਂ ਪਾ ਕੇ ਘਰਾਂ ਨੂੰ ਆ ਜਾਂਦੇ ਨੇ। ਆਪ ਆਪਣੇ ਮਾਨਸਿਕ ਵਿਕਾਸ ਵਾਸਤੇ ਕੋਈ ਯਤਨ ਨਹੀਂ ਕਰਦੇ, ਅਤੇ ਕੋਈ ਵਿੱਦਿਆ ਹਾਸਲ ਕਰਨ ਵਾਸਤੇ ਆਪ ਉਪਰਾਲਾ ਨਹੀਂ ਕਰਦੇ, ਗੁਰਬਾਣੀ ਨੂੰ ਸਮਝ ਕੇ ਪੜ੍ਹਨ ਦਾ ਯਤਨ ਨਹੀਂ ਕਰਦੇ। ਇਸੇ ਕਰਕੇ ਅਸੀਂ ਉਹਨਾਂ ਕਰਾਮਾਤੀ ਕਹਾਣੀਆਂ 'ਚ ਉਲਝੇ ਹਾਂ, ਸਾਧਾਂ ਸੰਤਾਂ ਦੇ ਪੈਰਾਂ 'ਚ ਲੰਮੇ ਪਏ ਹਾਂ, ਜਾਦੂ ਮੰਤਰ ਧਾਗੇ ਤਮੀਚਾਂ 'ਚ ਉਲਝੇ ਹਾਂ। ਗੁਰੂ ਸਾਹਿਬ ਨੇ ਕਿੰਨੀਆਂ ਆਕਾਸ਼ ਦੇ ਵਿੱਚ ਉਡਾਰੀਆਂ ਲਾਈਆਂ, ਅਤੇ ਖੁਦ ਸਾਨੂੰ ਕਿੰਨਾ ਉੱਚੇ ਲੈਵਲ ਦੀਆਂ ਗੱਲਾਂ ਸੁਣਾਈਆਂ ਅਤੇ ਸਮਝਾਈਆਂ, ਅਸੀਂ ਉਹਨਾਂ ਤੱਕ ਪਹੁੰਚਣ ਤੋਂ ਅਸਮਰੱਥ ਹੋ ਗਏ। ਸਵਾਲ ਨੰਬਰ 199, ਬੀਬੀ ਅੰਮ੍ਰਿਤ ਕੌਰ ਜਗਰਾਓਂ, ਇਹਨਾਂ ਦਾ ਸਵਾਲ ਹੈ, ਗੁਰੂ ਅਰਜਨ ਬਿੱਟੋਂ ਕੁਰਬਾਨੀ, ਇਸ ਦੇ ਕੀ ਅਰਥ ਹਨ? ਬਹੁਤ ਸਾਰੇ ਕਥਾਵਾਚਕਾਂ ਨੇ ਇਸ ਪੰਕਤੀ ਨੂੰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨਾਲ ਜੋੜਿਆ ਹੈ ਕਿ ਉਹ ਆਪਣਾ ਆਪਾ ਕੁਰਬਾਨ ਕਰ ਗਏ। ਅਤੇ ਇਹ ਪੰਕਤੀ ਜਦੋਂ ਆਪਾਂ ਸਾਰਾ ਭਾਈ ਸਾਹਿਬ ਦੀਆਂ ਜੋ ਰਚਨਾਵਾਂ ਨੇ, ਭਾਈ ਗੁਰਦਾਸ ਦੀਆਂ, ਇਹਦੇ ਵਿੱਚੋਂ ਸਾਰੀ ਪੌੜੀ ਪੜ੍ਹੀਏ, ਪੂਰੀ ਰਚਨਾ ਪੜ੍ਹੀਏ, ਤਾਂ ਇਹਦੇ ਅਰਥ ਹੋਰ ਬਣਦੇ ਨੇ। ਇਹ ਤਾਂ ਅਸੀਂ ਮੰਨ ਸਕਦੇ ਹਾਂ ਕਿ ਭਾਈ ਗੁਰਦਾਸ ਨੇ ਗੁਰੂ ਅਰਜਨ ਸਾਹਿਬ ਬਾਰੇ ਜੇ ਕੁਝ ਲਿਖਿਆ ਹੋਵੇ ਤਾਂ ਉਹ ਸਾਡੇ ਤੱਕ ਨਹੀਂ ਪਹੁੰਚਿਆ। ਉਹਨਾਂ ਨੇ ਕਿਉਂ ਨਹੀਂ ਲਿਖਿਆ? ਇਹ ਤਾਂ ਹੋ ਨਹੀਂ ਸਕਦਾ ਕਿ ਉਹਨਾਂ ਨੇ ਗੁਰੂ ਸਾਹਿਬ ਦੇ ਪਰਉਪਕਾਰਾਂ ਵਾਸਤੇ ਕੁਝ ਨਾ ਲਿਖਿਆ ਹੋਵੇ, ਪਰ ਹਾਲਾਤ ਪਿਛਲੇ ਸਮੇਂ 'ਚ ਬਹੁਤ ਭਿਆਨਕ ਚੱਲਦੇ ਰਹੇ ਨੇ। ਸਿੱਖਾਂ ਨੂੰ ਜੰਗ ਯੁੱਧ ਲੜਨੇ ਪਏ ਨੇ, ਜੰਗਲਾਂ 'ਚ ਰਹਿਣਾ ਪਿਆ, ਅਤੇ ਉਹਨਾਂ ਹਾਲਤਾਂ ਦੇ ਵਿੱਚ ਪੁਰਾਤਨ ਪੋਥੀਆਂ ਸਾਂਭ ਕੇ ਰੱਖਣੀਆਂ ਬਹੁਤ ਮੁਸ਼ਕਲ ਸੀ। ਸੋ ਦੁਸ਼ਮਣਾਂ ਨੇ ਉਹਨਾਂ ਪੋਥੀਆਂ ਨੂੰ ਬਰਬਾਦ ਕਰਨ ਦਾ, ਸਾੜਨ ਦਾ, ਅੱਗ ਲਾਉਣ ਦਾ, ਖੂਹਾਂ ਸੁੱਟਣ ਦਾ ਬਹੁਤ ਵਾਰੀ ਕੰਮ ਕੀਤਾ, ਅਤੇ ਇਸ ਤਰ੍ਹਾਂ ਉਹ ਹੱਥ ਲਿਖਤਾਂ ਸਾਨੂੰ ਨਹੀਂ ਮਿਲੀਆਂ। ਅਤੇ ਇਤਿਹਾਸਕਾਰਾਂ ਨੇ ਬਹੁਤ ਕੁਝ ਲੱਭ ਕੇ ਸਾਡੇ ਸਾਹਮਣੇ ਰੱਖਣ ਦਾ ਯਤਨ ਤਾਂ ਕੀਤਾ, ਪਰ ਅਜੇ ਹੋਰ ਬਹੁਤ ਸਾਰੇ ਕੰਮ ਕਰਨ ਵਾਲੇ ਨੇ। ਜਦੋਂ ਆਪਾਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਬਾਰੇ ਇਸ ਪੌੜੀ ਦੇ ਵਿੱਚੋਂ ਪੜ੍ਹਾਂਗੇ ਤਾਂ ਸਾਰਾ ਕੁਝ ਨਹੀਂ ਮਿਲਦਾ। ਕੇਵਲ ਇੱਕ ਪੰਕਤੀ ਪੜ੍ਹ ਲੈਣੀ, ਇਹਦੇ ਨਾਲ ਸਾਡਾ ਕੁਝ ਵੀ ਮਸਲਾ ਹੱਲ ਨਹੀਂ ਹੋ ਸਕਦਾ। ਜਦੋਂ ਇਸ ਸਾਰੀ ਪੌੜੀ ਨੂੰ, ਜਿਹੜੀ ਕਿ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚੋਂ 24ਵੀਂ ਵਾਰ ਦੀ 23ਵੀਂ ਪੌੜੀ ਹੈ, ਇਹਦਾ ਆਪਾਂ ਇੱਕ ਇੱਕ ਪੰਕਤੀ ਕਰਕੇ ਤੁਹਾਡੇ ਸਾਹਮਣੇ ਰੱਖਦੇ ਹਾਂ ਕਿ ਆਖਰੀ ਪੰਕਤੀ ਹੈ ਗੁਰੂ ਅਰਜਨ ਬਿੱਟੋਂ ਕੁਰਬਾਨੀ। ਆਪਾਂ ਇਹੀ ਪੜ੍ਹਦੇ ਹਾਂ, ਹੋਰ ਪੰਕਤੀਆਂ ਆਮ ਤੌਰ 'ਤੇ ਸਟੇਜਾਂ 'ਤੇ ਨਹੀਂ ਸੁਣਾਈਆਂ ਜਾਂਦੀਆਂ।
ਭਾਈ ਗੁਰਦਾਸ ਜੀ ਕਹਿੰਦੇ ਨੇ, ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ। ਹੁਣ ਗੁਰੂ ਦਰਿਆ ਦੇ ਵਿੱਚ ਤਾਂ ਰਹਿੰਦੇ ਨਹੀਂ, ਪਰ ਇੱਥੇ ਉਦਾਹਰਣ ਦਿੱਤੀ ਹੈ ਕਿ ਜਿਵੇਂ ਮੱਛੀ ਦਰਿਆ ਦੇ ਵਿੱਚ ਰਹਿੰਦੀ ਹੈ ਅਤੇ ਉਹ ਸਦਾ ਹੀ ਦੂਰ ਤੱਕ ਡੂੰਘੀਆਂ ਚੁੱਭੀਆਂ ਲਾਉਂਦੀ ਹੈ ਅਤੇ ਉਹਨੂੰ ਪਾਣੀ ਦੇ ਵਿੱਚ ਡੁੱਬਣ ਦਾ ਕੋਈ ਖਤਰਾ ਨਹੀਂ। ਉਹ ਅਡੋਲ ਅਵਸਥਾ ਦੇ ਵਿੱਚ ਪਾਣੀ ਹੀ ਉਹਦਾ ਟਿਕਾਣਾ ਹੈ ਅਤੇ ਉਹਨੂੰ ਹੋਰ ਕਿਸੇ ਸਹਾਰੇ ਦੀ ਲੋੜ ਨਹੀਂ। ਆਪਣੇ ਤੌਰ 'ਤੇ ਪਾਣੀ ਦੇ ਵਿੱਚ ਉਹ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜਿਉ ਰਹੀ ਹੈ। ਇਸੇ ਤਰ੍ਹਾਂ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ। ਪਤੰਗਾ ਹੈ, ਉਹ ਰੋਸ਼ਨੀ ਵੇਖ ਕੇ ਰੋਸ਼ਨੀ ਵੱਲ ਦੌੜਦਾ ਹੈ। ਉਹਨੂੰ ਇਹ ਫਿਕਰ ਨਹੀਂ ਹੈ ਕਿ ਮੇਰੀ ਮੌਤ ਹੋ ਜਾਵੇਗੀ, ਮੈਂ ਸੜ ਜਾਵਾਂਗਾ, ਪਰ ਉਹਨੂੰ ਰੋਸ਼ਨੀ ਨਾਲ, ਦੀਵੇ ਨਾਲ, ਚਿਰਾਗ ਨਾਲ ਪਿਆਰ ਹੈ ਤਾਂ ਉਹਦੀ ਬੇਸ਼ੱਕ ਜਾਨ ਚਲੀ ਜਾਵੇ, ਪਰ ਉਹ ਦੀਵੇ ਤੋਂ ਬਗੈਰ ਰਹਿ ਨਹੀਂ ਸਕਦਾ। ਜਿੱਥੇ ਵੀ ਦੀਵਾ ਬਲਦਾ ਉਹਨੂੰ ਨਜ਼ਰ ਆਵੇ ਉੱਥੇ ਪਹੁੰਚ ਜਾਂਦਾ ਹੈ। ਗੁਰੂ ਅਰਜਨ ਸਾਹਿਬ ਰੱਬ ਨਾਲ ਪਿਆਰ ਕਰਨ ਵਾਲੇ ਨੇ। ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਨ ਵਾਲੀ ਹੈ, ਪਤੰਗਾ ਦੀਵੇ ਨੂੰ ਪਿਆਰ ਕਰਨ ਵਾਲਾ ਹੈ, ਇਸ ਤਰ੍ਹਾਂ ਸ਼ਬਦ ਸੁਰਤ ਲਿਵ ਮਿਰਗ ਜਿਉਂ ਭੀੜ ਪਈ ਚਿਤ ਅਵਰ ਨਾ ਜਾਣੀ। ਜਿਵੇਂ ਹਿਰਨ ਹੈ, ਘੰਡਾ ਹੇੜੇ ਦੀ ਆਵਾਜ਼ ਸੁਣ ਕੇ ਉਧਰ ਨੂੰ ਦੌੜਦਾ, ਭਾਵੇਂ ਉਹ ਅੱਗੇ ਜਾਲ 'ਚ ਫਸ ਜਾਵੇ, ਸ਼ਿਕਾਰੀ ਉਹਨੂੰ ਮਾਰ ਲਵੇ, ਪਰ ਉਹ ਆਪਣੇ ਜੋ ਉਹਦੀ ਦਿਲਚਸਪੀ ਬਣੀ ਹੋਈ ਹੈ ਸੋਹਣੀ ਆਵਾਜ਼ ਵੱਲ ਜਾਣ ਦੀ, ਉਹ ਉਸ ਆਵਾਜ਼ ਵੱਲ ਦੌੜਦਾ ਅਤੇ ਉਹ ਰਹਿ ਨਹੀਂ ਸਕਦਾ, ਅਤੇ ਉਹਨੂੰ ਉਹ ਆਵਾਜ਼ ਚੰਗੀ ਲੱਗਦੀ ਹੈ। ਚਰਨ ਕਮਲ ਮਿਲ ਭਵਰ ਜਿਉਂ ਸੁਖ ਸੰਪਟ ਵਿੱਚ ਰਹਿਣ ਵਿਹਾਣੀ। ਇਸੇ ਤਰ੍ਹਾਂ ਭੌਰਾ ਹੈ ਜਿਹੜਾ, ਉਹ ਫੁੱਲਾਂ 'ਤੇ ਸੁਗੰਧੀ 'ਤੇ ਜਾਂਦਾ ਹੈ, ਮਸਤ ਹੋ ਜਾਂਦਾ ਹੈ। ਕੁਝ ਇੱਕ ਫੁੱਲ ਇਹੋ ਜਿਹੇ ਹੁੰਦੇ ਨੇ ਜਦੋਂ ਭੌਰਾ ਉਹਨਾਂ 'ਤੇ ਬਹਿ ਜਾਂਦਾ ਉਹ ਬੰਦ ਹੋ ਜਾਂਦੇ ਨੇ, ਭੌਰੇ ਦੀ ਵਿੱਚ ਮੌਤ ਹੋ ਜਾਂਦੀ ਹੈ, ਪਰ ਉਹ ਆਪਣੇ ਆਪ ਨੂੰ ਰੋਕ ਨਹੀਂ ਸਕਦਾ। ਜਿੱਥੇ ਵੀ ਸੁਗੰਧਿਤ ਉਹਨੂੰ ਫੁੱਲ ਮਿਲਦੇ ਨੇ ਉੱਧਰ ਨੂੰ ਉਹ ਆਪ ਮੁਹਾਰੇ ਚਲਿਆ ਜਾਂਦਾ ਹੈ। ਗੁਰ ਉਪਦੇਸ਼ ਨਾ ਵਿਸਰੈ ਬਾ ਬੀਹੇ ਜੋ ਆਖ ਵਖਾਣੀ। ਗੁਰਸਿੱਖ ਨੂੰ ਕਦੇ ਵੀ ਗੁਰੂ ਦਾ ਉਪਦੇਸ਼ ਵਿਸਰਦਾ ਨਹੀਂ ਹੈ। ਜਿਵੇਂ ਬਬੀਹਾ ਪਾਣੀ ਦੀਆਂ ਬੂੰਦਾਂ ਵਾਸਤੇ, ਬੱਦਲ ਵਾਸਤੇ ਉਹ ਲਗਾਤਾਰ ਆਵਾਜ਼ ਦਿੰਦਾ ਹੈ ਅਤੇ ਉਹ ਬੱਦਲਾਂ ਨੂੰ ਪਿਆਰ ਕਰਦਾ ਹੈ, ਜਦੋਂ ਮੀਂਹ ਪੈਂਦਾ ਬਹੁਤ ਖੁਸ਼ ਹੁੰਦਾ ਹੈ। ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਦੀ ਮਾਨਸਿਕ ਅਵਸਥਾ ਭਾਈ ਗੁਰਦਾਸ ਜੀ ਨੇ ਬਿਆਨ ਕੀਤੀ ਹੈ। ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ। ਗੁਰੂ ਸਾਹਿਬ ਜੋ ਉਪਦੇਸ਼ ਕਰਦੇ ਨੇ, ਗੁਰਮੁਖ ਉਹ ਤੋਂ ਸੁੱਖਾਂ ਦੀ ਪ੍ਰਾਪਤੀ ਕਰਦੇ ਨੇ। ਉਹਨਾਂ ਨੂੰ ਗੁਰੂ ਅਰਜਨ ਸਾਹਿਬ ਬਹੁਤ ਉੱਤਮ ਦਰਜੇ ਦਾ ਉਪਦੇਸ਼ ਦਿੰਦੇ ਨੇ, ਸਹਿਜ ਅਵਸਥਾ 'ਚ ਰਹਿੰਦੇ ਨੇ, ਸਾਧ ਸੰਗਤ ਲੋਕੀ ਆ ਕੇ ਉਹਨਾਂ ਕੋਲੇ ਕਰਦੇ ਨੇ। ਅਤੇ ਇਸ ਤਰ੍ਹਾਂ ਗੁਰੂ ਅਰਜਨ ਬਿੱਟੋਂ ਕੁਰਬਾਨੀ। ਗੁਰੂ ਅਰਜਨ ਸਾਹਿਬ ਤਾਂ ਪ੍ਰਮਾਤਮਾ ਤੋਂ, ਰੱਬ ਤੋਂ, ਇਨਸਾਨੀਅਤ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਰਹੇ ਨੇ, ਭਾਵ ਕਿ ਆਪਣਾ ਆਰਾਮ, ਸੁੱਖ, ਸਾਰਾ ਕੁਝ ਉਹ ਲੋਕਾਂ ਦੇ ਭਲੇ ਵਾਸਤੇ ਲੇਖੇ ਲਾ ਰਹੇ ਨੇ ਅਤੇ ਸੰਗਤਾਂ ਉਹਨਾਂ ਤੋਂ ਉਪਦੇਸ਼ ਲੈ ਕੇ ਆਪਣੇ ਜੀਵਨ ਨੂੰ ਸੰਵਾਰ ਰਹੀਆਂ ਨੇ। ਇਸ ਜਿਹੜੀ ਪੌੜੀ ਹੈ ਇਹਦਾ ਤਾਂ ਜਿੱਥੋਂ ਤੱਕ ਮੇਰੀ ਸਮਝ ਹੈ ਇਤਨਾ ਕੁ ਹੀ ਅਰਥ ਬਣਦੇ ਨੇ। ਵਿਸਥਾਰ ਵਿਦਵਾਨਾਂ ਨੇ ਬਹੁਤ ਦਿੱਤੇ ਹੋਏ ਨੇ, ਇੱਥੇ ਸਵਾਲ ਜਵਾਬਾਂ ਦੇ ਵਿੱਚ ਬਹੁਤਾ ਵਿਸਥਾਰ ਦੇਣਾ ਮੈਂ ਠੀਕ ਨਹੀਂ ਸਮਝਦਾ, ਕਿਉਂਕਿ ਸੰਖੇਪ ਦੇ ਵਿੱਚ ਹੀ ਗੱਲ ਕੀਤੀ ਜਾਵੇ ਤਾਂ ਬਿਹਤਰ ਹੈ। ਉਂਝ ਗੁਰੂ ਅਰਜਨ ਸਾਹਿਬ ਬਾਰੇ ਜੋ ਉਹਨਾਂ ਦੀ ਸ਼ਹੀਦੀ ਬਾਰੇ ਘਟਨਾਵਾਂ ਨੇ, ਉਹਨਾਂ ਨੂੰ ਹੋਰ ਸਮਝਣ ਵਾਸਤੇ ਇਤਿਹਾਸ ਪੜ੍ਹਨਾ ਜ਼ਰੂਰੀ ਹੈ ਅਤੇ ਇਹਦੇ ਵਾਸਤੇ ਡਾਕਟਰ ਗੰਡਾ ਸਿੰਘ ਨੇ ਕਾਫੀ ਕੁਝ ਲਿਖਿਆ ਹੈ, ਪ੍ਰੋਫੈਸਰ ਸਾਹਿਬ ਸਿੰਘ ਨੇ ਲਿਖਿਆ ਹੈ, ਹੋਰ ਵਿਦਵਾਨਾਂ ਨੇ ਵੀ ਲਿਖਿਆ। ਇਹ ਅਜੇ ਵੀ ਬਹੁਤ ਕੁਝ ਸਾਡੇ ਸਾਹਮਣੇ ਆਉਣ ਵਾਲਾ ਬਾਕੀ ਹੈ, ਸਾਰਾ ਕੁਝ ਅਜੇ ਸਾਡੇ ਸਾਹਮਣੇ ਨਹੀਂ ਆਇਆ। ਆਪਾਂ ਇਹੋ ਹੀ ਸਮਝ ਲਈਏ ਕਿ ਗੁਰੂ ਅਰਜਨ ਸਾਹਿਬ ਸੱਚ 'ਤੇ ਪਹਿਰਾ ਦਿੰਦਿਆਂ ਆਪਣਾ ਜੀਵਨ ਲੀਲਾ ਸਮਾਪਤ ਕਰ ਗਏ, ਪਰ ਉਹ ਅਡੋਲ ਰਹੇ, ਕਿਸੇ ਅੱਗੇ ਝੁਕੇ ਨਹੀਂ, ਅਤੇ ਭਾਵੇਂ ਉਹਨਾਂ ਨੂੰ ਕਿੱਡਾ ਵੱਡਾ ਇਹਦਾ ਮੁੱਲ ਉਤਾਰਨਾ ਪਿਆ, ਪਰ ਉਹ ਆਪਣੇ ਅਸੂਲਾਂ 'ਤੇ ਪੱਕੇ ਰਹੇ। ਸਵਾਲ ਨੰਬਰ 190 ਭਾਈ ਰਣਜੀਤ ਸਿੰਘ ਘਨੌਲੀ, ਜ਼ਿਲ੍ਹਾ ਰੋਪੜ। ਇਹਨਾਂ ਦਾ ਸਵਾਲ ਹੈ ਕਿ ਨਗਰ ਕੀਰਤਨ ਸਮੇਂ 5 ਪਿਆਰਿਆਂ ਦਾ ਮੂਹਰੇ ਨੰਗੀਆਂ ਕਿਰਪਾਨਾਂ ਲੈ ਕੇ ਚੱਲਣਾ ਜ਼ਰੂਰੀ ਹੈ। ਇਹ ਪਰੰਪਰਾ ਕਦੋਂ ਸ਼ੁਰੂ ਹੋਈ? ਇੱਥੇ ਇਹ ਧਿਆਨ ਰਵੇ ਕਿ ਪੁਰਾਤਨ ਸਮਿਆਂ ਦੇ ਵਿੱਚ ਜਦੋਂ ਸਿੱਖਾਂ ਦਾ ਆਪ ਹੀ ਕੋਈ ਪੱਕਾ ਟਿਕਾਣਾ ਨਹੀਂ ਸੀ, ਉਦੋਂ ਇਹੋ ਜਿਹੀ ਪਰੰਪਰਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਗੁਰੂ ਸਾਹਿਬ ਦੇ ਜ਼ਮਾਨੇ 'ਚ ਵੀ ਇਹੋ ਜਿਹੀ ਕੋਈ ਪਰੰਪਰਾ ਕਦੇ ਨਹੀਂ ਚੱਲੀ। ਇਤਿਹਾਸਕ ਤੌਰ 'ਤੇ ਸਾਨੂੰ ਕੋਈ ਸਰੋਤ ਇਹੋ ਜਿਹਾ ਨਹੀਂ ਮਿਲਦਾ ਜਦੋਂ ਇਹ ਨਗਰ ਕੀਰਤਨ ਦੀ ਪਰੰਪਰਾ ਸ਼ੁਰੂ ਹੋਈ ਹੋਵੇ। ਇਹ ਤਾਂ ਅਸਲ ਦੇ ਵਿੱਚ ਜਦੋਂ ਕਿਤੇ ਬਹੁਤ ਸਾਰੇ ਦੰਗੇ ਫਸਾਦ ਹੋ ਜਾਣ
ਤਾਂ ਸਰਕਾਰਾਂ ਆਪਣੀ ਪੁਲਿਸ ਜਾਂ ਆਪਣੀ ਫੌਜ ਦੀ ਸ਼ਕਤੀ ਪ੍ਰਦਰਸ਼ਨ ਵਾਸਤੇ, ਲੋਕਾਂ ਨੂੰ ਡਰਾਉਣ ਵਾਸਤੇ, ਦੰਗੇ ਫਸਾਦਾਂ ਨੂੰ ਰੋਕਣ ਵਾਸਤੇ ਉਹਨਾਂ ਦਾ ਫਲੈਗ ਮਾਰਚ ਕੱਢਦੀ ਹੈ। ਪੁਲਿਸ ਅਤੇ ਫੌਜ ਦੇ ਹਥਿਆਰਾਂ ਦੀ ਪ੍ਰਦਰਸ਼ਨੀ, ਉਹ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਸ਼ਹਿਰ ਸ਼ਹਿਰ ਘੁੰਮ ਕੇ, ਗਲੀਆਂ ਦੇ ਵਿੱਚੋਂ ਦੀ ਨਿਕਲ ਕੇ, ਤਾਂ ਪੁਲਿਸ ਵਾਲੇ ਜਾਂ ਫੌਜ ਵਾਲੇ ਸਰਕਾਰ ਦੀ ਆਗਿਆ ਲੈ ਕੇ ਲੋਕਾਂ ਦੇ ਉੱਤੇ ਦਬਾਅ ਬਣਾਉਣ ਵਾਸਤੇ ਇਸ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਕਰਦੇ ਨੇ। ਜਾਂ ਫਿਰ ਵੋਟਾਂ ਦੇ ਸਮੇਂ 'ਤੇ ਕੋਈ ਵੀ ਲੀਡਰ ਆਪਣਾ ਸ਼ਕਤੀ ਪ੍ਰਦਰਸ਼ਨ ਕਰਦਾ ਹੈ ਕਿ ਮੇਰੇ ਨਾਲ ਇੰਨੇ ਲੋਕ ਨੇ। ਇਹ ਢੰਗ ਆਪਣੇ ਆਪ ਨੂੰ ਤਾਕਤਵਰ ਸਿੱਧ ਕਰਨ ਵਾਸਤੇ ਪੁਰਾਤਨ ਸਮਿਆਂ ਦੇ ਵਿੱਚ ਰੂਪ ਬਦਲ ਕੇ ਇਸੇ ਤਰ੍ਹਾਂ ਚੱਲਦਾ ਆ ਰਿਹਾ ਹੈ। ਅਤੇ ਦੂਜੀਆਂ ਧਿਰਾਂ ਫਿਰ ਦਬਾਅ ਥੱਲੇ ਆ ਜਾਂਦੀਆਂ ਨੇ ਕਿ ਦੇਖੋ ਜੀ ਇਹਨਾਂ ਦੇ ਨਾਲ ਇੰਨੇ ਸਾਰੇ ਲੋਕ ਨੇ। ਭਾਵੇਂ ਇੱਥੇ ਇਹਦੇ ਧਰਮ ਦਾ ਪਹਿਰਾਵਾ ਪਹਿਨਾ ਦਿੱਤਾ ਗਿਆ ਅਤੇ ਢੋਲ ਢਮੱਕੇ ਵਜਾ ਦਿੱਤੇ ਗਏ, ਕੀਰਤਨ ਕਰ ਲਿਆ ਗਿਆ, ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਵੀ ਨਾਲ ਰੱਖ ਲਈ ਗਈ। ਅਸਲ ਦੇ ਵਿੱਚ ਇਹ ਸ਼ਕਤੀ ਦਾ ਪ੍ਰਦਰਸ਼ਨ ਹੈ ਅਤੇ ਸ਼ਕਤੀ ਦਾ ਪ੍ਰਦਰਸ਼ਨ ਵੀ ਹੁਣ ਤਾਂ ਅਜਿਹਾ ਹੋ ਗਿਆ, ਇਹਦੇ ਰਾਹੀਂ ਇੱਕ ਤਾਂ ਕਮਾਈ ਕਰ ਲਈ ਜਾਂਦੀ ਹੈ, ਇਨਕਮ ਹੋ ਜਾਂਦੀ ਹੈ, ਅਤੇ ਦੂਜਾ ਬਹੁਤ ਸਾਰੇ ਲੀਡਰ ਆਪਣੀਆਂ ਲੀਡਰੀਆਂ ਚਮਕਾ ਲੈਂਦੇ ਨੇ। ਧਰਮ ਦਾ ਇਹਦੇ ਵਿੱਚ ਨਾਮੋ ਨਿਸ਼ਾਨ ਵੀ ਨਹੀਂ ਮਿਲਦਾ, ਪਰ ਧਰਮ ਦੀ ਦੁਰਵਰਤੋਂ ਇਹ ਲੋਕ ਬਹੁਤ ਕਰ ਰਹੇ ਨੇ। ਪੈਸਾ ਵੀ ਅਜਾਈਂ ਬਰਬਾਦ ਤਾਂ ਕਰਦੇ ਨੇ, ਪਰ ਉਹਨੂੰ ਠੀਕ ਥਾਂ 'ਤੇ ਖਰਚ ਨਹੀਂ ਕਰਦੇ। ਜੇ ਕਿਤੇ ਇਸ ਗੱਲ ਵੱਲ ਧਿਆਨ ਮਾਰਿਆ ਜਾਵੇ ਕਿ ਕੀ ਇਸਲਾਮ ਵਾਲੇ ਇਸ ਤਰ੍ਹਾਂ ਦੇ ਸ਼ਕਤੀ ਪ੍ਰਦਰਸ਼ਨ, ਨਗਰ ਕੀਰਤਨ ਕਿਤੇ ਕੱਢਦੇ ਨੇ, ਤੁਹਾਨੂੰ ਕਿਤੇ ਨਜ਼ਰ ਨਹੀਂ ਆਉਣਗੇ। ਈਸਾਈ ਲੋਕ ਅਜਿਹੇ ਨਗਰ ਕੀਰਤਨ ਕਿਤੇ ਕੱਢਦੇ ਨੇ, ਤੁਹਾਨੂੰ ਨਹੀਂ ਮਿਲਣਗੇ। ਜੈਨੀ ਅਤੇ ਬੋਧੀ ਵੀ ਨਗਰ ਕੀਰਤਨ ਲੈ ਕੇ ਪਿੰਡ ਪਿੰਡ, ਸ਼ਹਿਰ ਸ਼ਹਿਰ ਘੁੰਮਦੇ ਤੁਹਾਨੂੰ ਕਿਤੇ ਨਜ਼ਰ ਨਹੀਂ ਆਉਣਗੇ। ਸੜਕਾਂ 'ਤੇ ਘੁੰਮ ਕੇ ਨਗਰ ਕੀਰਤਨ ਕਰਕੇ ਤੁਹਾਨੂੰ ਗਿਆਨ, ਅਕਲ, ਬੁੱਧੀ ਵਿਕਸਿਤ ਨਹੀਂ ਹੋਵੇਗੀ, ਕੋਈ ਵੱਡੀ ਪ੍ਰਾਪਤੀ ਨਹੀਂ ਹੋਵੇਗੀ। ਪਰ ਸਾਡੇ ਲੀਡਰਾਂ ਨੇ ਸਾਨੂੰ ਇਸੇ ਤਰ੍ਹਾਂ ਸੜਕਾਂ 'ਤੇ ਦੌੜਾ ਦਿੱਤਾ ਹੈ। ਫਿਰ ਇਸੇ ਤਰ੍ਹਾਂ ਇਕੱਲੇ ਇਹ ਨਗਰ ਕੀਰਤਨ ਹੀ ਨਹੀਂ, ਬਲਕਿ ਕਿਤੇ ਹਜ਼ੂਰ ਸਾਹਿਬ ਦੀ ਯਾਤਰਾ, ਪਟਨਾ ਸਾਹਿਬ ਦੀ ਯਾਤਰਾ, ਅੰਮ੍ਰਿਤਸਰ ਦੀ ਯਾਤਰਾ, ਹੇਮਕੁੰਡ ਦੀ ਯਾਤਰਾ, ਬਹੁਤ ਲੰਮੀਆਂ ਯਾਤਰਾਵਾਂ 'ਤੇ ਤੋਰ ਦਿੱਤਾ ਹੈ। ਸਮਾਂ ਅਤੇ ਸ਼ਕਤੀ, ਪੈਸਾ ਇਹ ਤਾਂ ਬਹੁਤ ਬਰਬਾਦ ਹੋ ਜਾਂਦਾ ਹੈ, ਪ੍ਰਾਪਤੀ ਕੋਈ ਵੀ ਨਹੀਂ ਹੁੰਦੀ। ਮੈਂ ਆਪਣੀ ਸੁਰਤ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਨਗਰ ਕੀਰਤਨ ਹੈ ਉਹ ਦੇਖਿਆ ਸੀ 1973 ਦੇ ਵਿੱਚ ਸ਼ਾਇਦ, ਜਾਂ ਇਹਦੇ ਨੇੜੇ ਤੇੜੇ। ਉਦੋਂ ਆਨੰਦਪੁਰ ਤੋਂ ਲੈ ਕੇ ਦਮਦਮਾ ਸਾਹਿਬ ਤੱਕ 620 ਕਿਲੋਮੀਟਰ ਲੰਮਾ ਨਗਰ ਕੀਰਤਨ ਜਿਹੜਾ ਕਿ ਸਰਕਾਰੀ ਤੌਰ 'ਤੇ ਕੱਢਿਆ ਗਿਆ ਸੀ। ਉਦੋਂ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਸਨ, ਤਾਂ ਉਹਨਾਂ ਨੇ ਧਰਮ ਵਾਲੇ ਪਾਸੇ ਲੋਕਾਂ ਨੂੰ ਲਾਉਣ ਵਾਸਤੇ ਭਾਰਤ ਸਰਕਾਰ ਤੋਂ ਇਜਾਜ਼ਤ ਲੈ ਕੇ ਕਰੋੜਾਂ ਅਰਬਾਂ ਰੁਪਈਆ ਖਰਚ ਕਰਕੇ ਸਰਕਾਰੀ ਗੱਡੀਆਂ ਸੜਕੋ ਸੜਕ ਤੋਰ ਕੇ, ਭਾਵ ਉਹਨਾਂ ਨੇ ਇਹ ਦਿਖਾਉਣ ਦਾ ਯਤਨ ਕੀਤਾ ਕਿ ਆਨੰਦਪੁਰ ਤੋਂ ਲੈ ਕੇ ਦਮਦਮਾ ਸਾਹਿਬ ਤੱਕ ਜਿਨ੍ਹਾਂ ਰਾਹਾਂ ਦੇ ਉੱਤੋਂ ਦੀ ਗੁਰੂ ਗੋਬਿੰਦ ਸਿੰਘ ਜੀ ਲੰਘ ਕੇ ਗਏ ਸੀ, ਅਸੀਂ ਉਹਨਾਂ ਰਾਹਾਂ ਤੋਂ ਚੱਲਦੇ ਹੋਏ, ਰਾਜਪੜਾ ਕਰਦੇ ਹੋਏ ਦਮਦਮਾ ਸਾਹਿਬ ਜਾ ਕੇ ਇਸ ਨਗਰ ਕੀਰਤਨ ਨੂੰ ਸਮਾਪਤ ਕਰਾਂਗੇ। ਮੈਨੂੰ ਉਹਦੇ ਵਿੱਚ ਸਰਕਾਰੀ ਤੌਰ 'ਤੇ ਸ਼ਾਮਲ ਹੋਣ ਦਾ ਮੌਕਾ ਮਿਲਿਆ, ਮੈਂ ਆਪਣੇ ਨੇੜੇ ਹੋ ਕੇ ਉਹਨੂੰ ਵੇਖਿਆ। ਉਸ ਤੋਂ ਬਾਅਦ 1975 ਦੇ ਵਿੱਚ ਦਿੱਲੀ ਤੋਂ ਲੈ ਕੇ ਆਨੰਦਪੁਰ ਤੱਕ ਇੱਕ ਹੋਰ ਨਗਰ ਕੀਰਤਨ ਕੱਢਿਆ ਗਿਆ, ਭਾਵ ਕਿ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਦੇ ਵਿੱਚ ਸ਼ਹੀਦ ਹੋਏ ਸਨ। ਜਿਨ੍ਹਾਂ ਥਾਵਾਂ ਤੋਂ ਭਾਈ ਜੈਤਾ ਜੀ ਉਹਨਾਂ ਦੇ ਸੀਸ ਨੂੰ ਲੈ ਕੇ ਆਨੰਦਪੁਰ ਪਹੁੰਚੇ ਸਨ, ਉਹਨਾਂ ਰਾਹਾਂ ਤੋਂ ਦੀ ਕਿਹਾ ਗਿਆ ਕਿ ਅਸੀਂ ਉਸੇ ਤਰ੍ਹਾਂ ਆਨੰਦਪੁਰ ਜਾ ਕੇ ਇਹਦੀ ਸਮਾਪਤੀ ਕਰਾਂਗੇ। ਤਾਂ ਜਦੋਂ ਭਾਰਤ ਸਰਕਾਰ ਨੇ ਪੁੱਛਿਆ ਗਿਆਨੀ ਜੈਲ ਸਿੰਘ ਨੂੰ ਕਿ ਤੁਸੀਂ ਇਸ ਤਰ੍ਹਾਂ ਪੈਸਾ ਕਿਉਂ ਬਰਬਾਦ ਕਰਦੇ ਹੋ, ਉਹਨੇ ਇਹ ਦੱਸਿਆ ਉਹਨਾਂ ਨੂੰ ਕਿ ਜੇ ਮੈਂ ਅਕਾਲੀਆਂ ਨੂੰ, ਸਿੱਖਾਂ ਨੂੰ, ਸ਼੍ਰੋਮਣੀ ਕਮੇਟੀ ਨੂੰ ਇਸ ਪਾਸੇ ਨਹੀਂ ਲਾਵਾਂਗਾ ਤਾਂ ਇਹਨਾਂ ਨੇ ਸਾਡੇ ਵਿਰੁੱਧ ਮੁਜ਼ਾਹਰੇ ਕਰਨੇ ਨੇ। ਮੁਜ਼ਾਹਰਿਆਂ ਨੂੰ, ਬਗਾਵਤਾਂ ਨੂੰ ਦਬਾਉਣ ਵਾਸਤੇ ਸਾਨੂੰ ਸਖਤੀ ਵਰਤਣੀ ਪੈਣੀ ਹੈ ਅਤੇ ਅਸੀਂ ਬਦਨਾਮ ਹੋ ਜਾਵਾਂਗੇ। ਪੈਸਾ ਤਾਂ ਫਿਰ ਵੀ ਖਰਚ ਹੋਵੇਗਾ, ਪਰ ਬਦਨਾਮੀ ਵਾਧੂ ਦੀ ਹੋਵੇਗੀ। ਹੁਣ ਤੁਸੀਂ ਵੇਖ ਸਕਦੇ ਹੋ ਸਾਰੇ ਅਕਾਲੀ, ਸ਼੍ਰੋਮਣੀ ਕਮੇਟੀ ਉਹ ਮੇਰੇ ਨਾਲ ਰਲ ਕੇ ਚੱਲ ਰਹੀ ਹੈ। ਨਗਰ ਕੀਰਤਨਾਂ ਦੇ ਰਾਹੀਂ ਮੈਂ ਉਹਨਾਂ ਨੂੰ ਇਸ ਰਾਹ 'ਤੇ ਆਪਣੇ ਨਾਲ ਤੋਰ ਲਿਆ। ਤਾਂ ਸਮੇਂ ਦੀ ਸਰਕਾਰ ਨੇ ਸਹਿਮਤੀ ਦੇ ਦਿੱਤੀ। ਤੋ ਕੋਈ ਵੀ ਅਕਾਲੀ ਪਾਰਟੀ ਦਾ, ਸ਼੍ਰੋਮਣੀ ਕਮੇਟੀ ਵਾਲਾ ਉਦੋਂ ਗਿਆਨੀ ਜੈਲ ਸਿੰਘ ਦੀ ਸਰਕਾਰ ਦੇ ਵਿਰੁੱਧ ਵੱਡੀ ਬਗਾਵਤ ਲੈ ਕੇ ਸਾਹਮਣੇ ਨਾ ਆਇਆ, ਕਿਉਂਕਿ ਉਹਨੇ ਨਗਰ ਕੀਰਤਨਾਂ ਦੇ ਵਿੱਚ ਅਤੇ ਹੋਰ ਸਮਾਗਮਾਂ ਦੇ ਵਿੱਚ ਇਸੇ ਤਰ੍ਹਾਂ ਊਧਮ ਸਿੰਘ ਦੀਆਂ ਅਸਥੀਆਂ ਵੀ ਮੰਗਾਈਆਂ ਇੰਗਲੈਂਡ ਤੋਂ, ਉਹਦੇ ਵੀ ਲੰਮੇ ਜਲੂਸ ਕੱਢੇ ਗਏ। ਇਹ ਬਹੁਤ ਕੁਝ ਲੋਕਾਂ ਨੂੰ ਇਸ ਰਾਹ 'ਤੇ ਤੋਰਨ ਵਾਸਤੇ, ਜਿਹੜਾ ਅਸਲ ਮਕਸਦ ਤੋਂ ਭਟਕਾਉਣ ਵਾਸਤੇ, ਉਹ ਸਾਰਾ ਕੁਝ ਲੀਡਰਾਂ ਵੱਲੋਂ ਕੀਤਾ ਜਾਂਦਾ। ਆਪਾਂ
ਦੂਜੇ ਧਰਮਾਂ ਵਾਲਿਆਂ ਨੂੰ ਵੇਖਦੇ ਹਾਂ, ਕੋਈ ਕਿਤੇ ਲੰਮੀ ਯਾਤਰਾ ਤੇ ਜਾ ਰਿਹਾ ਹੈ, ਕੋਈ ਨੰਗੇ ਪੈਰੀਂ ਚੱਲ ਰਿਹਾ ਹੈ, ਕੋਈ ਡੰਡੌਤ ਬੰਦਨਾ ਕਰਦਾ ਜਾ ਰਿਹਾ ਹੈ, ਤੇ ਕੁਝ ਲੋਕ ਉਹਨਾਂ ਵਾਸਤੇ ਰਸਤੇ 'ਚ ਲੰਗਰ ਲਾ ਦਿੰਦੇ ਨੇ, ਕੁਝ ਛਬੀਲਾਂ ਲਾ ਦਿੰਦੇ ਨੇ, ਤੇ ਕੁਝ ਉਹਨਾਂ ਦੇ ਰਹਿਣ ਦਾ ਖਾਣ ਦਾ ਹੋਰ ਪ੍ਰਬੰਧ ਕਰ ਦਿੰਦੇ ਨੇ, ਤੇ ਕਈ ਨਗਦ ਪੈਸਾ ਦੇ ਦਿੰਦੇ ਨੇ। ਇਹ ਸਾਰਾ ਕੁਝ ਸਾਨੂੰ ਵਿੱਦਿਆ ਨਾ ਦੇ ਕੇ, ਰੁਜ਼ਗਾਰ ਨਾ ਦੇ ਕੇ, ਇਨਸਾਫ ਨਾ ਦੇ ਕੇ, ਚੰਗਾ ਰਾਜ ਪ੍ਰਬੰਧ ਨਾ ਦੇ ਕੇ ਕੇਵਲ ਸੜਕਾਂ 'ਤੇ ਦੌੜਾਇਆ ਜਾ ਰਿਹਾ ਹੈ। ਇਹਨੂੰ ਨਗਰ ਕੀਰਤਨ ਕਹਿ ਦਿੱਤਾ ਗਿਆ ਹੈ, ਜਦੋਂ ਕਿ ਕੀਰਤਨ ਤਾਂ ਸਾਡੇ ਗੁਰਦੁਆਰਿਆਂ 'ਚ ਬਹੁਤ ਹੁੰਦਾ ਹੈ। ਕੀਰਤੀ ਤਾਂ ਰੱਬ ਦੀ ਸਾਡੇ ਹਿਰਦੇ ਦੇ ਵਿੱਚ ਸਦਾ ਹੀ ਹੋਣੀ ਚਾਹੀਦੀ ਹੈ। ਇਹਨਾਂ ਸੜਕਾਂ 'ਤੇ ਕੀਰਤਨ ਕਰਕੇ ਸਾਨੂੰ ਅੱਜ ਤੱਕ ਪ੍ਰਾਪਤੀ ਕੀ ਹੋਈ ਹੈ? ਜੇ ਕੋਈ ਭੈਣ ਭਰਾ ਇਹਦੇ ਬਾਰੇ ਜਾਣਦਾ ਹੋਵੇ ਤਾਂ ਉਹ ਕਿਰਪਾ ਕਰਕੇ ਨੈੱਟ ਦੇ ਰਾਹੀਂ, ਫੇਸਬੁੱਕ ਦੇ ਰਾਹੀਂ, ਯੂਟਿਊਬ ਦੇ ਰਾਹੀਂ ਚੰਗਾ ਗਿਆਨ ਭਰਪੂਰ ਲੈਕਚਰ ਅਤੇ ਖੋਜ ਭਰਪੂਰ ਕੋਈ ਕਿਤਾਬ ਉਹ ਸੰਗਤਾਂ ਦੇ ਸਨਮੁਖ ਰੱਖ ਦੇਵੇ ਕਿ ਇਹਨਾਂ ਨਗਰ ਕੀਰਤਨਾਂ ਦੇ ਵਿੱਚੋਂ ਆਊਟਪੁੱਟ ਆ ਨਿਕਲੀ, ਸਾਨੂੰ ਪ੍ਰਾਪਤੀ ਆ ਹੋਈ, ਸਿੱਖ ਪੰਥ ਇਉਂ ਚੜ੍ਹਦੀ ਕਲਾ 'ਚ ਇਹਨਾਂ ਨਗਰ ਕੀਰਤਨਾਂ ਨਾਲ ਹੋ ਗਿਆ। ਕਿਰਪਾ ਕਰਕੇ ਤੁਸੀਂ ਆਪਣੇ ਦਿਮਾਗ ਦੇ ਅੰਦਰ ਮੁੜ ਤੋਂ ਝਾਤੀ ਮਾਰੋ ਕਿ ਅਸੀਂ ਅੱਜ ਤੱਕ ਇਹਨਾਂ 'ਚੋਂ ਕੀ ਖੱਟਿਆ। ਸੋ ਇਹ ਨਗਰ ਕੀਰਤਨਾਂ ਦੀ ਕੋਈ ਪਰੰਪਰਾ ਸਾਡੇ ਵਾਸਤੇ ਫਾਇਦੇਮੰਦ ਨਹੀਂ ਹੈ। ਪੰਜਾਂ ਪਿਆਰਿਆਂ ਦਾ ਕਿਰਪਾਨਾਂ ਅੱਗੇ ਲੈ ਕੇ ਚੱਲਣਾ ਕੋਈ ਪਰੰਪਰਾ ਨਹੀਂ ਹੈ। ਇਹ ਤਾਂ ਸ਼ਕਤੀ ਦਾ ਪ੍ਰਦਰਸ਼ਨ ਸੀ, ਪਰ ਅੱਜ ਅਸੀਂ ਇੰਨੇ ਸ਼ਕਤੀਵਾਨ ਨਹੀਂ ਹਾਂ ਕਿ ਸਰਕਾਰ ਨੂੰ ਆਪਣੀ ਸ਼ਕਤੀ ਨਾਲ ਡਰਾ ਸਕੀਏ। ਤੇ ਹੁਣ ਤਾਂ ਇੱਕ ਧਰਮ ਦਾ ਪਹਿਰਾਵਾ ਪਾ ਕੇ 4 ਦਿਨਾਂ ਦਾ ਖੇਲ ਤਮਾਸ਼ਾ ਜਾਂ ਇਹ ਸਭ ਕੁਝ ਬਣ ਕੇ ਰਹਿ ਗਿਆ। ਫਿਰ ਲੀਡਰ ਲੋਕ, ਕਿਸੇ ਨੇ ਇੱਥੇ ਨਗਰ ਕੀਰਤਨ ਕੱਢ ਲਿਆ, ਕਿਸੇ ਨੇ ਕਿਸੇ ਹੋਰ ਇਲਾਕੇ 'ਚ ਕੱਢ ਲਿਆ, ਥਾਂ ਥਾਈਂ ਆਪੋ ਆਪਣੇ ਨਗਰ ਕੀਰਤਨਾਂ ਨਾਲ ਕੁਝ ਮਾਇਆ ਕਮਾਈ ਜਾ ਰਹੀ ਹੈ ਤੇ ਕੋਈ ਲੀਡਰੀ ਬਣਾਈ ਜਾ ਰਹੀ ਹੈ। ਮੈਂ ਖਿਮਾ ਚਾਹੁੰਦਾ ਕਿ ਬਹੁਤ ਸਾਰੇ ਭੈਣਾਂ ਭਰਾਵਾਂ ਨੂੰ ਇਹ ਚੀਜ਼ ਸ਼ਾਇਦ ਚੰਗੀ ਨਾ ਲੱਗੇ, ਹਜਮ ਕਰਨੀ ਔਖੀ ਹੈ, ਪਰ ਨਗਰ ਕੀਰਤਨਾਂ ਦੇ ਇਸ ਮੱਕੜ ਜਾਲ 'ਚੋਂ ਨਿਕਲ ਕੇ ਆਪਣੇ ਆਪ ਨੂੰ ਗਿਆਨਵਾਨ ਬਣਾਓ, ਅਕਲਮੰਦ ਬਣਾਓ, ਆਪਣੇ ਆਪ ਨੂੰ ਚੰਗੇ ਅਹੁਦਿਆਂ 'ਤੇ ਪਹੁੰਚਾਓ। ਡਾਕਟਰ, ਇੰਜੀਨੀਅਰ, ਵਕੀਲ ਅਤੇ ਹੋਰ ਵਿੱਦਿਆ ਹਾਸਲ ਕਰਕੇ ਉੱਚੇ ਦਰਜੇ 'ਤੇ ਰਹਿ ਕੇ ਆਪਣੇ ਸਮਾਜ ਦਾ ਕੁਝ ਭਲਾ ਕਰੋ, ਤਾਂ ਹੀ ਅਸੀਂ ਅੱਗੇ ਵਧਾਂਗੇ, ਸਮਾਜ ਨਾਲ ਕਦਮ ਮੇਲ ਕੇ ਚੱਲਣ ਜੋਗੇ ਹੋਵਾਂਗੇ। ਇਤਨੇ ਕ ਬਚਨ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਲਈ ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਨੌਜਵਾਨੋ, ਗੁਰਸਿੱਖੋ, ਵੀਰੋ ਭੈਣੋ, ਤਤ ਗੁਰਮਤਿ ਗਿਆਨ ਟੀਵੀ ਵੱਲੋਂ ਜੋ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਤੁਸੀਂ ਆਪਣੇ ਸਵਾਲ ਲਿਖ ਕੇ ਜਾਂ ਬੋਲ ਕੇ WhatsApp ਨੰਬਰ ਤੇ ਭੇਜ ਸਕਦੇ ਹੋ, ਤੇ ਉਹ ਨੰਬਰ ਟਾਈਪ ਕਰਕੇ ਇੱਥੇ ਦਿੱਤਾ ਜਾ ਰਿਹਾ ਹੈ। ਤੁਸੀਂ ਪੜ੍ਹ ਕੇ ਉਸ ਨੰਬਰ ਤੇ ਸੰਖੇਪ ਸਵਾਲ ਭੇਜਣੇ ਨੇ, ਚਾਹੇ ਬੋਲ ਕੇ ਚਾਹੇ ਲਿਖ ਕੇ, ਤੇ ਉਹਨਾਂ ਦੇ ਜਵਾਬ ਸਮੇਂ-ਸਮੇਂ ਅਨੁਸਾਰ ਤੁਹਾਨੂੰ ਦਿੱਤੇ ਜਾਇਆ ਕਰਨਗੇ। ਤੇ ਜੇ ਤੁਹਾਨੂੰ ਇਹ ਸੱਚਮੁੱਚ ਚੈਨਲ ਚੰਗਾ ਲੱਗੇ ਤਾਂ ਇਹਨੂੰ ਹੋਰਨਾਂ ਤੱਕ ਵੀ ਸ਼ੇਅਰ ਕਰਿਆ ਕਰੋ, ਪਹੁੰਚਾਇਆ ਕਰੋ, ਤਾਂ ਕਿ ਜਿਹੜੇ ਸ਼ੰਕੇ ਨੇ ਮਨਾਂ ਦੇ ਵਿੱਚ ਉਹਨਾਂ ਨੂੰ ਸੌਖੇ ਤਰੀਕੇ ਨਾਲ ਦੂਰ ਕੀਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।